स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦੀ। ਜੀ ਹਾਂ, ਜਨਤਾ ਦਾ ਫੈਸਲਾ ਸਾਹਮਣੇ ਆ ਗਿਆ ਹੈ। ਕਈ ਫੈਸਲੇ ਤਾਂ ਉਮੀਦਾਂ ਦੇ ਬਿਲਕੁਲ ਉਲਟ ਆਏ ਨੇ ਤੇ ਕਈ ਉਮੀਦਾਂ ਤੇ ਪੂਰੀ ਤਰ੍ਹਾਂ ਖਰੇ ਉਤਰੇ ਨੇ। ਵੱਡਾ ਸਵਾਲ ਐਗਜ਼ਿਟ ਪੋਲ ਤੇ ਇੱਕ ਵਾਰ ਫਿਰ ਤੋਂ ਖੜਾ ਹੋ ਗਿਆ। ਜਿਹੜੇ ਕਲੀਅਰ ਮੈਜੋਰਟੀ ਬੀਜੇਪੀ ਨੂੰ ਮਹਾਰਾਸ਼ਟਰ ਤੇ ਹਰਿਆਣਾ ਦੇ ਵਿੱਚ ਵੀ ਦਿੰਦੇ ਰਹੇ ਨੇ, ਵੱਡਾ ਸਵਾਲ ਉਹਨਾਂ ਤੇ ਵੀ ਖੜਾ ਹੋ ਗਿਆ। ਮਹਾਰਾਸ਼ਟਰ ਦੇ ਵਿੱਚ ਭਾਵੇਂ ਫੁੱਲ ਖਿਲ ਗਿਆ ਪਰ ਕਮਲ ਜਿਹੜਾ ਹਰਿਆਣਾ ਦੇ ਵਿੱਚ ਪੂਰੀ ਤਰ੍ਹਾਂ ਖਿਲ ਨਹੀਂ ਪਾਇਆ। ਆਸਾਂ ਤੇ ਉਮੀਦਾਂ ਸ਼ਾਇਦ ਬੀਜੇਪੀ ਦੀਆਂ ਧਰੀਆਂ ਤਰਾਈਆਂ ਰਹਿ ਗਈਆਂ ਨੇ, ਕਿਉਂਕਿ ਆਸ ਤੇ ਉਮੀਦ ਬਹੁਤ ਵੱਡੀ ਸੀ ਕਿ ਹਰਿਆਣਾ ਦੇ ਵਿੱਚ ਚੰਗੀ ਜਿੱਤ ਹੋਵੇਗੀ, ਪਰ ਅਜਿਹਾ ਨਹੀਂ ਹੋ ਪਾਇਆ। 4 ਜ਼ਿਮਨੀ ਚੋਣਾਂ ਪੰਜਾਬ ਦੀ ਗੱਲ ਕਰੀਏ ਤਾਂ 3 ਕਾਂਗਰਸ ਦੇ ਖੇਮੇ ਦੇ ਵਿੱਚ ਆਈਆਂ ਨੇ ਔਰ ਵਕਾਰ ਦਾ ਸਵਾਲ ਬਣੀ ਦਾਖਾ ਸੀਟ। ਅਕਾਲੀ ਦਲ ਕਾਮਯਾਬ ਹੋਇਆ ਜਿੱਤਣ ਦੇ ਵਿੱਚ ਔਰ ਸਾਰਿਆਂ ਦੀਆਂ ਨਜ਼ਰਾਂ ਇਸ ਦਾਖਾ ਸੀਟ ਤੇ ਲੱਗੀਆਂ ਹੋਈਆਂ ਸਨ, ਕਿਉਂਕਿ ਕਿਹਾ ਜਾ ਰਿਹਾ ਸੀ, ਅਕਾਲੀ ਦਲ ਇਲਜ਼ਾਮ ਲਾ ਰਿਹਾ ਸੀ ਕਿ ਸਾਰੀ ਸਰਕਾਰ, ਸਾਰੀ ਸਰਕਾਰੀ ਮਸ਼ੀਨਰੀ, ਸਾਰਾ ਅਮਲਾ, ਸਾਰੇ ਪੁਲਿਸ ਮੁਲਾਜ਼ਮ ਸਿਰਫ ਇਸ ਸੀਟ ਨੂੰ ਜਿਤਾਉਣ ਤੇ ਲੱਗੇ ਹੋਏ ਨੇ। ਪਰ ਇੱਥੇ ਇੱਕ ਸ਼ਾਨਦਾਰ ਜਿੱਤ ਜਿਹੜੀ ਹੈ ਅਕਾਲੀ ਦਲ ਨੇ ਹਾਸਲ ਕੀਤੀ ਹੈ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਖਾਸ ਮਹਿਮਾਨ ਵੀ ਮੌਜੂਦ ਨੇ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਹੜੇ ਫੈਕਟਰ ਨੇ ਜਿਹੜੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਕੰਮ ਕਰ ਰਹੇ ਨੇ। ਸਭ ਤੋਂ ਪਹਿਲਾਂ ਹਰਿਆਣਾ ਦੀ ਗੱਲ ਕਰਦੇ ਹਾਂ। ਹਰਿਆਣਾ ਦੇ ਵਿੱਚ ਦਿਲਚਸਪ ਚੀਜ਼ਾਂ ਜਿਹੜੀਆਂ ਦੇਖਣ ਦੇ ਵਿੱਚ ਸਾਹਮਣੇ ਆਈਆਂ ਨੇ। ਜੋ ਟੈਲੀ ਕਹਿੰਦੀ ਹੈ ਸਾਨੂੰ, ਬੀਜੇਪੀ 38, ਕਾਂਗਰਸ 33, ਜੇਜੇਪੀ 10, INLD 1 ਤੇ ਅਦਰਸ 8। ਇੱਕ ਕਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਜੇਜੇਪੀ ਤੋਂ ਇੰਨੀਆਂ ਉਮੀਦਾਂ ਪੋਲੀਟੀਕਲ ਪਾਰਟੀਆਂ ਵੀ ਨਹੀਂ ਰੱਖ ਰਹੀਆਂ ਸਨ ਕਿ ਜੇਜੇਪੀ ਇੰਨੀਆਂ ਸੀਟਾਂ ਲੈ ਜਾਏਗੀ, ਪਰ ਕਿਹਾ ਜਾ ਰਿਹਾ ਕਿ ਕਿੰਗ ਮੇਕਰ ਜੇਜੇਪੀ ਬਣ ਸਕਦੀ ਹੈ। ਹਾਲਾਂਕਿ ਬੀਜੇਪੀ ਸ਼ਾਇਦ ਦਾ ਖੇਡ ਸਕਦੀ ਹੈ, ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਨੇ ਉਹਨਾਂ ਤੋਂ ਕੁਝ ਮਿਲ ਜਾਵੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਜੇਜੇਪੀ ਦਾ ਵਾਰ ਚੱਲਦਾ ਹੈ, ਤੁੱਕਾ ਉਹਨਾਂ ਦਾ ਚੱਲਦਾ ਹੈ ਜਾਂ ਫਿਰ ਬੀਜੇਪੀ ਕੋਈ ਹੋਰ ਗੇਮ ਖੇਡਦੀ ਹੈ। ਪਰ ਜਿਹੜੀਆਂ ਮਹੱਤਵਪੂਰਨ ਗੱਲਾਂ ਹਰਿਆਣਾ ਦੇ ਸੰਦਰਭ ਦੇ ਵਿੱਚ ਨੇ ਉਹ ਥੋੜ੍ਹੀਆਂ ਦੇਖਣ ਵਾਲੀਆਂ ਜ਼ਰੂਰ ਨੇ, ਕਿਉਂਕਿ ਖੱਟੜ ਦੇ ਵਜ਼ੀਰ ਜਿਹੜੇ ਹਾਰੇ ਨੇ ਉਹਨਾਂ ਤੇ ਫੋਕਸ ਕਰਨਾ ਬੜਾ ਜ਼ਰੂਰੀ ਹੈ। ਸ਼ਾਨਦਾਰ ਤਰੀਕੇ ਨਾਲ ਜਿੱਤਣ ਵਾਲੇ ਵਜ਼ੀਰ ਜਿਹੜੀ ਹਾਰ ਹੋਈ ਹੈ ਵੱਡੀ, ਉਹ ਬੜੀ ਆਪਣੇ ਆਪ ਦੇ ਵਿੱਚ ਸਵਾਲ ਪੈਦਾ ਕਰਦੀ ਹੈ। ਸੋਨੀਪਤ ਤੋਂ ਕਵਿਤਾ ਜੈਨ ਦੀ ਹਾਰ ਹੋਈ ਹੈ, ਇੱਕ ਵੱਡੀ ਹਾਰ ਕਵਿਤਾ ਜੈਨ ਦੀ ਹੋਈ ਹੈ। ਇਸੇ ਤਰ੍ਹਾਂ ਬਾਦਲੀ ਤੋਂ OP ਧਨਖੜ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਉਹ ਹਾਰੇ ਨੇ। ਮਹਿੰਦਰਗੜ੍ਹ ਤੋਂ ਰਾਮ ਬਿਲਾਸ ਸ਼ਰਮਾ ਦਾ ਜੇਤੂ ਰੱਥ ਰੁਕ ਗਿਆ, ਕਹਿੰਦੇ ਸੀ ਕਿ ਰਾਮ ਬਿਲਾਸ ਨੂੰ ਹਰਾਉਣਾ ਬੜਾ ਮੁਸ਼ਕਿਲ ਹੈ। ਰੋਹਤਕ ਤੋਂ ਮਨੀਸ਼ ਗਰੋਵਰ ਵੀ ਹਾਰੇ ਨੇ। ਜਗਾਦਰੀ ਤੋਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁੱਜਰ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਸ਼ਾਹਬਾਦ ਤੋਂ ਕ੍ਰਿਸ਼ਨ ਕੁਮਾਰ ਜੇਜੇਪੀ ਉਮੀਦਵਾਰ ਤੋਂ ਹਾਰ ਗਏ ਨੇ। ਇਸੇ ਤਰ੍ਹਾਂ ਸਿਆਸਤ ਦੇ ਅਖਾੜੇ ਦੇ ਵਿੱਚ ਹਾਰੇ ਸੋਨਾਲੀ ਫੋਗਟ, ਯੋਗੇਸ਼ਵਰ ਦੱਤ ਤੇ ਬਬੀਤਾ ਫੋਗਟ। ਹਰਿਆਣਾ ਬੀਜੇਪੀ ਮੁਖੀ ਸੁਭਾਸ਼ ਬਰਾਲਾ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਔਰ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮਹੱਤਵਪੂਰਨ ਨੇ ਹਰਿਆਣਾ ਦੇ ਵਿੱਚ, ਕਿਉਂਕਿ ਦੇਖਿਆ ਜਾਵੇ ਤਾਂ ਜਿੰਨੇ ਵੀ ਕੈਬਨਿਟ ਵਜ਼ੀਰ ਨੇ, ਇੱਕ ਵਜ਼ੀਰ ਨੂੰ ਛੱਡ ਕੇ ਲਗਭਗ ਸਾਰਿਆਂ ਨੂੰ ਹੀ ਹਾਰ ਦਾ ਮੂੰਹ ਦੇਖਣਾ ਪਿਆ। ਹਾਲਾਂਕਿ ਉਮੀਦ ਤੇ ਆਸ ਬੜੀ ਵੱਡੀ ਸੀ ਕਿ ਜਿਸ ਤਰ੍ਹਾਂ ਦੇ ਚੋਣ ਰੁਝਾਨ ਦੇਖਣ ਦੇ ਵਿੱਚ ਸਾਹਮਣੇ ਆ ਰਹੇ ਸੀ ਕਿ ਬੀਜੇਪੀ ਇਕੱਲੀ ਸਰਕਾਰ ਬਣਾਉਣ ਜਾ ਰਹੀ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਖੱਟੜ ਸਾਹਿਬ ਬੜੇ ਭਰੋਸੇ ਦੇ ਵਿੱਚ ਸੀਗੇ ਕਿ ਅਸੀਂ ਜਿਤਾਏ ਹਾਂ। ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਹੋਏ ਨੇ, ਬੁਲਾਰ ਨੇ ਬੀਜੇਪੀ ਪੰਜਾਬ ਦੇ, ਔਰ ਡਾਕਟਰ ਦਲਜੀਤ ਚੀਮਾ ਸਾਹਿਬ ਹੁਣੇ ਆਏ ਨੇ। ਅਮਰਦੀਪ ਸਿੰਘ ਰਾਜਨ ਬੁਲਾਰ ਨੇ ਆਮ ਆਦਮੀ ਪਾਰਟੀ ਦੇ। ਤਰਲੋਚਨ ਸਿੰਘ ਜੀ ਸੀਨੀਅਰ ਪੱਤਰਕਾਰ ਨੇ। ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਗਰੇਵਾਲ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰਾਂਗਾ। ਜਿੰਨੀ ਆਸ ਤੇ ਉਮੀਦ ਹਰਿਆਣਾ ਦੇ ਵਿੱਚ ਲਾ ਕੇ ਬੈਠੇ ਸੀ, ਉਹਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਪਾਏ। ਸਾਹਮਣੇ ਦਿਖਾਈ ਦਿੰਦਾ, ਪਰ ਅਸੀਂ ਫਿਰ ਵੀ ਸਿੰਗਲ ਲਾਰਜੈਸਟ ਪਾਰਟੀ ਆਏ ਹਾਂ ਔਰ ਕਈ ਚੀਜ਼ਾਂ 'ਚ ਕਮੀਆਂ ਰਹਿ ਜਾਂਦੀਆਂ ਨੇ। ਬੀਜੇਪੀ 'ਚ ਕੰਮ ਕਰਨ ਵਾਲੇ ਲੋਕ ਵੀ ਇਨਸਾਨ ਨੇ ਤੇ ਉਹਦੇ ਤੇ ਅਸੀਂ ਜ਼ਰੂਰ ਚਿੰਤਾ ਵੀ ਹੈ, ਚਿੰਤਨ ਵੀ ਹੋਏਗਾ। ਪਰ ਓਵਰ ਕੌਨਫੀਡੈਂਟ ਮਾਰ ਨਹੀਂ ਦਿੰਦਾ ਕਈ ਵਾਰੀ? ਇੱਥੇ ਤਾਂ ਸਾਫ਼ ਝਲਕ ਹੈ ਕਿ ਓਵਰ ਕੌਨਫੀਡੈਂਟ ਬਹੁਤ ਸੀ ਬੀਜੇਪੀ। ਵੋਟ ਪਰਸੈਂਟੇਜ ਸਾਡੀ ਫਿਰ ਵੀ ਬਹੁਤ ਅੱਛੀ ਹੈ ਹਰਿਆਣੇ ਦੇ ਅੰਦਰ ਵੀ, 36.28 ਹੈਗੀ ਆ। ਪਰ ਸਰਕਾਰ ਬਣਾਉਣ ਦੇ ਨੰਬਰਾਂ ਤੱਕ ਪਹੁੰਚ ਨਹੀਂ ਪਾਏ ਤੁਸੀਂ। ਨਹੀਂ, ਉਹ ਠੀਕ ਆ। ਉਹ ਗਣਿਤ ਥੋੜਾ ਇਸ ਕਰਕੇ ਵੀ ਗੜਬੜਾ ਜਾਂਦਾ ਕਿ ਪਾਰਟੀਆਂ ਉੱਥੇ ਜ਼ਿਆਦਾ ਸੀ ਤੇ ਇਸ ਕਰਕੇ ਵੀ ਸਾਡੀਆਂ ਸੀਟਾਂ 'ਚ ਕਮੀ ਰਹਿ ਗਈ ਆ। ਪਰ ਉਸ ਦੇ ਬਾਵਜੂਦ ਵੀ ਅਸੀਂ ਅਜੇ ਸਮੀਕਰਨ ਦੇਖੇ ਜਾਣਗੇ ਜੀ ਕਿ ਇਹ ਕੀ ਸਮੀਕਰਨ ਬਣਨੇ ਆ। ਤੇ ਮੈਂ ਇਹ ਸਮਝਦਾ ਕਿ ਅਸੀਂ ਮਹਾਰਾਸ਼ਟਰ ਦੇ ਅੰਦਰ ਬਹੁਤ ਅੱਛਾ ਕੀਤਾ। ਦੂਸਰੀ ਵਾਰ ਸਾਡੀ ਸਰਕਾਰ ਬਣ ਜਾ ਰਹੀ ਹੈ ਔਰ ਬੜਾ ਅੱਛਾ ਪਰਫਾਰਮ ਕੀਤਾ। ਇਹ ਠੀਕ ਆ, ਪਹਿਲਾਂ ਨਾਲੋਂ ਉੱਥੇ ਵੀ ਸਾਡੀਆਂ ਸੀਟਾਂ 'ਚ ਕਮੀ ਆਈ ਹੈ। ਮੈਂ ਉਹ ਤਾਂ ਜਿਹੜੀਆਂ ਚੀਜ਼ਾਂ ਸਾਹਮਣੇ ਦਿਖਾਈ ਦਿੰਦੀਆਂ ਤੇ ਉਹਨਾਂ ਨੂੰ ਤੁਸੀਂ ਨਾ ਮੰਨੋ ਤੇ ਮੈਂ ਇਹ ਸਮਝਦਾ ਉਹ ਠੀਕ ਨਹੀਂ ਹੁੰਦਾ। ਔਰ ਲੋਕਾਂ ਨੇ ਜੋ ਫੈਸਲਾ ਦਿੱਤਾ, ਜੋ ਲੋਕਾਂ ਦੀ ਸੋਚ ਆ, ਵੋਟਰ ਬਹੁਤ ਸਮਝਦਾਰ ਆ, ਅਸੀਂ ਉਸ ਨੂੰ ਸਿਰ ਝੁਕਾਉਂਦੇ ਆ। ਪਰ ਮਹਾਰਾਸ਼ਟਰ 'ਚ ਤਾਂ ਸਾਡੀ ਸਰਕਾਰ ਬਣਨ ਜਾ ਰਹੀ ਔਰ ਮੈਨੂੰ ਪੂਰੀ ਉਮੀਦ ਆ ਕਿ ਹਰਿਆਣੇ ਦੇ ਅੰਦਰ ਵੀ ਸਾਡੀ ਸਰਕਾਰ ਬਣੇ। ਗਰੇਵਾਲ ਸਾਹਿਬ, ਕਿਹੜਾ ਅਜਿਹਾ ਫੈਕਟਰ ਹੈ ਜਿਹਨੇ ਹਰਿਆਣਾ ਦੇ ਵਿੱਚ ਢਾਲ ਆਈ ਹੈ ਤੁਹਾਡੀ ਪਾਰਟੀ ਨੂੰ? ਕਿਉਂਕਿ ਵਿਕਾਸ ਦੇ ਨਾਮ ਤੋਂ, ਕੰਮਾਂ ਦੇ ਨਾਮ ਤੋਂ ਤੁਸੀਂ ਪਿਛਲੇ 50 ਸਾਲਾਂ ਦੇ ਵਿੱਚ ਖੱਟੜ ਸਾਹਿਬ ਨੇ ਬੜਾ ਕੰਮ ਕੀਤਾ। ਇਹਦੀ ਵਾਰ-ਵਾਰ ਦੁਹਾਈ ਦਿੱਤੀ ਜਾ ਰਹੀ ਸੀ ਔਰ ਇਹਦੇ ਨਾਮ ਤੇ ਹੀ ਵੋਟਾਂ ਮੰਗੀਆਂ ਜਾ ਰਹੀਆਂ ਸੀ। ਦੇਖੋ, ਇਹ 'ਚ ਕੀ ਹੋਇਆ ਕਿ ਅਸੀਂ ਲੋਕ ਸਭਾ ਦੇ ਅੰਦਰ ਬਹੁਤ ਅੱਛਾ ਪਰਫਾਰਮ ਕੀਤਾ ਹਰਿਆਣੇ 'ਚ
ਉਸ ਤੋਂ ਬਾਅਦ ਕੀ ਹੁੰਦਾ, ਕਈ ਵਾਰ ਲੋਕ ਇਹੀ ਸੋਚ ਲੈਂਦੇ ਆ ਕਿ ਜੋ ਲੋਕ ਸਭਾ ਦੇ ਨਤੀਜੇ ਆ ਉਹ ਸ਼ਾਇਦ ਵਿਧਾਨ ਸਭਾ 'ਚ ਵੀ ਹੋ ਜਾਣ, ਪਰ ਉਹ ਨਹੀਂ ਹੁੰਦੇ। ਲੋਕਾਂ ਦੀ ਸੋਚ ਅਲੱਗ-ਅਲੱਗ ਹੁੰਦੀ ਹੈ ਔਰ ਅਸੀਂ ਮਤਲਬ ਉਹਦੇ 'ਚ ਟਿਕਟਾਂ ਦੀ ਵੰਡ 'ਚ ਵੀ ਕਿਤੇ ਕਈ ਕਮੀ ਰਹੀ ਆ। ਕਈ ਜਗ੍ਹਾ ਹੁਣ ਜਿਸ ਤਰ੍ਹਾਂ ਮਿਨਿਸਟਰ ਨੇ ਸਾਰੀ ਹਾਰ ਗਈ ਹੈ, ਹਾਰੇ ਨੇ, ਔਰ ਮੈਂ ਇਸ ਨੂੰ ਮੰਨਦਾ। ਉਹਨਾਂ ਦੀਆਂ ਅਗਰ ਟਿਕਟਾਂ ਘੱਟ ਦਿੱਤੀਆਂ ਜਾਂਦੀਆਂ ਤਾਂ ਜ਼ਿਆਦਾ ਵਧੀਆ ਹੁੰਦਾ, ਤੇ ਇਸ ਕਰਕੇ ਇਹਦੇ 'ਚ ਕਮੀ ਆਈ ਹੈ ਕਿਤੇ ਨਾ ਕਿਤੇ ਸੋਚ ਦੇ ਅੰਦਰ। ਔਰ ਉਹ ਦੁਬਾਰਾ ਤੋਂ ਕਿਸੇ ਦੀ ਪੋਜੀਸ਼ਨ ਨੂੰ ਦੇਖਦੇ ਹੋਏ ਨਾ ਤੇ ਜੋ ਬੀਜੇਪੀ ਦੀ ਸੋਚ ਆ ਉਸੇ ਨੂੰ ਇੰਪਲੀਮੈਂਟ ਕੀਤਾ ਜਾਵੇ। ਹੁਣ ਬਾਹਰੋਂ ਸਪੋਰਟਸ ਪਰਸਨ ਲਿਆ ਕੇ ਲੜਾ ਦੇਣਾ, ਤੇ ਉਹਦੇ 'ਚ ਵੀ ਸਾਡੇ ਵਰਕਰਾਂ ਨੇ ਕਈ ਜਗ੍ਹਾ ਨਾਰਾਜ਼ ਹੋਏ ਨੇ ਜਿਹੜੇ ਉੱਥੇ ਲੋਕਲ ਕੰਮ ਕਰਦੇ ਸੀ। ਕੈਡਰ ਨਾਰਾਜ਼ ਹੋ ਗਿਆ। ਕੈਡਰ ਬੇਸਡ ਕੰਮ ਮਾਸ ਬੇਸ ਆਰਗੇਨਾਈਜੇਸ਼ਨ, ਉਹਦਾ ਵੀ ਫਰਕ ਪੈਂਦਾ ਹੋਗਾ। ਉਹ ਤਿੰਨੋਂ ਹੀ ਹਾਰ ਗਏ, ਇੱਕੋ ਜਗ੍ਹਾ ਤੋਂ ਅਸੀਂ ਜਿੱਤੇ ਹਾਂ ਭੇਵਾ ਤੋਂ। ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਸਾਰੀਆਂ ਚੀਜ਼ਾਂ ਨੂੰ ਫੈਕਟਰਸ ਨੂੰ ਵਿਕਲਪ ਕੀ ਹੈ ਹੁਣ, ਬਦਲ ਕੀ ਹੈ, ਜੇਜੇਪੀ ਜਾਂ ਆਜ਼ਾਦ ਉਮੀਦਵਾਰ? ਨਹੀਂ, ਹੁਣ ਤਾਂ ਅਜੇ ਤਾਂ ਵਿਚਾਰ ਹੋਏਗਾ। ਸਾਡੇ ਕੋਲ ਇੱਕ ਵਿਅਕਤੀ ਫੈਸਲਾ ਨਹੀਂ ਲੈਂਦਾ ਔਰ ਇੱਕਦਮ ਕੋਈ ਫੈਸਲਾ ਲੈਣ ਦੀ ਜ਼ਰੂਰਤ ਵੀ ਨਹੀਂ ਹੈ, ਕਿਉਂਕਿ ਕਾਂਗਰਸ ਉਸ ਪੋਜੀਸ਼ਨ 'ਚ ਨਹੀਂ ਕਿ ਉਹ ਸਰਕਾਰ ਬਣਾ ਸਕੇ, ਔਰ ਉਹ ਈਵਨ ਜੇਜੇਪੀ ਨਾਲ ਮਿਲ ਵੀ ਜਾਵੇ ਤਦ ਵੀ ਨਹੀਂ ਬਣਨੀ। ਪਰ ਜੇਜੇਪੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗੀ। ਜਿਹੜੀਆਂ ਪਾਰਟੀਆਂ ਨਾ ਐਂਟੀ ਕਾਂਗਰਸਿਜ਼ਮ ਤੇ ਖੜੀਆਂ ਹੁੰਦੀਆਂ ਨੇ, ਜਿਸ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਆ, ਕਦੇ ਵੀ ਕਾਂਗਰਸ ਨਾਲ ਨਹੀਂ ਜਾ ਸਕਦੀ ਕਿਉਂਕਿ ਐਂਟੀ ਕਾਂਗਰਸਿਜ਼ਮ ਤੇ ਖੜੀ ਆ, ਹਮੇਸ਼ਾ ਉਹਦੇ ਨਾਲ ਸੰਘਰਸ਼ ਕੀਤਾ। ਇਸੇ ਤਰ੍ਹਾਂ ਹਰਿਆਣਾ ਦੇ ਅੰਦਰ ਇਨੈਲੋ ਵੀ ਔਰ ਇਨੈਲੋ 'ਚ ਨਿਕਲੀ ਹੋਈ ਜੇਜੇਪੀ ਵੀ ਇਹ ਐਂਟੀ ਕਾਂਗਰਸਿਜ਼ਮ ਤੇ ਖੜੀਆਂ ਨੇ। ਜਦੋਂ ਉਹ ਉਧਰ ਨੂੰ ਚਲੇ ਜਾਣਗੇ ਤਾਂ ਉਹਦੇ ਨਾਲ ਨੈਚੁਰਲੀ ਹੈ ਕਿ ਉਹਨਾਂ ਦਾ ਬਹੁਤ ਬੜਾ ਨੁਕਸਾਨ ਹੋ ਜਾਏਗਾ ਵੋਟ ਬੇਸ ਦਾ। ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੀ ਕੋਈ ਗਲਤੀ, ਉਹ ਬਹੁਤ ਸੂਝਵਾਨ ਆ ਦੁਸ਼ਯੰਤ ਚੌਟਾਲਾ ਜਿਹੜੇ ਆ, ਔਰ ਜਿਹੜੇ ਇਸ ਏਜ ਦੇ ਅੰਦਰ ਆਪਣੀ ਪਾਰਟੀ ਨੂੰ ਇੱਥੋਂ ਤੱਕ ਲੈ ਗਏ, ਮੈਂ ਸਮਝਦਾ ਬਹੁਤ ਸੂਝਵਾਨ। ਚਲੋ ਮੈਂ ਤਰਲੋਚਨ ਜੀ ਇੱਕ ਸਵਾਲ ਤੁਹਾਡੇ ਤੋਂ ਲਾਂਗਾ ਹਰਿਆਣਾ ਤੇ ਫਿਰ ਆਪਾਂ ਪੰਜਾਬ ਤੇ ਫੋਕਸ ਕਰਾਂਗੇ, ਕਿਉਂਕਿ ਜਿਹੜੇ ਐਗਜ਼ਿਟ ਪੋਲ ਆ ਰਹੇ ਸੀ ਉਦੋਂ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਵੇਂ ਲੋਕ ਸਭਾ ਦੇ ਐਗਜ਼ਿਟ ਪੋਲ ਸੀਗੇ ਬੀਜੇਪੀ ਦੀ ਬੜੀ ਸ਼ਾਨਦਾਰ ਜਿੱਤ ਦਿਖਾ ਰਹੇ ਸੀਗੇ, ਉਸੇ ਤਰ੍ਹਾਂ ਦੇ ਐਗਜ਼ਿਟ ਪੋਲ ਇਸ ਵਾਰ ਵੀ ਹੋਣਗੇ। ਮਹਾਰਾਸ਼ਟਰ ਔਰ ਹਰਿਆਣਾ ਦੇ ਵਿੱਚ ਕਲੀਅਰ ਮੈਜੋਰਟੀ ਮਿਲ ਰਹੀ ਹੈ, ਚੰਗੇ ਨੰਬਰ ਮਿਲਣਗੇ, ਪਰ ਹਰਿਆਣਾ ਦੇ ਵਿੱਚ ਬਿਲਕੁਲ ਹੀ ਨਤੀਜੇ ਹੈਰਾਨਜਨਕ ਆਏ ਨੇ। ਹਰਪ੍ਰੀਤ ਜੀ, ਇਹ ਜਿਹੜੇ ਰਿਜ਼ਲਟ ਹੁਣ ਸਾਹਮਣੇ ਆਏ ਨੇ ਉਹਦੇ ਤੋਂ ਇੱਕ ਗੱਲ ਬੜੀ ਸਾਫ਼ ਹੋ ਗਈ ਹੈ, ਬਹੁਤ ਸਪਸ਼ਟ ਹੋ ਗਈ ਹੈ ਵੀ ਖੱਟਰ ਸਰਕਾਰ ਜਿਹੜੀ ਸੀ ਇਹਦੇ ਪ੍ਰਤੀ ਲੋਕਾਂ ਦਾ ਰਵੱਈਆ ਬਹੁਤ ਮਾੜਾ ਸੀ। ਕਿਉਂ ਮਾੜਾ ਸੀ? ਕਿਉਂਕਿ ਹਰਿਆਣੇ 'ਚ ਭਾਰਤੀ ਜਨਤਾ ਪਾਰਟੀ ਦੀ ਬੜੀ ਮਜ਼ਬੂਤ ਸਰਕਾਰ ਸੀ। ਖੱਟੜ ਸਾਹਿਬ ਜਿਹੜੇ ਮੁੱਖ ਮੰਤਰੀ ਬੜੇ ਇਮਾਨਦਾਰ ਮੁੱਖ ਮੰਤਰੀ ਮੰਨੇ ਜਾਂਦੇ ਸੀ, ਔਰ ਜਿਹੜੇ ਮੁੱਖ ਫੈਕਟਰ ਨੇ ਵੀ ਅੱਗੇ ਇਹਨਾਂ ਦੇ ਅੱਗੇ ਲੜਨ ਵਾਲੀਆਂ ਜਿਹੜੀਆਂ ਧਿਰਾਂ ਸੀ, ਇਨੈਲੋ ਚੌਟਾਲਾ ਪਰਿਵਾਰ ਪੂਰੀ ਤਰ੍ਹਾਂ ਦਫਾੜ ਸੀ, ਕੋਈ ਚੁਣੌਤੀ ਨਹੀਂ ਸੀ। ਔਰ ਕਾਂਗਰਸ ਦਾ ਹਾਲ ਤੁਹਾਡੇ ਸਾਹਮਣੇ ਆ, ਜਿਹੜੇ ਉਹਨਾਂ ਦੇ ਅਸ਼ੋਕ ਤੰਵਰ ਸੀ, ਪ੍ਰਧਾਨ ਸੀ ਪਹਿਲੇ, ਉਹ ਅਸਤੀਫਾ ਜਦੋਂ ਉਹਨਾਂ ਨੂੰ ਵਾਪਸ ਲਿਆ ਤੇ ਉਹ ਪਾਰਟੀ ਛੱਡ ਗਏ ਸੀ। ਕਈ ਧਿਰਾਂ ਸੀ ਵਿੱਚ, ਜਦੋਂ ਵਿਰੋਧੀ ਧਿਰ ਪੂਰੀ ਤਰ੍ਹਾਂ ਟੁੱਟੀ ਫੁੱਟੀ ਸੀ ਔਰ ਇਹਦੇ ਬਾਵਜੂਦ ਇਹ ਰਿਜ਼ਲਟ ਆਉਣੇ, ਇਹਦਾ ਮਤਲਬ ਇਹ ਵੀ ਭਾਰਤੀ ਜਨਤਾ ਪਾਰਟੀ ਨੂੰ ਕੋਈ ਲੋੜੋਂ ਵੱਧ ਹੀ ਵਿਸ਼ਵਾਸ ਹੋ ਗਿਆ ਸੀ। ਉਹ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿੰਨੇ ਸਾਲਾਂ ਤੋਂ ਭਾਈਵਾਲ ਪਾਰਟੀ ਇਹਨਾਂ ਦੀ, ਜਦੋਂ ਗੱਠਜੋੜ ਦੀ ਗੱਲ ਆਈ ਔਰ ਖੱਟੜ ਸਾਹਿਬ ਦੇ ਜਿਹੜੇ ਸ਼ਬਦ ਸੀ, ਮਜ਼ਾਕ ਕੀਤਾ ਗਿਆ ਸੀ, ਮਜ਼ਾਕ ਵੀ ਦੇ ਦਾਂਗੇ, ਹਾਂ ਮਜ਼ਾਕੀਆ ਲੋੜ ਪੈ ਗਈਆਂ 2-3 ਸੀਟਾਂ ਦੇ ਦਾਂਗੇ, ਇਹ ਜਿੱਦਾਂ ਨਾ ਮੰਗਤਾ ਮੰਗ ਰਿਹਾ, ਮਤਲਬ ਬਰਾਬਰ ਦੀ ਇੱਕ ਧਿਰ ਸੀ। ਸੋ ਮੈਨੂੰ ਲੱਗਦਾ ਵੀ ਇਹ ਬੀਜੇਪੀ ਜਿਹੜੀ ਹਰਿਆਣੇ ਦੀ ਸੀ, ਇਹਨਾਂ ਨੇ ਲੋਕਾਂ ਨਾਲੋਂ ਨਾਤਾ ਤੋੜ ਲਿਆ ਸੀ। ਇਹ ਆਪਣੇ ਆਪ ਨੂੰ ਮਹਿਸੂਸ ਕਰਦੇ ਸੀ ਵੀ ਜਿਵੇਂ ਪਾਰਲੀਮੈਂਟ 'ਚ ਅਸੀਂ ਜਿੱਤ ਗਏ ਆ ਤੇ ਹੁਣ ਵੀ ਲੋਕਾਂ ਦੀ ਸ਼ਾਇਦ ਲੋਕਾਂ ਨੂੰ ਸਾਡੀ ਲੋੜ ਹੈ, ਸਾਨੂੰ ਲੋਕਾਂ ਦੀ ਲੋੜ ਨਹੀਂ। ਔਰ ਬਹੁਤ ਬੁਰੀ ਹਾਰ ਹੋਈ ਹੈ। ਔਰ ਮਹਾਰਾਸ਼ਟਰ ਦੇ ਨਾਲ ਜੋੜ ਲਈਏ ਤੇ ਫਿਰ ਤੇ ਇਹ ਸੰਕੇਤ ਮਿਲਦੇ ਆ ਵੀ ਭਾਰਤੀ ਜਨਤਾ ਪਾਰਟੀ ਪ੍ਰਤੀ ਲੋਕੀ ਹੁਣ ਜਿਹੜੇ ਨੇ ਉੱਥੇ ਕਿਤੇ ਕਸ਼ਮੀਰ 370 ਇਹੋ ਜਿਹੀਆਂ ਚੀਜ਼ਾਂ ਨਹੀਂ ਵਿਕਦੀਆਂ। ਸ਼ਾਇਦ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਵੀ ਹੁਣ ਰੋਟੀ ਲਈ ਸਾਨੂੰ ਗੱਲ ਕਰਨੀ ਪਏਗੀ, ਬੇਰੁਜ਼ਗਾਰੀ ਲਈ ਗੱਲ ਕਰਨੀ ਪਏਗੀ, ਔਰ ਆਪਣੇ ਨਿੱਤ ਦੇ ਜਿਹੜੇ ਕੰਮ ਨੇ ਉਹਨਾਂ ਲਈ ਗੱਲ ਕਰਕੇ ਹੀ ਵੋਟ ਮਿਲੇਗੀ। ਬਿਲਕੁਲ ਠੀਕ ਹੈ। ਚਲੋ ਹੁਣ ਪੰਜਾਬ ਵੱਲ ਇੱਕ ਵਾਰ ਫੋਕਸ ਕਰਦੇ ਹਾਂ। ਇਸੇ ਹਰਿਆਣਾ ਵੀ ਆਪਣਾ ਚਰਚਾ ਦੇ ਵਿੱਚ ਰੱਖਾਂਗੇ। ਜਿਹੜੀਆਂ 4 ਜ਼ਿਮਨੀ ਚੋਣਾਂ ਹੋਈਆਂ ਨੇ, ਜਿਸ ਦੇ ਵਿੱਚ 3 ਦੇ ਵਿੱਚ ਕਾਂਗਰਸ ਨੂੰ ਜਿੱਤ ਮਿਲੀ ਹੈ ਔਰ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਕਾਂਗਰਸ ਨੂੰ। ਔਰ ਇੱਕ ਸੀਟ ਜਿਹੜੀ ਵਕਾਰ ਦਾ ਸਵਾਲ ਲਗਭਗ ਸਾਰੀਆਂ ਧਿਰਾਂ ਲਈ ਬਣੀ ਹੋਈ ਸੀ, ਭਾਵੇਂ ਉਹ ਵਿਰੋਧੀ ਧਿਰ ਹੋਵੇ ਜਾਂ ਸਿਆਸਤ ਵਾਲੇ ਪੱਖ ਵਾਲੀ ਧਿਰ ਹੋਵੇ, ਔਰ ਸ਼ਾਨਦਾਰ ਜਿੱਤ ਕਹਿੰਦੇ ਨੇ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ। 15,000 ਤੋਂ ਵੱਧ ਵੋਟਾਂ ਨਾਲ ਇੱਥੋਂ ਮਨਪ੍ਰੀਤ ਸਿੰਘ ਅਯਾਲੀ ਜਿੱਤੇ ਨੇ। ਇਸ ਜਿੱਤ ਦੇ ਮਾਇਨੇ ਕੀ ਨੇ, ਇਸ ਤੇ ਵੀ ਚਰਚਾ ਕਰਾਂਗੇ। ਮੋਟੀਆਂ ਗੱਲਾਂ ਜਿਹੜੀਆਂ ਨੇ ਜ਼ਿਮਨੀ ਚੋਣ ਨਤੀਜਿਆਂ ਦੇ ਵਿੱਚ ਪਲੜਾ ਕਿਸ ਦਾ ਭਾਰੀ ਰਿਹਾ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਜੇਕਰ ਅਸੀਂ ਇਹ ਕਹਿੰਦੇ ਹਾਂ ਕਿ 2.5 ਸਾਲਾਂ ਦੇ ਵਿੱਚ ਸਰਕਾਰ ਨੇ ਕੁਝ ਨਹੀਂ ਕੀਤਾ, ਜੇ 3 ਸੀਟਾਂ ਜਿੱਤਦੀ ਹੈ ਤਾਂ ਆਪਣੇ ਆਪ ਦੇ ਵਿੱਚ ਸਵਾਲ ਬੜੇ
ਖੜੇ ਹੁੰਦੇ ਨੇ। ਦਾਖਾ ਸੀਟ ਤੋਂ ਸੱਤਾਧਾਰੀ ਧਿਰ ਤੇ ਮੁੱਖ ਵਿਰੋਧੀ ਧਿਰ ਨੂੰ ਹਰਾ ਕੇ ਰਚਿਆ ਗਿਆ ਇਤਿਹਾਸ। ਪਹਿਲੀ ਵਾਰ ਸੱਤਾ ਧਿਰ ਤੇ ਮੁੱਖ ਵਿਰੋਧੀ ਧਿਰ ਨੂੰ ਸ਼ਰਮਨਾਕ ਹਾਰ ਦੇਖਣੀ ਪਈ ਹੈ ਔਰ ਬਾਈ ਇਲੈਕਸ਼ਨਸ ਦੇ ਵਿੱਚ ਕੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੇ ਨੇ ਇਹ ਜ਼ਿਮਨੀ ਚੋਣ ਨਤੀਜੇ? ਕੀ ਪੰਜਾਬ ਦੇ ਵਿੱਚ ਤੀਜੇ ਬਦਲ ਦੀ ਭੂਮਿਕਾ ਖਤਮ ਹੋਣ ਦੇ ਕੰਢੇ ਤੇ? ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜ਼ਮਾਨਤਾਂ ਜ਼ਬਤ ਹੋਣ ਤੇ ਜ਼ਿੰਮੇਵਾਰੀ ਪਾਰਟੀ ਦੀ ਹੈ ਜਾਂ ਫਿਰ ਪਾਰਟੀ ਪ੍ਰਧਾਨ ਦੀ? ਕੀ ਪੈਸਿਆਂ ਦੀ ਪ੍ਰਭਾਵ ਨਾਲ ਵੀ ਬਦਲੇ ਜਾ ਸਕਦੇ ਨੇ ਚੋਣ ਨਤੀਜੇ? ਪੀਡੀਏ ਦਾ ਸਿਆਸੀ ਭਵਿੱਖ ਕੀ ਰਹਿਣ ਵਾਲਾ ਹੈ ਤੇ ਕੀ ਬਸਪਾ ਨੂੰ ਰਾਸ ਆਏਗੀ ਪੰਜਾਬ ਦੀ ਸਿਆਸੀ ਧਰਾਤਲ? ਯਾਦ ਕਰਾ ਦਈਏ, ਬਸਪਾ ਨੇ ਲੰਘਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਚੰਗਾ ਆਪਣਾ ਦਿਖਾਇਆ ਸੀ ਦਮਖਮ, ਔਰ ਇਹਨਾਂ ਚੋਣਾਂ ਦੇ ਵਿੱਚ ਵੀ ਖਾਸ ਤੌਰ ਤੇ ਇਹ ਜਿਹੜੇ ਦੁਆਬੇ ਦੀਆਂ ਸੀਟਾਂ ਨੇ ਉੱਥੇ ਚੰਗਾ ਦਮਖਮ ਦਿਖਾਇਆ। ਸਾਡੇ ਨਾਲ ਤਮਾਮ ਮਹਿਮਾਨ ਜੁੜ ਚੁੱਕੇ ਨੇ। ਸਾਡੇ ਨਾਲ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਪੰਜਾਬ ਕਾਂਗਰਸ ਦੇ ਬੁਲਾਰੇ ਵੀ ਜੁੜ ਚੁੱਕੇ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਰਿਐਕਸ਼ਨ ਦਲਜੀਤ ਸਿੰਘ ਚੀਮਾ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੁੰਦਾ। ਜੇ ਅਸੀਂ ਹਲੇ ਵੀ ਕਹਿੰਦੇ ਆ ਕਿ ਜੇ 3 ਸੀਟਾਂ ਬਾਈ ਇਲੈਕਸ਼ਨਸ ਦੇ ਵਿੱਚ 3 ਸੀਟਾਂ ਜਿਹੜੀਆਂ ਕਾਂਗਰਸ ਜਿੱਤ ਗਈ ਹੈ, ਹਲੇ ਵੀ ਪੰਜਾਬ ਚਾਹੁੰਦਾ ਫਿਰ ਕੈਪਟਨ ਦੀ ਸਰਕਾਰ? ਨਹੀਂ, ਦੇਖੋ ਗੱਲ ਇਹ ਹੈ ਕਿ ਪਹਿਲੀ ਤਾਂ ਤੁਸੀਂ ਬਾਈ ਇਲੈਕਸ਼ਨ ਦਾ ਪੁਰਾਣਾ ਜੇ ਇਤਿਹਾਸ ਦੇਖੋਗੇ ਤੇ ਮੇਰਾ ਖਿਆਲ ਹੈ ਕਿ 20 ਸਾਲਾਂ ਬਾਅਦ ਹੈ, ਲੱਗਦਾ 21 ਸਾਲ ਹੀ ਹੋ ਗਏ ਹੋਣੇ ਆ ਆਦਮਪੁਰ ਤੋਂ ਬਾਅਦ, ਕਿ ਪਹਿਲੀ ਵਾਰੀ ਹੈ ਕਿ ਕੋਈ ਸਰਕਾਰ ਜਿਹੜੀ ਹੈ ਇੰਨੇ ਵੱਡੇ ਮਾਰਜਨ ਦੇ ਉੱਤੇ ਕੋਈ ਬਾਈ ਇਲੈਕਸ਼ਨ ਹਾਰੀ ਹੈ। ਉਦੋਂ ਆਦਮਪੁਰ ਤੇ ਵੀ ਜਦੋਂ ਹਾਰੀ ਸੀ ਸਰਕਾਰ 6 ਵੋਟਾਂ ਤੇ ਹਾਰੀ ਸੀ ਤੇ ਹੁਣ 16000 ਦੇ ਮਾਰਜਨ ਦੇ ਨਾਲ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਆਪਣਾ ਨੇੜਲਾ ਸਾਥੀ ਜਿੱਤੇ 2 ਵਾਰੀ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਉੱਥੇ ਰੋਡ ਸ਼ੋਅ ਵੀ ਕਰਨਾ ਪਿਆ, ਉਹ ਹਾਰਿਆ। ਔਰ ਸਾਰੀ ਜਿਹੜੀ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਕਰਨ ਤੋਂ ਬਾਅਦ ਏਡੀ ਵੱਡੀ ਲੀਡ ਹੋਣਾ, ਇਹਨੂੰ ਤੁਸੀਂ ਲੀਡ ਨੂੰ 16000 15000 ਨਾ ਸਮਝੋ। ਜੇ ਤੁਸੀਂ ਜਿਹੜਾ ਦੂਜਾ ਪ੍ਰੈਸ਼ਰ ਲੋਕਾਂ ਦੇ ਉੱਤੇ ਪਿਆ ਜੀ, ਹਰ ਮਹਿਕਮਾ ਜਿਹੜਾ ਸੀ ਉੱਤੇ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਉੱਤੇ ਲੱਗਿਆ ਸੀ, ਜੇ ਤੁਸੀਂ ਉਹ ਵਿੱਚੋਂ ਮਾਈਨਸ ਕਰ ਦਿਓਗੇ ਤੇ ਇਹ ਲੀਡ ਬਹੁਤ ਵੱਡੀ ਹੈ, ਲੋਕਾਂ ਨੇ ਰਜਿਸਟ ਕੀਤਾ। ਦੂਜੀ ਗੱਲ, ਮਕੇਰੀਆਂ ਦੇ ਵਿੱਚ ਜਿਸ ਤਰੀਕੇ ਦਾ ਨੈਕ ਟੂ ਨੈਕ ਮੁਕਾਬਲਾ ਹੋਇਆ, ਉਹ ਵੀ ਤੁਸੀਂ ਦੇਖੋ ਕਿ ਬਹੁਤ ਥੋੜੇ ਮਾਰਜਨ ਦੇ ਉੱਤੇ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦਾ ਸਾਡਾ ਕੈਂਡੀਡੇਟ ਉੱਥੋਂ ਹਾਰਿਆ, ਉਹਦੀ ਵੀ ਲੜਾਈ ਬਹੁਤ ਅੱਛੀ ਰਹੀ। ਇਸ ਕਰਕੇ ਜਲਾਲਾਬਾਦ ਦੇ ਵਿੱਚ ਜਿਹੜੀ ਹੈ ਅਸੀਂ ਉਮੀਦ ਕਰਦੇ ਸੀ ਕਿ ਸਾਡਾ ਕੈਂਡੀਡੇਟ ਉੱਥੋਂ ਜਿੱਤੇਗਾ, ਲੇਕਿਨ ਮੈਂ ਸਮਝਦਾ ਕਿ ਉੱਥੇ ਜਿਹੜਾ ਮਨੀ ਪਾਵਰ 2 ਕੈਂਡੀਡੇਟਾਂ ਦੀ ਸਾਰੀ ਦੁਨੀਆ ਨੂੰ ਇੱਕ ਗੱਲ ਕਲੀਅਰ ਹੈ, ਇਲੈਕਸ਼ਨ ਵਾਲੇ ਦਿਨ ਵੀ ਪੈਸੇ ਫੜੇ ਜਾਂਦੇ ਰਹੇ, ਹਰ ਥਾਂ ਦੇ ਉੱਤੇ ਕਿੰਨਾ ਵੱਡਾ ਪ੍ਰਭਾਵ ਸੀ। ਪਰ ਚੀਮਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਜਿਵੇਂ ਹਰਿਆਣਾ 'ਚ ਬੀਜੇਪੀ ਓਵਰ ਕੌਨਫੀਡੈਂਟ ਸੀ, ਇੱਥੇ ਤੁਸੀਂ ਵੀ ਓਵਰ ਕੌਨਫੀਡੈਂਟ ਸੀ? ਜਲਾਲਾਬਾਦ ਦੇ ਵਿੱਚ ਐਦਾਂ ਲੱਗਿਆ ਕਿ ਜ਼ਿਆਦਾ ਜ਼ੋਰ ਲਗਾਇਆ ਹੀ ਨਹੀਂ ਤੁਸੀਂ, ਤੁਹਾਡਾ ਧਿਆਨ ਹੀ ਸਿਰਫ ਫੋਕਸ ਦਾਖਾਂ ਦੇ ਵਿੱਚ ਰਿਹਾ? ਨਹੀਂ, ਅਸੀਂ ਤੇ ਬੜੇ ਸਿਸਟਮੈਟਿਕਲੀ ਜਿਹੜੀ ਹੈ ਉੱਥੇ ਵੀ ਇਲੈਕਸ਼ਨ ਪੂਰੀ ਮਿਹਨਤ ਨਾਲ ਲੜੀ ਹੈ, ਲੇਕਿਨ ਜਿਹੜੀ ਕੈਂਡੀਡੇਟ ਦੀ ਸਾਡੀ ਸਿਲੈਕਸ਼ਨ ਸੀ ਉਹ ਇਮਾਨਦਾਰੀ ਦੇ ਪੱਖੋਂ, ਕਮਿਟਮੈਂਟ ਦੇ ਪੱਖੋਂ, ਉਹਦੀ ਸੇਵਾ ਦੇ ਪੱਖੋਂ ਤਾਂ ਮੈਂ ਕਹਿ ਸਕਦਾ ਕਿ ਬੈਸਟ ਕੈਂਡੀਡੇਟ ਆ, ਇਹੋ ਜਿਹਾ ਕੈਂਡੀਡੇਟ ਹੀ ਫੀਲਡ ਕਰਨਾ ਚਾਹੀਦਾ। ਲੇਕਿਨ ਜਿਹੜੀ ਉੱਥੇ ਮਨੀ ਪਾਵਰ ਦੂਸਰੇ ਦੀ ਐਡੀ ਹਾਵੀ ਸੀ, ਉਹਦਾ ਮੁਕਾਬਲਾ ਸ਼ਾਇਦ ਇੰਨਾ ਸ਼ਰੀਫ ਤੇ ਇੱਕ ਸਧਾਰਨ ਕਿਰਤੀ ਇਨਸਾਨ ਜਿਹੜਾ ਉਹ ਨਹੀਂ ਕਰ ਸਕਿਆ। ਔਰ ਇਲਾਕਾ ਬੈਕਵਰਡ ਹੈ, ਉੱਥੇ ਦੂਜੀ ਧੱਕੇਸ਼ਾਹੀ ਵੀ ਹੋਈ। ਔਰ ਇੱਕ ਨਵਾਂ ਬਾਦਲ ਨਾਲ ਵੀ ਜੁੜਿਆ ਹੋਇਆ ਨਾ, ਇੱਕ ਨਵਾਂ ਫੈਕਟਰ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਤੁਸੀਂ ਕਹਿੰਦੇ ਜਲਾਲਾਬਾਦ ਦੇ ਵਿੱਚ ਅਸੀਂ ਵਿਕਾਸ ਦੀਆਂ ਹਨੇਰੀਆਂ ਲਿਆਤੀਆਂ, ਜੇ ਜਲਾਲਾਬਾਦ ਦੇ ਵਿੱਚ ਵਿਕਾਸ ਦੀਆਂ ਹਨੇਰੀਆਂ ਲਿਆਤੀਆਂ ਤਾਂ ਫਿਰ ਹਨੇਰੀਆਂ ਪੁੱਠੀਆਂ ਕੋਈ ਵਗ ਗਈਆਂ? ਨਹੀਂ, ਮੈਂ ਇਹੀ ਗੱਲ ਮੂੰਹ ਕੱਢਣ ਲੱਗਿਆ ਸੀ, ਤੁਸੀਂ ਕੱਢ ਦਿੱਤੀ, ਚੰਗਾ ਹੋ ਗਿਆ। ਕਿ ਜਦੋਂ ਫੀਲਡ ਦੇ ਵਿੱਚ ਤੁਸੀਂ ਕਿਸੇ ਵੀ ਬਾਈ ਇਲੈਕਸ਼ਨ ਨੂੰ ਤੁਸੀਂ ਹੁਣ ਬਰੀਕੀ ਨਾਲ ਉਹਨੂੰ ਦੇਖੋਗੇ ਕਿ ਕਾਰਨ ਕੀ ਬਣਦੇ ਆ, ਲੋਕਾਂ ਤੇ ਪ੍ਰੈਸ਼ਰ ਕਿੱਦਾਂ ਪੈਂਦਾ, ਤੇ ਇਹ ਜਿਹੜਾ ਪਿਛਲੀ ਸਰਕਾਰ ਦੀ ਜਿਹੜੀ ਡਿਵੈਲਪਮੈਂਟ ਹੈ, ਜਿੰਨੀ ਕਿਸੇ ਇਲਾਕੇ 'ਚ ਵੱਧ ਹੋਈ ਹੈ ਉਨਾ ਹੀ ਸਰਪੰਚਾਂ ਨੂੰ ਬਲੈਕਮੇਲ ਕਰਨ ਦਾ ਰੂਲਿੰਗ ਪਾਰਟੀ ਨੂੰ ਧੰਦਾ ਬਣ ਗਿਆ। ਇੱਕ ਨਵੀਂ ਤਰ੍ਹਾਂ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਮਾਲ ਪ੍ਰੈਕਟਿਸ ਸ਼ੁਰੂ ਹੋਈ ਹੈ ਕਿ ਜਿਸ ਸਰਪੰਚ ਦੇ ਪਿੰਡ ਦੇ ਵਿੱਚ ਕਰੋੜ ਰੁਪਈਆ ਲੱਗਿਆ, ਉਹੀ ਉਹਦੇ ਵਾਸਤੇ ਖਤਰਾ ਬਣ ਗਿਆ, ਭਾਵੇਂ ਉਹਨੇ ਇਮਾਨਦਾਰੀ ਨਾਲ ਲਾਇਆ, ਜਿਵੇਂ ਮਰਜ਼ੀ ਲਾਇਆ, ਪਰ ਜਿਹੜੀ ਉਹਦੇ ਵਿਰੋਧੀ ਹੈ ਉਹ ਸਰਕਾਰ ਨੂੰ ਜਾ ਕੇ ਆਪਣੇ ਝੇਟੇ ਜਿਹੜੇ ਬੰਦੇ ਆ ਉਹਦੇ ਜਾ ਕੇ ਉਹਨੂੰ ਇਹੀ ਕਹਿੰਦੇ ਆ ਕਿ ਇਹਦਾ ਜੀ ਸਮਾਨ ਚੁੱਕ ਲਓ, ਇਹ ਸਰਪੰਚ ਆਪਣੇ ਆਪ ਹੀ ਤੁਹਾਡੇ ਪਿੱਛੇ ਭੱਜਿਆ ਫਿਰ। ਤੇ ਇਹ ਗੱਲ ਉੱਥੇ ਪਹਿਲੀ ਧਮਕੀ ਕਿਉਂ ਨਹੀਂ ਚੱਲੀ? ਪਹਿਲੀ ਧਮਕੀ ਇੱਥੇ ਵੀ ਚੱਲੀ। ਮੈਂ ਕਹਿੰਦਾ 15 ਦੀ ਬਜਾਏ 30,000 ਲੀਡ ਹੁੰਦੀ, ਲੇਕਿਨ ਇਹ NRI ਇਲਾਕਾ, ਐਜੂਕੇਟਡ ਇਲਾਕਾ, ਅਵੇਅਰ ਲੋਕੀ ਆ, ਉਹ ਵਿਚਾਰੇ ਜਿਹੜੇ ਜ਼ਿਆਦਾ ਪਛੜਿਆ ਇਲਾਕਾ, ਉੱਥੇ ਜਿਹੜਾ ਸਰਪੰਚ ਵਿਚਾਰੇ ਉਹਨਾਂ ਛੇਤੀ ਡਰ ਜਾਂਦੇ ਆ, ਇੱਥੇ ਥੋੜੇ ਜਿਹਾ ਲੋਕੀ ਰਜਿਸਟ ਕਰਦੇ ਆ, ਇੱਥੇ ਵੀ ਚੱਲਣ ਦੀ ਇੱਕ ਸਵਾਲ ਫਿਰ ਮੈਂ ਅੱਗੇ ਵਧਾਂ। ਦਾਖਾਂ ਦੀ ਜਿੱਤ ਨੂੰ ਵੱਡਾ ਮੰਨਦੇ ਹੋ ਕਿ ਜਲਾਲਾਬਾਦ ਦੀ ਹਾਰ ਨੂੰ ਝਟਕਾ ਮੰਨਦੇ ਹੋ? ਚੀਮਾ ਸਾਹਿਬ, ਹਾਂਜੀ, ਦਾਖਾਂ ਦੀ ਜਿੱਤ ਨੂੰ ਵੱਡਾ ਮੰਨਦੇ ਹੋ ਕਿ ਜਲਾਲਾਬਾਦ ਦੀ ਹਾਰ ਨੂੰ ਵੱਡਾ ਮੰਨਦੇ ਹੋ? ਨਹੀਂ, ਦੇਖੋ ਗੱਲ ਇਹ ਹੈ ਕਿ ਜੋ ਲੋਕਾਂ ਦਾ ਫੈਸਲਾ ਹੈ, ਪਹਿਲਾਂ ਤਾਂ ਅਸੀਂ ਉਹਨੂੰ ਸਿਰੇ ਮੱਥੇ ਸਵੀਕਾਰ ਕਰਦੇ ਹਾਂ, ਪਰ ਇਹ ਜਿੱਤ ਜਿਹੜੀ ਹੈ ਬਹੁਤ ਵੱਡੀ ਹੈ। ਔਰ ਮੁੱਖ ਮੰਤਰੀ ਦਾ ਸਾਰਾ ਜਿਹੜਾ ਜ਼ੋਰ ਹੈ ਉਸ ਸੀਟ ਦੇ ਉੱਤੇ ਲੱਗਿਆ ਸੀ, ਕਿਉਂਕਿ ਉਹਨਾਂ ਦਾ ਆਪਣਾ ਐਡਵਾਈਜ਼ਰ ਉੱਥੇ ਖੜਾ ਸੀ। ਇਸ ਕਰਕੇ ਤੁਸੀਂ ਦੇਖੋਗੇ ਕਿਸ ਹੱਦ ਤੱਕ ਸਾਨੂੰ ਜਾਣਾ ਪਿਆ ਇਲੈਕਸ਼ਨ ਕਮਿਸ਼ਨ ਦੇ ਕੋਲੋਂ
SHO ਬਦਲਾਉਣੇ ਪਏ, SSP ਨੂੰ ਲਾਸਟ ਮਿੰਟ ਦੇ ਉੱਤੇ ਕੰਟਰੋਲ ਤੋਂ ਬਾਹਰ ਕਰਵਾ ਕੇ ਉੱਥੇ DIG ਲਾਉਣਾ ਪਿਆ। ਜੀ। ਕਿੱਡਾ ਵੱਡਾ ਜਿਹੜਾ ਸੀਗੀ ਇਹ ਸਾਡੇ ਵਾਸਤੇ ਔਖਾ ਕੰਮ ਸੀ, ਲੋਕਾਂ ਵਾਸਤੇ ਕਿੱਡਾ ਵੱਡਾ ਔਖਾ ਕੰਮ ਸੀ, ਉਹਦੇ ਵਿੱਚੋਂ ਇੰਨੀ ਸ਼ਾਨ ਨਾਲ ਜਿੱਤਣਾ ਬਹੁਤ ਵੱਡੀ ਜਿੱਤ ਹੈ। ਠੀਕ ਹੈ, ਇੱਕ ਵਾਰ ਗਰਾਊਂਡ ਤੇ ਚੱਲਦੇ ਹਾਂ, ਉੱਥੋਂ ਦੇ ਹਾਲਾਤ ਪੁੱਛ ਲਈਏ ਵੀ ਕਿੱਦਾਂ ਦੇ ਪੂਰੇ ਰਹੇ ਅੱਜ ਸਾਰਾ ਦਿਨ, ਔਰ ਖਾਸ ਤੌਰ ਤੇ ਵੋਟਾਂ ਵਾਲੇ ਦਿਨ ਵੀ ਸਾਡੇ ਨਾਲ ਸਾਡੇ ਦੋਵੇਂ ਰਿਪੋਰਟਰ ਨਵੀਨ ਸ਼ਰਮਾ ਜੁੜੇ ਹੋਏ ਨੇ ਦਾਖਾ ਤੋਂ, ਔਰ ਬਠਿੰਡਾ ਤੋਂ ਰਕੇਸ਼ ਜੁੜੇ ਹੋਏ ਨੇ ਜਲਾਲਾਬਾਦ, ਉਹਨਾਂ ਨੇ ਕਵਰ ਕੀਤਾ। ਨਵੀਨ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਆਉਣਾ ਚਾਹਾਂਗਾ ਕਿਉਂਕਿ ਸਾਰਾ ਦਮਖਮ ਦਾਖਾਂ ਦੇ ਵਿੱਚ ਲੱਗਿਆ ਹੋਇਆ ਸੀ, ਭਾਵੇਂ ਉਹ ਸੱਤਾ ਧਿਰ ਹੋਵੇ ਜਾਂ ਵਿਰੋਧੀ ਧਿਰ ਹੋਵੇ, ਬੜੀ ਟੱਕਰ ਰਹੀ ਹੈ, ਪਰ ਨਤੀਜੇ ਬੜੇ ਹੈਰਾਨ ਵਾਲੇ ਨੇ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜੀ ਵੀ ਧਿਰ ਜਿੱਤੇਗੀ ਮਾਰਜਨ ਬੜਾ ਘੱਟ ਰਹਿਣ ਵਾਲਾ ਹੈ, 4-5 ਹਜ਼ਾਰ ਦੇ ਨੇੜੇ ਤੇੜੇ ਰਹੇਗਾ, ਪਰ ਮਾਰਜਨ ਇੱਥੇ ਬਹੁਤ ਵੱਡਾ ਰਿਹਾ, 15-16 ਹਜ਼ਾਰ ਦਾ ਮਾਰਜਨ ਘੱਟ ਨਹੀਂ ਹੁੰਦਾ। ਬਿਲਕੁਲ 15-16 ਹਜ਼ਾਰ ਦਾ ਮਾਰਜਨ ਘੱਟ ਨਹੀਂ ਹੁੰਦਾ। ਔਰ ਹਰਪ੍ਰੀਤ ਜੀ, ਇਸ ਦੇ ਪਿੱਛੇ ਕਾਰਨ ਇਹੀ ਹੈ ਕਿ ਸਰਕਾਰ ਦੇ ਉੱਤੇ ਪੂਰੀ ਤਰ੍ਹਾਂ ਅਕਾਲੀ ਦਲ ਨੇ ਪ੍ਰੈਸ਼ਰ ਬਣਾਏ ਰੱਖਿਆ ਕਿਉਂਕਿ ਲਗਾਤਾਰ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਸੀ ਦਾਖਾ ਦੇ ਵਿੱਚ, ਔਰ ਜਿਸ ਤਰ੍ਹਾਂ ਦੇ ਨਾਲ MP ਰਵਨੀਤ ਸਿੰਘ ਬਿੱਟੂ ਸੀ, ਚਾਹੇ ਉਹ ਜੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਜਿਹੜੇ ਬੇਟੇ ਸੀ, ਜਾਂ ਉਹ ਇੱਕ ਕਈ ਜਿਹੜੇ ਹੋਰ ਵੀ ਕਾਂਗਰਸੀ ਵੱਡੇ ਲੀਡਰ ਸੀ, ਉਹ ਸਾਰੇ ਜਿਹੜੇ ਉਹ ਇੱਥੇ ਹੀ ਲੁਧਿਆਣਾ ਦੇ ਹਲਕਾ ਦਾਖਾ ਦੇ ਵਿੱਚ ਰਹੇ, ਔਰ ਕਈ ਤਰ੍ਹਾਂ ਦੀਆਂ ਫੇਸਬੁੱਕ ਦੇ ਉੱਤੇ ਵੀਡੀਓ ਵਾਇਰਲ ਹੋਈਆਂ, ਔਰ ਸਰਕਾਰ ਨੇ ਲਗਾਤਾਰ ਦਬਾਅ ਜ਼ਰੂਰ ਬਣਾਏ ਰੱਖਿਆ। ਕਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ, ਕਦੀ ਪੁਲਿਸ ਦੇ ਉੱਤੇ ਸਵਾਲ ਚੱਕੇ ਗਏ ਸ਼੍ਰੋਮਣੀ ਅਕਾਲੀ ਦਲ ਵੱਲੋਂ, ਔਰ ਇੱਕ ਇੰਸਪੈਕਟਰ ਦੀ ਇਸ ਦੇ ਵਿੱਚ ਟ੍ਰਾਂਸਫਰ ਵੀ ਹੋਈ। ਉਸ ਤੋਂ ਬਾਅਦ SSP ਦੇ ਖਿਲਾਫ ਦਾਖਾ ਹਲਕੇ ਦੇ ਥਾਣੇ ਦੇ ਬਾਹਰ ਧਰਨਾ ਵੀ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ। ਸੋ ਇਹ ਸਾਰਾ ਜਿਹੜਾ ਪ੍ਰੈਸ਼ਰ ਬਣਾਇਆ ਗਿਆ ਸਭ ਤੋਂ ਜ਼ਿਆਦਾ ਦਾਖਾ ਹਲਕੇ ਦੇ ਵਿੱਚ, ਇਹ ਉਸ ਦੇ ਕਾਰਨ ਵੀ ਇਸ ਨੂੰ ਆਪਾਂ ਜਿੱਤ ਵੱਲ ਸੋਚੀਏ ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਚੋਣ ਕਮਿਸ਼ਨ ਨੇ ਕਈ ਵਾਰੀ ਨੋਟਿਸ ਵੀ ਕੱਢੇ। ਸੋ ਅੱਜ ਜਿਹੜੀ ਜਿੱਤ ਹੋਈ ਹੈ ਦਾਖਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਤੁਸੀਂ ਹੁਣੇ ਥੋੜੀ ਦੇਰ ਪਹਿਲੇ ਗੱਲ ਕਰ ਰਹੇ ਸੀ ਡਾਕਟਰ ਦਲਜੀਤ ਸਿੰਘ ਚੀਮਾ ਜੀ ਨਾਲ ਕਿ ਜਲਾਲਾਬਾਦ ਦੇ ਵਿੱਚ ਜ਼ਿਆਦਾ ਜ਼ੋਰ ਲਾਇਆ ਗਿਆ ਕਿ ਲੁਧਿਆਣਾ ਦੇ ਵਿੱਚ, ਮੇਰੇ ਖਿਆਲ ਨਾਲ ਸ਼੍ਰੋਮਣੀ ਅਕਾਲੀ ਦਲ ਜ਼ਿਆਦਾ ਜਿਹੜਾ ਸਭ ਤੋਂ ਜ਼ਿਆਦਾ ਜ਼ੋਰ ਲੁਧਿਆਣੇ ਵਿੱਚ ਲੱਗਿਆ ਹੈ, ਕਿਉਂਕਿ ਇਹ ਤਸਵੀਰਾਂ ਵੀ ਆਪਣੇ ਆਪ ਦੇ ਵਿੱਚ ਵੱਖਰੀਆਂ ਸੀ, ਜਿਹੜੀਆਂ ਤਸਵੀਰਾਂ ਦਿਖਦੀਆਂ ਸੀ, ਕਿਉਂਕਿ ਇਸੇ ਕਾਰਨ ਜਿਹੜੀ ਜਾਲੀ ਵੋਟ ਹੋਈ ਹੈ ਉਸ ਦੇ ਉੱਤੇ ਵੀ ਕੰਟਰੋਲ ਹੋਇਆ, ਕਿਉਂਕਿ ਕਈ ਜਿਹੜੇ ਬਾਹਰੋਂ ਲੋਕ ਅਸੀਂ ਕਾਂਗਰਸੀ ਜਿਹੜੇ ਦੇਖੇ ਨੇ, ਕਿਉਂਕਿ ਤਸਵੀਰਾਂ ਦੇ ਵਿੱਚ ਵੀ ਜਦੋਂ VOTING ਹੋਈ ਉਦੋਂ ਉਹ ਭੱਜਦੇ ਨਜ਼ਰ ਆਏ ਕੈਮਰੇ ਦੇ ਸਾਹਮਣੇ, ਕਈ ਬਾਹਰੋਂ ਕੌਂਸਲਰ ਸੀ ਲੁਧਿਆਣਾ ਸ਼ਹਿਰ ਤੋਂ ਆਏ ਹੋਏ ਸੀ, ਕਿਉਂਕਿ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਹੇ ਸੀ, ਕਿਉਂਕਿ ਬੂਥਾਂ ਦੇ ਉੱਤੇ ਲਗਾਤਾਰ ਮੀਡੀਆ ਦਾ ਜਮਾਵੜਾ ਵੀ ਸੀ। ਇਸੇ ਕਰਕੇ ਮੇਰੇ ਖਿਆਲ ਨਾਲ ਜਿਹੜੀ ਜਾਲੀ ਵੋਟ ਹੋਈ ਹੈ ਉਸ ਦੇ ਉੱਤੇ ਕੰਟਰੋਲ ਹੋਇਆ, ਜਾਲੀ ਵੋਟ ਨਹੀਂ ਪਈ, ਔਰ ਇਸੇ ਕਰਕੇ ਇਹ ਸੀਟ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਆਈ ਹੈ, ਕਿਉਂਕਿ ਮਨਪ੍ਰੀਤ ਸਿੰਘ ਅਯਾਲੀ ਦਾ ਜਿਹੜਾ ਵਿਕਾਸ 2012 ਜਦੋਂ MLA ਰਹੇ ਉਦੋਂ ਵਿਕਾਸ ਵੀ ਦਾਖਾ ਹਲਕੇ ਦੇ ਵਿੱਚ ਹਰਪ੍ਰੀਤ ਜੀ ਬੋਲਦਾ। ਔਰ ਦੂਸਰੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਬੜਾ ਬੁਰਾ ਹਾਲ ਹੋਇਆ ਦਾਖਾ ਹਲਕੇ ਦੇ ਵਿੱਚ, ਕਿਉਂਕਿ HS ਫੁਲਕਾ ਜਿਸ ਮਾਰਜਨ ਨਾਲ ਜਿੱਤੇ ਸੀ ਤੇ ਹੁਣ ਆਮ ਆਦਮੀ ਪਾਰਟੀ ਨੂੰ ਸਿਰਫ 2804 ਵੋਟਾਂ ਪਈਆਂ ਨੇ, ਔਰ ਬੈਂਸ ਭਾਈਆਂ ਦੇ ਜਿਹੜਾ ਉਮੀਦਵਾਰ ਸੀ ਲੋਕ ਇਨਸਾਫ ਪਾਰਟੀ ਉਸ ਨੂੰ ਸਿਰਫ 8441 ਵੋਟਾਂ ਪਈਆਂ ਨੇ। ਸੋ ਜਿਹੜਾ ਦਾਖਾ ਹਲਕੇ ਦੇ ਲੋਕਾਂ ਨੇ ਇਹ ਦੋ ਜਿਹੜੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੂੰ ਨਕਾਰਿਆ, ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਝੋਲੀ ਵਿੱਚ ਸੀਟ ਪਾਈ ਹੈ। ਔਰ ਜਿਹੜਾ ਬੇਅਦਬੀ ਦਾ ਮਾਮਲਾ, ਕਿਉਂਕਿ ਇੱਕ ਨੌਜਵਾਨ ਦੀ ਕੇਸਾਂ ਦੀ ਬੇਅਦਬੀ ਹੋਈ, ਉਸ ਦਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ, ਕਿਉਂਕਿ ਉਸ ਦਾ ਜਿਹੜਾ ਇਲਜ਼ਾਮ ਹੈ ਕੈਬਨਿਟ ਮੰਤਰੀ ਤੇ ਲੱਗਿਆ, ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ। ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੈ, ਜੇ ਤੁਹਾਡੇ ਨਾਲ ਕੁਝ ਖੜੇ ਮਹਿਮਾਨ ਨੇ ਕੁਝ ਕਹਿਣਾ ਚਾਹੁੰਦੇ ਨੇ ਤਾਂ ਫਟਾਫਟ ਉਹਨਾਂ ਤੋਂ ਲਓ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਬਿਲਕੁਲ ਥੋੜੇ ਸ਼ਬਦਾਂ ਦੇ ਵਿੱਚ ਕਿਵੇਂ ਦੇਖਦੇ ਹੋ ਦਾਖਾ ਹਲਕੇ ਦੀ ਜਿਹੜੀ ਜਿੱਤ ਹੋਈ ਹੈ? ਇਹ ਜਿੱਤ ਇਤਿਹਾਸਕ ਜਿੱਤ ਹੈ। ਸਾਰੀ ਸਰਕਾਰ ਦਾ ਜ਼ੋਰ ਪੂਰਾ ਲੱਗਾ ਸੀ ਕਿਸੇ ਤਰੀਕੇ ਨਾਲ। ਇਹ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਦਾ ਸਵਾਲ ਸੀ ਸਰਕਾਰ ਦੀ ਕਿ ਸੀਟ ਜਿੱਤਣੀ ਹੈ, ਭਾਵੇਂ ਗੁੰਡਾਗਰਦੀ ਕਰੋ ਇੱਥੇ, ਭਾਵੇਂ ਬੂਥ ਕੈਪਚਰਿੰਗ ਕਰੋ, ਲੋਕਾਂ ਨੂੰ ਡਰਾਓ। ਸਾਰੇ ਪੰਜਾਬ ਦੇ ਜਿਹੜੇ ਮੰਤਰੀ ਸਨ ਪੰਜਾਬ ਸਰਕਾਰ ਦੇ ਸਾਰੇ ਇੱਥੇ ਇਕੱਠੇ ਹੋਏ ਸਨ, ਜਿੰਨੀ ਪੁਲਿਸ ਫੋਰਸ ਸਾਰਾ ਇੱਥੇ ਲਗਾਈ ਗਈ ਸੀ, ਬਹੁਤ ਗੁੰਡਾਗਰਦੀ ਕੀਤੀ ਗਈ। ਲੇਕਿਨ ਜਿਹੜੇ ਦਾਖਾ ਹਲਕੇ ਦੇ ਨਿਵਾਸੀ ਨੇ ਲੋਕ ਨੇ, ਉਹਦੇ ਧੜਕ ਲੋਕ ਨੇ, ਉਹਨਾਂ ਨੇ ਠੋਕ ਕੇ ਜਵਾਬ ਦਿੱਤਾ ਸਰਕਾਰ ਦੇ। ਜਿਹੜਾ 2.5 ਸਾਲ ਦਾ ਕਾਰਜਕਾਲ ਸੀ, 2.5 ਸਾਲ ਦੇ ਵਿੱਚ ਕਿਸੇ ਨੂੰ ਕੋਈ ਵੀ ਇੱਥੇ ਕੰਮ ਨਹੀਂ ਹੋਇਆ ਇਲਾਕੇ ਵਿੱਚ। ਥੋੜੇ ਸ਼ਬਦਾਂ ਦੇ ਵਿੱਚ ਅਕਾਲੀ ਦਲ ਦੇ ਇਸਤਰੀ ਵਿੰਗ ਤੋਂ ਵੀ ਬੀਬੀਆਂ ਨੇ, ਕਿਵੇਂ ਦੇਖਦੇ ਹੋ? ਬਹੁਤ ਵਧੀਆ ਲੱਗ ਰਿਹਾ ਵੀਰ ਜੀ। ਇਹ ਤਾਂ ਸਾਨੂੰ ਪਤਾ ਹੀ ਸੀਗਾ ਕਿ ਇਹ ਜਿਹੜੇ ਵਿਰੋਧੀ ਹੈ ਇਹਨਾਂ ਨੂੰ ਐਦਾਂ ਹੀ ਭਜਾਇਆ ਜਾਣਾ ਹੈ, ਕਿਉਂਕਿ ਇਹਨਾਂ ਨੇ ਬਹੁਤ ਹੀ ਪਹਿਲਾਂ ਗਪੋੜ ਮਾਰ ਕੇ ਜੋ ਸਾਡੀ ਸਰਕਾਰ ਨੂੰ ਬਦਨਾਮ ਕੀਤਾ ਸੀ, ਉਹ ਲੋਕਾਂ ਦੇ ਸਾਹਮਣੇ ਇੱਕ ਸੀਨ ਆਇਆ ਹੈ, ਉਹਨਾਂ ਨੂੰ ਸੱਚਾਈ ਦਾ ਪਤਾ ਚੱਲਿਆ ਹੈ ਤੇ ਅੱਜ ਸੱਚਾਈ ਦੀ ਜਿੱਤ ਹੋਈ ਹੈ।
ਸੱਚਾਈ ਦੀ ਜਿੱਤ ਹੋਈ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਅੱਜ ਮਨਪ੍ਰੀਤ ਆਲੀ ਸਾਹਿਬ ਸਾਡੇ ਜਿਹੜੇ ਇੱਕ ਬਹੁਤ ਵੱਡੀ ਲੀਡ ਨਾਲ ਜਿੱਤੇ ਹਨ। ਮਨਪ੍ਰੀਤ ਆਲੀ ਜਿੰਦਾਬਾਦ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਤੁਹਾਡੇ ਕੋਲ ਵਾਪਸ ਆਵਾਂਗਾ, ਹਾਲੇ ਮੇਰੇ ਕੋਲ ਹੋਰ ਵੀ ਮਹਿਮਾਨ ਨੇ, ਮੈਂ ਫਟਾਫਟ ਇੱਕ ਰਿਐਕਸ਼ਨ ਲੈਣਾ, ਇੱਕ ਛੋਟੇ ਜਿਹੇ ਬ੍ਰੇਕ ਤੇ ਜਾਣਾ। ਸੁਖਦੇਵ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਬੁਲਾਰੇ ਨੇ ਪੰਜਾਬ ਕਾਂਗਰਸ ਦੇ। ਸੁਖਦੇਵ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, 3 ਸੀਟਾਂ ਤੁਸੀਂ ਜਿੱਤ ਗਏ ਹੋ। ਦਾਖਾਂ ਦੀ ਸੀਟ ਤੋਂ ਤੁਹਾਨੂੰ ਹਾਰ ਦੇਖਣੀ ਪਈ ਹੈ। ਤੁਹਾਨੂੰ ਨਹੀਂ ਲੱਗਦਾ ਕਿ 3 ਸੀਟਾਂ ਦੀ ਵਧਾਈ ਤਾਂ ਹੈਗੀ ਹੈ, ਤੁਹਾਨੂੰ ਲੱਡੂਆਂ ਤੇ ਲੂਣ ਤੁੜਕਣ ਦਾ ਕੰਮ ਕੀਤਾ ਹੈ ਦਾਖਾਂ ਦੀ ਸੀਟ ਨੇ? ਪਹਿਲਾਂ ਤਾਂ ਹਰਪ੍ਰੀਤ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਜਿਹੜੀ ਜਿੱਤ ਦੀ ਵਧਾਈ ਦਿੱਤੀ ਹੈ ਜੀ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਦੇਖੋ ਗੱਲ ਇਹ ਹੈ ਵੀ 4 ਸੀਟਾਂ ਦੇ ਵਿੱਚੋਂ 3 ਜਿੱਤਣਾ, ਉਹਦੇ ਵਿੱਚੋਂ ਆਪਾਂ ਨੂਣ ਭੁੱਕਣ ਵਾਲੀ ਗੱਲ ਮੰਨੀਏ, ਮੇਰੇ ਖਿਆਲ ਦੇ ਵਿੱਚ ਤਾਂ ਉਹ ਬਿਲਕੁਲ ਕੋਈ ਜਾਇਜ਼ ਗੱਲ ਨਹੀਂ। ਹਾਂ, ਤੁਸੀਂ ਦੇਖਿਆ ਵੀ ਜਿਵੇਂ ਚੀਮਾ ਸਾਹਿਬ ਸੀਗੇ, ਉਹ ਚੀਮਾ ਸਾਹਿਬ ਵੀ ਜਿਹੜੇ ਸੀਗੇ ਫੈਕਟ ਐਂਡ ਫਿਗਰਸ ਨੂੰ ਗਲਤ ਜਾ ਕੇ ਬਿਆਨ ਕਰ ਰਹੇ ਸੀ। ਚੀਮਾ ਸਾਹਿਬ ਸ਼ਾਇਦ ਭੁੱਲ ਗਏ, ਉਹ ਆਦਮਪੁਰ ਦੀ ਚੋਣ ਨੂੰ ਕਹਿ ਰਿਹਾ ਵੀ 20 ਸਾਲਾਂ ਬਾਅਦ ਬਾਈ ਇਲੈਕਸ਼ਨ ਜਿੱਤਿਆ, ਸ਼ਾਇਦ ਉਹ ਭੁੱਲ ਗਏ ਵੀ 2015 ਚ ਜਦੋਂ ਇਹ ਮਿਨਿਸਟਰ ਸੀਗੇ ਕੈਬਨਿਟ ਦੇ, ਉਸ ਟਾਈਮ ਦੇ ਉੱਤੇ ਪਟਿਆਲੇ ਦੇ ਵਿੱਚ ਬਾਈ ਇਲੈਕਸ਼ਨ ਜਿਹੜਾ ਸੀਗਾ 20,000 ਤੋਂ ਵੱਧ ਵੋਟਾਂ ਨਾਲ ਕਾਂਗਰਸ ਨੇ ਜਿੱਤਿਆ ਸੀਗਾ। ਇਸ ਕਰਕੇ ਇਹਨਾਂ ਦੀ ਸਰਕਾਰ ਦੇ ਵਿੱਚ ਬਾਈ ਇਲੈਕਸ਼ਨ ਕਾਂਗਰਸ ਨੇ ਉਦੋਂ ਜਿੱਤਿਆ ਸੀਗਾ। ਉਸ ਟਾਈਮ ਦੇ ਉੱਤੇ ਇਹ ਜਿਹੜਾ ਸੀ ਉਦੋਂ ਅਕਾਲੀ ਦਲ ਦੀ ਇੱਥੇ ਸਰਕਾਰ ਸੀ। ਇਸ ਕਰਕੇ ਦੇਖੋ ਜਦੋਂ ਚੋਣ ਹੋਈ ਹੈ ਉਹਦੇ ਵਿੱਚ ਇੱਕ ਗੱਲ ਬਿਲਕੁਲ ਸਪਸ਼ਟ ਹੋ ਗਈ, ਜਿਸ ਕਿਸਮ ਦਾ ਭੰਡੀ ਪ੍ਰਚਾਰ ਇੱਥੇ ਕੀਤਾ ਜਾ ਰਿਹਾ ਸੀ, ਕੁਝ ਹੋਇਆ ਹੀ ਨਹੀਂ, ਕੁਝ ਕੀਤਾ ਹੀ ਨਹੀਂ, ਉਸ ਦੇ ਵਿੱਚ 3 ਸੀਟਾਂ ਦੇ ਉੱਤੇ ਜਿਹੜਾ ਹੈਗਾ ਕਾਂਗਰਸ ਨੂੰ ਫਤਵਾ ਮਿਲਣਾ ਇੱਕ ਬਹੁਤ ਵੱਡੀ ਗੱਲ ਹੈ। ਹਾਂ, ਦਾਖਾ ਦੇ ਵਿੱਚ ਜ਼ਰੂਰ ਸਾਡੀ ਹਾਰ ਹੋਈ ਹੈ, ਉਹ ਸਾਡੇ ਲੋਕਲ ਲੈਵਲ ਦੇ ਉੱਤੇ ਕੀ ਫੈਕਟਰ ਸੀ, ਕੀ ਉਹ ਸੀ, ਉਹਦਾ ਅਸੀਂ ਪਾਰਟੀ ਜ਼ਰੂਰ ਮੁਲਾਂਕਣ ਕਰੂਗੀ ਤੇ ਮੁਲਾਂਕਣ ਕਰਕੇ ਜਿਹੜਾ ਹੈਗਾ ਜੋ ਉਹਦੇ ਵਿੱਚ ਸਾਨੂੰ ਲੱਗਿਆ ਉਹਦੇ ਵਿੱਚ ਅਸੀਂ ਸੁਧਾਰ ਲਿਆਉਣ ਦੀ ਅਸੀਂ ਆਪਣੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ। ਸੁਖਦੇਵ ਸਿੰਘ, ਮੇਰਾ ਸਵਾਲ ਤੁਹਾਨੂੰ ਵੀ ਹੈ। ਸੁਖਦੇਵ ਸਿੰਘ, ਅੱਜ ਦੀ ਜਿਹੜੀ ਮੇਰਾ ਇੱਕ ਸਵਾਲ ਬੜੀ ਵੱਡੀ ਇਤਿਹਾਸਕ ਜਿੱਤ ਹੈ ਕਿ ਤੁਸੀਂ ਜਲਾਲਾਬਾਦ ਘੱਟ ਜ਼ੋਰ ਲਾਇਆ, ਦਾਖਾਂ ਜ਼ਿਆਦਾ ਜ਼ੋਰ ਲਾਇਆ। ਇਦਾਂ ਹੀ ਮੇਰਾ ਸਵਾਲ ਤੁਹਾਨੂੰ ਵੀ ਹੈ, ਤੁਹਾਡਾ ਵੀ ਜ਼ੋਰ ਸਾਰਾ ਦਾਖਾਂ ਹੀ ਲੱਗਿਆ ਦਿਖਿਆ, ਬਾਕੀ ਥਾਵਾਂ ਤੇ ਘੱਟ ਦਿਖਿਆ। ਦਾਖਾਂ ਦੇ ਵਿੱਚ ਪੂਰਾ ਦਲ ਫਲ ਲੱਗਿਆ ਰਿਹਾ ਤੁਹਾਡਾ। ਸੀਐਮ ਸਾਹਿਬ ਨੇ ਰੋਡ ਸ਼ੋਅ ਕੀਤੇ, ਵਾਰ-ਵਾਰ ਇਹੀ ਕਿਹਾ ਜਾਂਦਾ ਕਿ ਦੋਵੇਂ ਕੈਪਟਨ ਹਰਾ ਦਿੱਤੇ ਨੇ। ਨਹੀਂ, ਚਲੋ ਜੋ ਮਰਜ਼ੀ ਕੋਈ ਕਹਿ ਸਕਦਾ, ਹੱਕ ਹੈ, ਡੈਮੋਕ੍ਰੇਸੀ ਹੈ, ਪਰ ਜ਼ੋਰ ਸਾਡਾ ਜਿਹੜਾ ਹੈਗਾ ਜੇ ਅਸੀਂ ਦੇਖਿਆ ਜਾਵੇ ਤਾਂ ਸੀਐਮ ਸਾਹਿਬ ਨੇ ਰੋਡ ਸ਼ੋਅ 4 ਕੌਂਸਟੀਚੁਐਂਸੀਆਂ 'ਚ ਹੀ ਕੀਤੇ ਆ, ਕੋਈ ਇੱਕ ਕੌਂਸਟੀਚੁਐਂਸੀ 'ਚ ਨਹੀਂ ਕੀਤਾ, 4 ਕੌਂਸਟੀਚੁਐਂਸੀ ਸੀਐਮ ਸਾਹਿਬ ਨੇ ਰੋਡ ਸ਼ੋਅ ਕੀਤੇ ਸੀ। ਔਰ ਜਿਹੜੀ ਇੱਕ ਗੱਲ ਅਸੀਂ ਕਹਿੰਦੇ ਆ, ਅਸੀਂ ਜ਼ੋਰ ਜਿੰਨਾ ਵੀ ਸੀਗਾ ਉਹ ਕੋਈ ਆਮ ਡੈਮੋਕ੍ਰੈਟਿਕ ਢੰਗ ਨਾਲ ਚੋਣ ਲੜੀ ਹੈ। ਜੇ ਤੁਸੀਂ ਆਪਣਾ ਇੱਕੋ ਮੰਤਰੀ ਸਾਡੇ ਬੈਠੇ ਸੀਗੇ ਫਗਵਾੜੇ ਦੇ ਵਿੱਚ 20,000 ਦੇ ਉੱਤੇ ਬੀਜੇਪੀ, ਉੱਥੇ ਬੀਜੇਪੀ ਅਕਾਲੀ ਦਲ ਹਾਰ ਗਿਆ। ਔਰ ਇਸੇ ਤਰ੍ਹਾਂ ਇੱਕ ਸਾਡੇ ਐਮਐਲਏ ਸਾਹਿਬ ਵੀ ਬੈਠੇ ਸੀ ਗਿਲਜੀਆਂ ਸਾਹਿਬ, ਉੱਥੇ ਮੁਕੇਰੀਆਂ, ਉਹ ਵੀ ਜਿਹੜੀ ਹੈਗੀ ਆ ਬੀਜੇਪੀ ਦੀ ਹਾਰ ਹੋਈ ਹੈ। ਇਸ ਤਰੀਕੇ ਦੇ ਨਾਲ ਜਿਹੜੀ ਦਾਖਾ ਹੈ ਉੱਥੇ ਵੀ ਸਿਰਫ 2 ਮੰਤਰੀ ਬੈਠੇ ਸੀ, ਇੱਕ ਦਾਖਾ ਤਾਂ ਐਮਐਲਏ ਵੀ ਬੜੇ ਬੈਠੇ ਸੀ। ਨਹੀਂ, ਦੇਖੋ 2 ਹੀ ਮੰਤਰੀ ਬੈਠੇ ਸੀ, ਭਾਰਤ ਭੂਸ਼ਣ ਆਸ਼ੂ ਜੀ 50,000 ਦੀ ਹੋਣੀ ਚਾਹੀਦੀ ਸੀ। ਨਹੀਂ ਦੇਖੋ, ਜੇ ਹੈਗਾ ਉੱਥੇ ਸਿਰਫ ਭਾਰਤ ਭੂਸ਼ਣ ਆਸ਼ੂ ਜੀ ਬੈਠੇ ਸੀ, ਹਾਂ, ਜਾਂ ਦੂਜੇ ਵਿਜੇਂਦਰ ਸਿੰਗਲਾ ਜੀ ਦੀ ਡਿਊਟੀ ਸੀ, ਪਰ ਉਹਨਾਂ ਦੀ ਡਿਊਟੀ ਨਾਲ ਦੀ ਨਾਲ ਸੁਲਤਾਨਪੁਰ ਲੋਧੀ ਵੀ ਸੀ ਅਤੇ ਆਪਣਾ ਕਰਤਾਰਪੁਰ ਦੇ ਲਾਂਘੇ ਤੇ ਵੀ, ਕਿਉਂਕਿ ਉਹ ਪੀਡਬਲਿਊਡੀ ਮੰਤਰੀ ਨੇ, ਉਧਰਲੇ ਲਾਂਘੇ ਤੇ ਵੀ ਉਹਨਾਂ ਨੂੰ ਡਿਊਟੀ ਨਿਭਾਉਣੀ ਪੈਂਦੀ ਸੀ। ਸੁਖਦੇਵ ਸਿੰਘ ਜੀ, ਇਸ ਕਰਕੇ ਤੁਹਾਡੇ ਐਮਐਲਏ ਉੱਥੇ ਖੜ ਕੇ ਲਾਈਵ ਹੋ ਕੇ ਕਹਿੰਦੇ ਰਹੇ ਨੇ ਕਿ ਇੱਥੇ ਖੜੇ ਆ, ਜਿੰਨੇ ਆਣਾ ਆ ਜਾਓ, ਤੁਸੀਂ ਕਹੀ ਜਾਂਦੇ ਹੋ ਹੈ ਹੀ ਨਹੀਂ ਸੀ ਉੱਥੇ ਕੋਈ। ਹਾਲੇ ਵੀ ਫੇਸਬੁੱਕ ਤੇ ਪਈਆਂ ਚੀਜ਼ਾਂ। ਦੇਖੋ ਗੱਲ ਇਹ ਹੈ ਹਰਪ੍ਰੀਤ ਜੀ, ਜਿਹੜੀ ਗੱਲ ਹੈ ਜਿਵੇਂ ਹੁਣ ਇੱਥੇ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਔਰ ਵੀ ਇਹਨੂੰ ਇੱਕ ਬੜੀ ਵੱਡੀ ਇਤਿਹਾਸਕ ਜਿੱਤ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਇਹ ਜਿਹੜੀ ਸੀਟ ਸੀ ਪਹਿਲਾਂ ਵੀ ਕਾਂਗਰਸ ਕੋਲੇ ਹੈ ਨਹੀਂ ਸੀ, ਇਹ ਆਮ ਆਦਮੀ ਪਾਰਟੀ ਕੋਲ ਸੀ। ਉਸ ਤੋਂ ਪਹਿਲਾਂ ਹਮੇਸ਼ਾ ਅਕਾਲੀ ਦਲ ਕੋਲੇ ਰਹੀ ਹੈ। ਇੱਥੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਇੱਥੋਂ ਜਿਹੜੇ ਹੈਗੇ ਐਮਐਲਏ ਰਹੇ ਨੇ ਜਦੋਂ ਇਹ ਸੀਟ ਕਿਲਾ ਰਾਏਪੁਰ ਦੇ ਨਾਂ ਨਾਲ ਹੁੰਦੀ ਸੀ। ਇਸ ਕਰਕੇ ਇਹਨੂੰ ਐਡੀ ਵੱਡੀ ਵਧਾ ਚੜਾ ਕੇ ਦੇਖਣ ਦੀ ਕੋਈ ਗੱਲ ਨਹੀਂ। ਕੰਧ ਤੇ ਲਿਖਿਆ ਸਾਫ਼ ਪੜ੍ਹ ਲੈਣਾ ਚਾਹੀਦਾ ਹੈ ਅਕਾਲੀ ਦਲ ਬੀਜੇਪੀ ਨੂੰ ਵੀ, ਆਮ ਆਦਮੀ ਪਾਰਟੀ ਨੂੰ ਵੀ ਜੋ ਪੰਜਾਬ ਦੇ ਲੋਕਾਂ ਦੀ ਸੱਚਾਈ ਹੈ, ਜੋ ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਗੱਲ ਹੈ, ਉਹ ਸਾਫ਼ ਇਸ ਇਲੈਕਸ਼ਨ ਨੇ ਰਿਫਲੈਕਟ ਕਰ ਦਿੱਤੀ ਹੈ। ਚਲੋ ਮੈਂ ਆਂਦਾ ਵਾਪਸ ਆਣਾ ਤੁਹਾਡੇ ਕੋਲ, ਜਿਹੜੀ ਗੱਲ ਹੈ ਸੁਖਦੇਵ ਸਿੰਘ ਆਂਦਾ ਵਾਪਸ, ਥੋੜਾ ਚਰਚਾ ਹੋਰ ਅੱਗੇ ਵਧਾਵਾਂਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਮੈਨੂੰ ਰੁਕਣਾ ਪੈ ਰਿਹਾ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਆ। ਆਮ ਆਦਮੀ ਪਾਰਟੀ ਦਾ ਰਿਐਕਸ਼ਨ ਵੀ ਦੇਖਾਂਗੇ, ਗਰੇਵਾਲ ਸਾਹਿਬ ਤੋਂ ਵੀ ਪੁੱਛਾਂਗੇ ਦੋਵੇਂ ਸੀਟਾਂ ਮੁਕੇਰੀਆਂ ਤੇ ਫਗਵਾੜਾ ਬੀਜੇਪੀ ਦੇ ਹੱਥੋਂ ਕਿਉਂ ਚਲੀਆਂ ਗਈਆਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਨਤਾ ਦਾ ਫੈਸਲਾ, ਜਨਤਾ ਨੇ ਫੈਸਲਾ ਸੁਣਾ ਦਿੱਤਾ ਹੈ। ਹਰਿਆਣਾ ਦੇ ਵਿੱਚ ਵੀ ਤੇ ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਜਿਹੜੀਆਂ ਹੋਈਆਂ ਨੇ ਉਸ ਤੇ ਵੀ 4 ਸੀਟਾਂ ਦੇ ਉੱਤੇ 3 ਦੇ ਉੱਤੇ ਕਾਂਗਰਸ ਕਾਮਯਾਬ ਰਹੀ ਹੈ ਔਰ 1 ਅਕਾਲੀ ਦਲ ਦੀ ਝੋਲੀ ਦੇ ਵਿੱਚ ਆਇਆ। ਔਰ ਵਿਧਾਨ ਸਭਾ ਦੇ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ
ਖਾਲੀ ਹੱਥ ਰਹਿ ਕੇ ਹੀ ਸਬਰ ਕਰਨਾ ਪਏਗਾ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵੀ ਬੁਲਾਰੇ ਮੌਜੂਦ ਨੇ, ਐਡਵੋਕੇਟ ਰਵਿੰਦਰ ਸਿੰਘ ਜੀ। ਰਵਿੰਦਰ ਸਿੰਘ ਜੀ, ਦਾਖਾਂ ਵਾਲੀ ਸੀਟ, ਸਪੈਸ਼ਲੀ ਦਾਖਾਂ ਵਾਲੀ ਸੀਟ ਤੁਹਾਡੀ ਸੀ, ਆਮ ਆਦਮੀ ਪਾਰਟੀ ਦੀ ਸੀਟ ਸੀ, ਇੰਨੀ ਬੁਰੀ ਤਰ੍ਹਾਂ ਹਾਰ ਹੋਏਗੀ ਸ਼ਾਇਦ ਤੁਸੀਂ ਵੀ ਨਹੀਂ ਸੋਚਿਆ ਹੋਣਾ। ਸਿਰਫ 2804 ਵੋਟਾਂ ਪਈਆਂ ਨੇ। ਮੈਨੂੰ ਲੱਗਦਾ ਜੇ ਨੀਟੂ ਸ਼ਟਰਾਂ ਵਾਲਾ ਖੜਾ ਹੋ ਜਾਂਦਾ ਤਾਂ ਉਹ ਤੁਹਾਡੇ ਤੋਂ ਵੱਧ ਲੈ ਜਾਂਦਾ ਵੋਟਾਂ। अंग्रेजी की कहावत है हरप्रीत जी कि दोज हु अटेम्प्ट द अबसर्ड कैन अचीव द इम्पॉसिबल। मान्या बिल्कुल सही गल है कि बहुत बुरी गल है ये, साडे वास्ते बड़ा औखा समा है, इहदे च कोई शक वाली गल नहीं। जब तुसीं लोकां नूं मुखातब हुंदे हो तां बहुते लल्ले भब्बे लाउण दी लोड़ नहीं हुंदी हैगी। आम आदमी पार्टी की खासियत यह है कि एक मूवमेंट चों निकली हुई पार्टी है। साडे जिन्ने भी साडे सीनियर लीडर्स ने पंजाब दे विच एक कंस्ट्रक्टिव ओपोजिशन नूं वधाउण वास्ते, भावें वो इलैक्शन दे विच जाके सरकार नूं अपोज करना होवे, भावें इन द हाउस अपोज करना होवे, भावें लोकां दे विच जाके अपोज करना होवे, असीं कर रहे हैं। इस गल दे उपर हुण विश्लेषण होऊगा कि लोग सानूं ਤੁਹਾਡੀ ਗੱਲ ਲੋਕਾਂ ਨੇ ਨਹੀਂ ਸੁਣੀ ਨਾ। लोग हाँ लोग साडी गल क्यों नहीं सुन रहे? ਜਿਹੜੀਆਂ ਗੱਲਾਂ ਤੁਸੀਂ ਗਣਾਈਆਂ, ਜੇ ਉਹ ਗੱਲਾਂ ਸਹੀ ਹੁੰਦੀਆਂ ਤਾਂ ਦਾਖਾਂ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਹਾਰ ਨਾ ਹੁੰਦੀ ਤੁਹਾਡੀ। ਇਦਾਂ ਨਹੀਂ, ਇਹ ਸਾਰੇ ਪਾਸੇ ਹਾਰ ਨਾ ਹੁੰਦੀ। ਪਹਿਲੀ ਗੱਲ ਤਾਂ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ। ਦਿੱਲੀ ਤੋਂ ਆ ਕੇ ਜਿਹੜੇ ਅਸੀਂ ਵਿਧਾਇਕ ਉੱਥੇ ਦਿੱਤੇ ਸੀਗੇ, ਉਹਨਾਂ ਦਾ ਅਸਤੀਫਾ ਦੁਰਭਾਗ ਵੰਸ਼ ਉਹਨਾਂ ਨੂੰ ਦੇਣਾ ਪਿਆ ਜਾਂ ਦਿੱਤਾ ਉਹਨਾਂ ਨੇ, ਜਿੱਦਾਂ ਦੇ ਵੀ ਸਰਕਮਸਟੈਂਸਸ ਬਣੇ, ਜਿਹੜੀ ਵੀ ਗੱਲਾਂ ਹੋਈਆਂ, ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਸ਼ਾਇਦ ਲੋਕਾਂ ਦੇ ਵਿੱਚੋਂ ਉਸ ਸਪੈਸੀਫਿਕ ਹੋ ਸਕਦਾ ਕਿ ਪਹਿਲਾਂ ਵੀ ਜਿਹੜੀ ਜਿੱਤ ਹੋਈ ਹੈ ਉਹ ਆਮ ਆਦਮੀ ਪਾਰਟੀ ਦੀ ਜਿੱਤ ਨਾ ਹੋ ਕੇ ਫੂਲਕਾ ਸਾਹਿਬ ਦੀ ਜਿੱਤ ਹੋਈ ਹੋਵੇ। ਕੈਂਡੀਡੇਟ ਤਾਂ ਤੁਸੀਂ ਹੁਣ ਵੀ ਖੜਾ ਕੀਤਾ, ਉਹ ਜਿੱਤਦਾ ਫਿਰ ਜੇ ਪਾਰਟੀ ਨੂੰ ਹੀ ਵੋਟ ਪਈ ਹੁੰਦੀ ਤਾਂ। 2017 ਦੇ ਵਿੱਚ ਜਿਹੜੇ 2017 ਦੇ ਵਿੱਚ ਇਲੈਕਸ਼ਨਸ ਹੋਏ ਸੀਗੇ, ਉਹ ਇੱਕ ਫੇਜ਼ ਦੇ ਇਲੈਕਸ਼ਨਸ ਨਹੀਂ ਸੀਗੇ। ਤੁਸੀਂ ਦੇਖੋ ਬਹੁਤ ਸਾਰੇ ਬੰਦੇ ਜਿਹੜੇ ਨਵੇਂ ਚਿਹਰੇ ਸੀਗੇ, ਰੂਬੀ ਜੀ ਵਰਗੇ, ਮਾਣੂਕੇ ਮੈਮ ਵਰਗੇ, ਹੋਰ ਬਹੁਤ ਸਾਰੇ ਲੋਕ ਇਦਾਂ ਦੇ, ਪਿਰਮਲ ਜੀ ਜਿੱਤੇ ਸੀਗੇ, ਇਦਾਂ ਦੇ ਲੋਕ ਜਿੱਤੇ ਸੀਗੇ ਜਿਨ੍ਹਾਂ ਦੀ ਬਿਲਕੁਲ ਪਛਾਣ ਵੀ ਨਹੀਂ ਸੀਗੀ, ਤਾਂ ਵੀ ਉਹ ਜਿੱਤੇ ਸੀਗੇ। ਠੀਕ ਹੈ, ਫੁਲਕਾ ਸਾਹਿਬ ਇੱਕ ਵੱਡੀ ਇਮੇਜ ਸੀਗੇ ਨੈਸ਼ਨਲ ਲੈਵਲ ਦੀ, ਉਹਦਾ ਮੈਟਰ ਕਰ ਸਕਦਾ ਉਹ ਚੀਜ਼ ਉੱਤੇ, ਪਰ ਨੀਰਾ ਪੂਰਾ ਇਹ ਗੱਲ ਕਹਿਣੀ ਕਿ ਫੁਲਕਾ ਸਾਹਿਬ ਕਰਕੇ ਜਿੱਤੇ ਨੇ, ਉਹ ਵੀ ਬਿਲਕੁਲ ਗਲਤ ਹੋਊਗੀ। ਇਹ ਗੱਲ ਜ਼ਰੂਰ ਵਿਚਾਰਨਯੋਗ ਹੈ, ਵਾਚਣਯੋਗ ਹੈ ਕਿ ਆਮ ਆਦਮੀ ਪਾਰਟੀ ਜਿਹੜਾ ਮੋਹ ਭੰਗ ਹੋ ਗਿਆ ਆਮ ਆਦਮੀ ਪਾਰਟੀ ਤੋਂ। ਇਦਾਂ ਮੋਹ ਦੇਖੋ ਜੀ, ਬੀਜ ਮੰਨਿਆ ਕਿ ਤੁਹਾਡੇ ਤੋਂ ਨਿਰਾਸ਼ ਨੇ ਲੋਕ, ਸਾਡੇ ਤੋਂ ਨਿਰਾਸ਼ ਜਿਹੜੇ ਸਮਝ ਬਾਗ ਦਿਖਾਏ ਉਹ ਪੂਰੇ ਨਹੀਂ ਹੋ ਸਕੇ। ਜਿਮਨੀ ਚੋਣਾਂ ਦਾ ਹਰਪ੍ਰੀਤ ਜੀ ਸਭ ਤੋਂ ਵੱਡਾ ਝੁਕਾਅ ਜਿਹੜਾ ਹੁੰਦਾ ਉਹ ਸਰਕਾਰ ਵੱਲ ਹੁੰਦਾ, ਇਹਦੇ ਵਿੱਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ। ਤੇ ਜਿਹੜੀ ਰਵਾਇਤੀ ਪਾਰਟੀਆਂ ਨੇ, ਆਮ ਆਦਮੀ ਪਾਰਟੀ ਕੋਲ ਉਹਨਾਂ ਵਰਚਸਵ ਜਾਂ ਉਹਨਾਂ ਫਾਈਨੈਂਸ ਨਹੀਂ ਹੈਗਾ, ਪਿੱਛੇ ਬੈਕਅਪ ਨਹੀਂ ਹੈਗਾ ਕਿ ਉਹ ਇੰਨਾ ਪੈਸੇ ਲਾ ਸਕਣ। ਮੁੱਖ ਵਿਰੋਧੀ ਧਿਰ ਵੀ ਆਪਾਂ ਇਹ ਵੀ ਨਾ ਭੁੱਲੀਏ ਨਾ। ਲੈਟ ਮੀ ਕੰਪਲੀਟ ਮਾਈ ਸੈਂਟੈਂਸ ਸਰ, ਕਿ ਜਿਹੜੀ ਚਾਹੇ ਉਹ ਰੂਲਿੰਗ ਪਾਰਟੀ ਹੈ, ਚਾਹੇ ਅਕਾਲੀ ਦਲ ਪਾਰਟੀ ਹੈ, ਅਕਾਲੀ ਦਲ ਨੇ 10 ਸਾਲ ਰਾਜ ਕੀਤਾ ਹੈ, ਸਾਰੇ ਜਗ੍ਹਾ ਉਹਨਾਂ ਦੇ ਸਰਪੰਚ ਨੇ 4-4 ਪੈਸੇ ਕਮਾ ਕੇ ਬੈਠੇ ਨੇ। ਮੈਂ ਨੈਸ਼ਨਲ ਟੀਵੀ ਤੋਂ ਇਹ ਗੱਲ ਬੋਲ ਰਿਹਾ, ਦੇ ਡੂ ਹੈਵ ਦਾ ਪੋਟੈਂਸ਼ੀਅਲ ਟੂ ਵਰਕ ਔਨ ਦਾ ਗਰਾਊਂਡ। ਆਮ ਆਦਮੀ ਪਾਰਟੀ ਕੋਲ ਇਸ ਚੀਜ਼ ਦੀ ਥੋੜੀ ਜਿਹੀ ਘਾਟ ਹੈ। ਉਹ ਇਹ ਵੀ ਕਾਰਨ ਹੈਗਾ ਕਿ ਰਵਾਇਤੀ ਪਾਰਟੀਆਂ ਕੋਲ ਸਾਰੇ ਹੱਥ ਕੰਡੇ ਨੇ ਵੋਟਰਸ ਨੂੰ ਆਪਣੇ ਬੂਥ ਤੇ ਲਿਜਾ ਕੇ ਵੋਟ ਪਾਉਣ ਦਾ। ਸ਼ਾਇਦ ਆਮ ਆਦਮੀ ਪਾਰਟੀ ਉਸ 'ਚ ਨਵੀਂ ਹੈ। ਇਸ ਗੱਲ ਦੇ ਉੱਪਰ ਸਾਡੀ ਜਿਹੜੀ ਵਿਚਾਰ ਹੈ ਉਹ ਜ਼ਰੂਰ ਬਣਦੀ ਰਹੇਗੀ, ਪਰ ਇਹਦਾ ਮਤਲਬ ਬਿਲਕੁਲ ਨਹੀਂ ਹੈ ਕਿ ਅਸੀਂ ਸਰਕਾਰ ਨੂੰ, ਉਹਨਾਂ ਦੀ ਨੀਤੀਆਂ ਨੂੰ, ਲੋਕਾਂ ਨਾਲ ਹੁੰਦੇ ਧੱਕੇ ਨੂੰ ਇਨ ਦਾ ਹਾਊਸ ਤੇ ਆਊਟ ਆਫ ਦਾ ਹਾਊਸ ਐਕਸਪੋਜ਼ ਨਾ ਕਰੀਏ। ਤਰਲੋਚਨ ਸਿੰਘ ਜੀ, ਆਮ ਆਦਮੀ ਪਾਰਟੀ 2.5 ਸਾਲ ਪਹਿਲਾਂ ਜੋ ਆਪਣਾ ਪ੍ਰਦਰਸ਼ਨ ਕੀਤਾ ਔਰ 2.5 ਸਾਲਾਂ ਬਾਅਦ ਜੋ ਪ੍ਰਦਰਸ਼ਨ ਰਿਹਾ ਇਹਨਾਂ ਚੋਣਾਂ ਦੇ ਵਿੱਚ, ਐਡਾ ਵੱਡਾ ਫਰਕ, ਚਲੋ ਮੰਨਿਆ ਕਿ ਸੀਟਾਂ ਘਟ ਗਈਆਂ, ਵੋਟਾਂ ਘਟ ਗਈਆਂ, ਲੋਕ ਛੱਡ ਗਏ, ਥੋੜਾ ਬਹੁਤਾ ਪ੍ਰਭਾਵ ਪਵੇ, ਪਰ ਅਸਮਾਨ ਤੋਂ ਸਿੱਧਾ ਹੀ ਤੁਸੀਂ ਜ਼ਮੀਨ ਤੇ ਆ ਜਾਓ, ਤੁਹਾਡੀ 2804 ਵੋਟਾਂ ਪੈਣ, ਤੁਸੀਂ ਜ਼ਮਾਨਤ ਜ਼ਬਤ ਹੋਣ ਦੇ ਵੀ ਨੇੜੇ ਤੇੜੇ ਨਾ ਪਹੁੰਚੋ, ਇੰਨੀ ਬੁਰੀ ਹਾਲਤ ਤਾਂ ਨਹੀਂ ਹੋ ਸਕਦੀ। ਦੇਖੋ ਮਿੱਤਰ ਜੋ ਮਰਜ਼ੀ ਕਹੀ ਜਾਣ, ਮੈਂ ਇਹਨੂੰ ਬਹੁਤ ਨੇੜਿਓਂ ਕਵਰ ਕਰਦਾ ਆ ਰਿਹਾ। ਹਰਪ੍ਰੀਤ ਜੀ, ਇਹਨਾਂ ਲੋਕਾਂ ਨੇ 2017 ਚ ਕਹਿੰਦੇ ਸੀ 100 ਸੀਟਾਂ ਆਉਣਗੀਆਂ, ਮੇਰਾ ਖਿਆਲ ਆ ਵੀ ਜਾਣੀਆਂ ਸੀ। ਮੈਂ ਵੀ ਬਹੁਤ ਵਾਰ ਲਿਖਿਆ ਸੀ, ਲੋਕਾਂ ਨੇ ਕਹਿ ਦਿੱਤਾ ਸੀ ਵੀ ਬਣਾ ਦਿਓ ਇਹਨਾਂ ਨੂੰ। ਅੱਜ ਤੱਕ 2017 ਦੀ ਵਿਧਾਨ ਸਭਾ ਦੀ ਚੋਣ ਦੀ ਹਾਰ ਹੀ ਕਵਾਂਗੇ। ਇਹ ਸਰਕਾਰ ਬਣਾਉਂਦੇ 20 ਤੇ ਆ ਗਏ, ਮੰਥਨ ਨਹੀਂ ਕੀਤਾ ਇਹਨਾਂ ਨੇ। ਉਸ ਤੋਂ ਬਾਅਦ ਗੁਰਦਾਸਪੁਰ ਉਪ ਚੋਣ 'ਚ ਕਿੰਨੀ ਮਾੜੀ ਹਾਰ ਹੋਈ, ਲੋਕ ਸਭਾ ਦੇ ਇਲੈਕਸ਼ਨ 'ਚ ਕੋਈ ਮੰਥਨ ਨਹੀਂ। ਸ਼ਾਹਕੋਟ 'ਚ ਜੇ ਮੈਂ ਭੁੱਲਦਾ ਨਹੀਂ ਤੇ ਮੇਰਾ ਖਿਆਲ ਇੰਨੀਆਂ ਘੱਟ ਵੋਟਾਂ ਸੀ ਵੀ ਨਾਂ ਲੈਂਦਿਆਂ ਵੀ ਇਹਨਾਂ ਦੇ ਲੀਡਰਾਂ ਨੂੰ ਸ਼ਰਮ ਆਉਂਦੀ ਸੀ। ਚੌਥੀ ਇਹ ਹੈ, ਚੌਥੀ ਮੈਂ ਕਹੂੰਗਾ ਜ਼ਮਾਨਤ ਜ਼ਬਤ ਹੋਈ ਆਮ ਆਦਮੀ ਪਾਰਟੀ ਦੀ, ਔਰ ਪਾਰਲੀਮੈਂਟ 'ਚ ਵੀ ਦੇਖ ਲਓ 12 ਥਾਵਾਂ ਤੇ ਜ਼ਮਾਨਤ ਜ਼ਬਤ ਹੋਈ, ਔਰ ਉਹਦੇ 'ਚ ਬਹੁਤ ਕਲੀਅਰ ਹੋ ਗਿਆ ਵੀ ਜਿਹੜੀ ਪਾਰਲੀਮੈਂਟ 'ਚ ਇੱਕ ਸੀਟ ਭਗਵੰਤ ਮਾਨ ਦੀ ਆਈ ਹੈ, ਉਹ ਜਿਹੜਾ ਇਹਨਾਂ ਦਾ ਸਾਰੀ ਕਾਰਗੁਜ਼ਾਰੀ ਤੋਂ ਲੱਗਦਾ ਵੀ ਸਿਰਫ ਭਗਵੰਤ ਮਾਨ ਕਰਕੇ ਉਹ ਸੀਟ ਜਿੱਤੇ ਨੇ। ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ, ਕਿਉਂਕਿ ਉਦੋਂ ਕੇਜਰੀਵਾਲ ਸਾਹਿਬ ਵੀ ਆਏ ਸੀ, ਮਨੀਸ਼ ਸਿਸੋਦੀਆ ਵੀ ਪੰਜਾਬ 'ਚ ਆਏ ਸੀ। ਹੁਣ ਵੀ ਹਰਪ੍ਰੀਤ ਜੀ ਬੜੀ ਹੈਰਾਨੀ ਵਾਲੀ ਗੱਲ ਆ, 4
ਇਹ ਵਿਧਾਨ ਸਭਾ ਹਲਕਿਆਂ 'ਚ ਭਗਵੰਤ ਮਾਨ ਜਿੱਥੇ ਵੀ ਗਏ ਨੇ ਭੀੜ ਤਸੱਲੀ ਬਖਸ਼ ਸੀ, ਉਹਨਾਂ ਨੂੰ ਸੁਣਨ ਆਉਂਦੇ ਸੀ। ਪਰ ਇਹ ਗੱਲ ਸਾਫ਼ ਹੋ ਗਈ ਵੀ ਲੋਕ ਭਗਵੰਤ ਮਾਨ ਦੇ ਟੋਟਕਿਆਂ ਨੂੰ ਸੁਣਨ ਜ਼ਰੂਰ ਆਉਂਦੇ ਨੇ, ਪਰ ਉਹ ਵੋਟਾਂ 'ਚ ਕੈਸ਼ ਨਹੀਂ ਕਰਵਾ ਸਕਦੇ। ਸੋ ਇਹ ਜਿਹੜਾ ਰਿਜ਼ਲਟ ਆਏ ਨੇ, ਇਹਦੇ ਤੋਂ ਇੱਕ ਗੱਲ ਬਹੁਤ ਸਾਫ਼ ਹੋ ਗਈ ਹੈ। ਇਹਦੇ 'ਚ ਕਹਿਣ 'ਚ ਕੋਈ ਵੇਖਦਾ, ਇਹਨਾਂ ਸਾਥੀ ਨੇ ਕਹਿ ਦਿੱਤਾ, ਝਿਜਕ ਨਹੀਂ ਹੋ ਸਕਦੀ ਵੀ ਪੰਜਾਬ ਦੇ ਲੋਕਾਂ ਨੇ ਮਹਿਸੂਸ ਕਰ ਲਿਆ ਵੀ ਹੁਣ ਆਮ ਆਦਮੀ ਪਾਰਟੀ ਤੀਸਰੀ ਧਿਰ ਦੀ ਭੂਮਿਕਾ ਨਹੀਂ ਨਿਭਾ ਸਕਦੀ। ਨਾਲ ਦੀ ਨਾਲ ਮੈਨੂੰ ਲੱਗਦਾ ਇਹਨਾਂ 4 ਵਿਧਾਨ ਸਭਾ ਹਲਕਿਆਂ ਨੇ ਇਹ ਵੀ ਸਾਫ਼ ਕਰ ਦਿੱਤਾ ਵੀ ਜਿਹੜਾ ਪੰਜਾਬ ਜਮਹੂਰੀ ਗੱਠਜੋੜ PDA ਬਣਿਆ ਸੀ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਿਆ ਸੀ, ਉਹ ਵੀ ਹੁਣ ਵਜੂਦ ਗਵਾ ਚੁੱਕੇ ਨੇ। ਸੋ ਮੈਨੂੰ ਲੱਗਦਾ ਵੀ ਇਹ ਖਲਾ ਇੱਕ ਵਾਰੀ ਫਿਰ ਪੈਦਾ ਹੋ ਗਿਆ। ਰਵਾਇਤੀ ਪਾਰਟੀਆਂ ਦੇ ਬਰਾਬਰ ਆਮ ਆਦਮੀ ਪਾਰਟੀ ਸਮੇਤ ਕੋਈ ਵੀ ਧਿਰ ਹੁਣ ਤੀਸਰੀ ਧਿਰ ਦੀ ਭੂਮਿਕਾ ਨਿਭਾਉਣ ਦੇ ਸਮਰੱਥ ਨਹੀਂ ਲੱਗਦੀ। ਠੀਕ ਹੈ। ਹਰਜੀਤ ਗਰੇਵਾਲ ਸਾਹਿਬ, ਮੁਕੇਰੀਆਂ ਤੇ ਫਗਵਾੜਾ ਦੇ ਵਿੱਚ ਵੀ ਬੜਾ ਮਾੜਾ ਪ੍ਰਦਰਸ਼ਨ ਰਿਹਾ। ਮੁਕੇਰੀਆਂ ਦੇ ਵਿੱਚ ਚਲੋ ਥੋੜੀ ਫਾਈਟ ਰਹੀ ਹੈ, ਪਰ ਫਗਵਾੜਾ ਦੇ ਵਿੱਚ ਬਹੁਤ ਹੀ ਮਾੜਾ ਪ੍ਰਦਰਸ਼ਨ ਤੁਹਾਡੀ ਪਾਰਟੀ BJP ਦਾ ਰਿਹਾ। ਹਾਲਾਂਕਿ ਉਹ ਵੀ ਉਦੋਂ ਜਦੋਂ ਤੁਹਾਡਾ ਕੇਂਦਰੀ ਮੰਤਰੀ ਵੀ ਉੱਥੇ ਹੋਵੇ। ਇੰਨੇ ਮਾੜੇ ਪ੍ਰਦਰਸ਼ਨ ਤੋਂ ਤੁਹਾਨੂੰ ਆਸ ਸੀਗੀ? ਦੇਖੋ, ਇੱਕ ਤਾਂ ਚੀਮਾ ਸਾਹਿਬ ਨੇ ਵੀ ਪਹਿਲਾਂ ਦੱਸਿਆ ਕਿ ਪੰਜਾਬ ਦੇ ਅੰਦਰ ਮਨੀ ਪਾਵਰ, ਮਸਲ ਪਾਵਰ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਤੇ ਪੁਲਿਸ ਦੀ ਦਖਲਅੰਦਾਜ਼ੀ। ਚਲੋ ਮਨੀ ਪਾਵਰ ਦੀ ਗੱਲ ਆਮ ਆਦਮੀ ਪਾਰਟੀ ਤੇ ਕਰੇ, ਪਰ BJP ਕਿਉਂ ਕਰਦੀ ਹੈ? ਨਹੀਂ, BJP ਕੋਲ ਦਾਲ ਬਾਲ ਸਭ ਕੁਝ ਹੈਗਾ, ਤੁਸੀਂ ਕਿਉਂ ਕਰਦੇ ਹੋ ਇਹ ਗੱਲ? ਇੰਨਾ ਪੈਸਾ ਨਹੀਂ ਹੈ ਸਾਡੇ ਕੋਲ, ਬਹੁਤ ਸਾਡੇ ਵਰਕਰ ਬਹੁਤ ਗਰੀਬ ਆ। ਤੇ ਔਰ ਦੂਸਰੀ ਗੱਲ ਮੈਂ ਇਹਦੇ 'ਚ ਇਹ ਕਹਿਣਾ ਕਿ ਅਸੀਂ ਕੋਈ ਧੱਕਾ ਵੀ ਨਹੀਂ ਕਰਦੇ ਕਦੇ। ਔਰ ਜਿਸ ਤਰ੍ਹਾਂ ਇਹ ਇੱਥੇ ਕਾਂਗਰਸ ਜਿਹੜੀ ਕਰ ਰਹੀ ਆ। ਔਰ ਤੀਸਰੀ ਗੱਲ ਇਹਦੇ 'ਚ ਇਹ ਆ ਕਿ ਇੱਥੇ ਵੀ ਮੁਕੇਰੀਆਂ ਸੀਟ ਅਸੀਂ ਲੋਕ ਸਭਾ 'ਚ ਬਹੁਤ ਅੱਛੇ ਮਾਰਜਨ ਨਾਲ ਜਿੱਤੀ ਸੀ। ਔਰ ਇੱਧਰ ਜਿਹੜੇ ਸੋਮ ਪ੍ਰਕਾਸ਼ ਜੀ ਨੇ ਉਹ ਖੁਦ ਮਿਨਿਸਟਰ ਨੇ। ਸਾਡੀ ਕਿਤੇ ਨਾ ਕਿਤੇ ਮੈਂ ਇਸ ਚੀਜ਼ ਨੂੰ ਵੀ ਮੰਨਦਾ ਹਾਂ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਜ਼ੋਰ ਲਾਇਆ ਦਾਖਾ ਸੀਟ ਤੇ, ਇੱਦਾਂ ਹੀ ਮਿਲ ਕੇ ਅਸੀਂ ਵੀ ਇੱਕ ਸੀਟ ਤੇ ਜ਼ੋਰ ਲਾ ਲੈਂਦੇ ਤਾਂ ਉਹ ਜ਼ਰੂਰ ਬਹੁਤ ਅੱਛਾ ਨਤੀਜਾ ਹੋਣਾ ਸੀ। ਤੇ ਇਹਦੇ 'ਚ ਫਿਰ ਵੀ ਲੋਕਾਂ ਨੇ ਸਾਡਾ ਸਾਥ ਦਿੱਤਾ। ਕੋਈ ਉਸ ਤਰ੍ਹਾਂ ਦੀ ਹਾਰ ਨਹੀਂ ਤਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਹਸ਼ਰ ਹੋਇਆ, ਹੋਰ ਬਾਕੀ ਪਾਰਟੀਆਂ ਦਾ ਹੋਇਆ, ਕੋਈ ਕਿਤੇ ਦਿਖਾਈ ਨਹੀਂ ਦਿੱਤਾ। ਤੇ ਮੈਂ ਉਹ ਸਮਝਦਾ ਕਿ ਸਾਡੇ ਨਾਲ ਲੋਕਾਂ ਦੀ ਸਹਿਮਤੀ ਹੈਗੀ ਹੈ। ਇਸ ਤੋਂ ਸਪਸ਼ਟ ਦਿਖਾਈ ਦਿੰਦਾ ਇੰਨਾ ਧੱਕਾ ਹੋਣ ਦੇ ਬਾਵਜੂਦ ਔਰ ਸਰਕਾਰੀ ਦਲ ਬਲ ਦਾ ਜਿਹੜਾ ਬੁਰਾ ਉਪਯੋਗ ਕੀਤਾ, ਦੁਰਉਪਯੋਗ, ਉਹ ਜਿਹੜਾ ਉਹਦੇ ਹੋਣ ਦੇ ਬਾਵਜੂਦ ਵੀ ਅਸੀਂ ਅੱਛਾ ਪਰਫਾਰਮ ਕੀਤਾ। ਔਰ ਮੈਨੂੰ ਇਹ ਹੈ ਕਿ ਸਾਡੇ ਗਠਬੰਧਨ ਦੀ ਤਰਫ ਪੰਜਾਬ ਦੇ ਲੋਕਾਂ ਦਾ ਝੁਕਾਓ ਦੁਬਾਰਾ ਤੋਂ ਬਣਦਾ ਜਾ ਰਿਹਾ। ਉਹਨਾਂ ਨੇ ਮਹਿਸੂਸ ਕਰ ਲਿਆ ਕਿ ਕਾਂਗਰਸ ਅੱਛਾ ਨਹੀਂ। ਮਤਲਬ ਇੱਕ ਸੀਟ ਜਿੱਤ ਕੇ ਵੀ ਤੁਸੀਂ ਦਾਅਵਾ ਕਰੀ ਜਾਂਦੇ ਹੋ ਕਿ ਝੁਕਾ ਤੁਹਾਡੇ ਵੱਲ ਹੋ ਗਿਆ 3 ਸੀਟਾਂ ਹਾਰਨ ਦੇ ਬਾਵਜੂਦ। ਜਿਤਨੀ ਵੀ ਜਿਹੜੀ ਜਦੋਂ ਅਸੀਂ ਇਹਦੇ 'ਚ ਜਾਂਦੇ ਆ ਨਾ ਜੀ ਬਾਈ ਇਲੈਕਸ਼ਨ ਦੇ ਅੰਦਰ, ਇੱਕ ਸੀਟ ਜਿੱਤਣੀ ਵੀ ਬਹੁਤ ਬੜੀ ਗੱਲ ਹੈ। ਔਰ ਬਾਕੀ ਸੀਟਾਂ ਤੇ ਵੀ ਅੱਛਾ ਪਰਫਾਰਮ ਕੀਤਾ। ਹੁਣ ਜਿਹੜੀ ਅਸੀਂ ਉੱਥੋਂ ਸੀਟ ਮੁਕੇਰੀਆਂ ਦੀ ਤੁਸੀਂ ਕਹਿ ਰਹੇ ਹੋ ਹਾਰੇ ਹਾਂ, ਉਹ ਬਹੁਤ ਘੱਟ ਵੋਟਾਂ ਦੇ ਮਾਰਜਨ ਨਾਲ ਹਾਰੇ। ਠੀਕ ਹੈ। ਸੁਖਦੇਵ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਕਾਂਗਰਸ ਬੁਲਾਰ ਨੇ। ਸੁਖਦੇਵ ਸਿੰਘ, ਹਰਜੀਤ ਸਿੰਘ ਗਰੇਵਾਲ ਸਾਹਿਬ ਵੀ ਕਹਿ ਰਹੇ ਨੇ ਕਿ ਜਿੰਨਾ ਦਲਬਲ ਸਰਕਾਰੀ ਤੰਤਰ ਵਰਤਿਆ ਗਿਆ, ਜੇ ਇੰਨਾ ਦਲਬਲ ਤੇ ਸਰਕਾਰੀ ਤੰਤਰ ਨਾ ਵਰਤਿਆ ਹੁੰਦਾ ਤਾਂ ਨਤੀਜੇ ਸ਼ਾਇਦ ਕੁਝ ਹੋਰ ਹੀ ਹੁੰਦੇ। ਮੁਕੇਰੀਆਂ ਸੀਟ ਵੀ ਸਾਡੀ ਹੋਣੀ ਸੀ। ਦੇਖੋ, ਗੱਲ ਇਹ ਹੈ ਹਰਪ੍ਰੀਤ ਜੀ, ਡੈਮੋਕ੍ਰੇਸੀ ਹੈ, ਹੱਕ ਹੈ ਆਪਣਾ ਗਰੇਵਾਲ ਸਾਹਿਬ ਨੂੰ ਕਹਿਣ ਦਾ, ਪਰ ਜੋ ਧਰਾਤਲ ਤੇ ਹੋਇਆ ਉਹ ਸਾਰਿਆਂ ਨੂੰ ਪਤਾ ਹੈ। ਉਹ ਕਿਸੇ ਤੋਂ ਕੋਈ ਲੁਕਿਆ ਛਿਪਿਆ ਨਹੀਂ। ਔਰ ਦੇਖੋ, ਬੜੀ ਇਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਐਲੀਗੇਸ਼ਨ ਲਾਉਣ ਦੀ ਥਾਂ ਤੇ ਅਕਾਲੀ ਦਲ BJP ਨੂੰ ਆਪਣੇ ਜਿਹੜਾ ਪਾਰਟੀ ਦੇ ਅੰਦਰ ਬੈਠ ਕੇ ਸਿਰ ਜੋੜ ਕੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਜਲਾਲਾਬਾਦ ਵਰਗੀ ਸੀਟ ਜਿਹੜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪਦੀ ਜੇਬ 'ਚ ਗਿਣਦੇ ਹੁੰਦੇ ਸੀ, ਉਹ ਵੀ ਜੇ ਹਾਰ ਜਾਂਦੇ ਆ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਹੋਣਾ ਚਾਹੀਦਾ, ਸੋਚਣਾ ਚਾਹੀਦਾ ਵੀ ਕਿੱਥੇ ਜਾ ਕੇ ਇਹਨਾਂ ਦੀ ਪਾਰਟੀ ਦੇ ਵਿੱਚ ਕੀ ਘਾਟਾਂ ਨੇ, ਕੀ ਇਹਨਾਂ ਦੇ ਗੱਠਜੋੜ ਦੇ ਵਿੱਚ ਕਿੱਥੇ ਜਾ ਕੇ ਕੋਈ ਪ੍ਰੋਬਲਮਾਂ ਨੇ। ਇਹ ਇਸ ਦੀ ਬਜਾਏ ਸਿਰਫ ਐਲੀਗੇਸ਼ਨ ਲਾਈ ਜਾਣਗੇ ਤਾਂ ਮੇਰੇ ਖਿਆਲ ਦੇ ਵਿੱਚ ਇਹ ਆਪਣੇ ਭਲਾ ਨਹੀਂ ਕਰ ਰਹੇ, ਆਪਣੀ ਪਾਰਟੀ ਦਾ ਭਲਾ ਨਹੀਂ ਕਰ ਰਹੇ। ਆਪਣੀ ਪਾਰਟੀ ਦਾ ਭਲਾ ਕਰਨ ਵਾਸਤੇ ਇਹਨਾਂ ਨੂੰ ਮੁਲਾਂਕਣ ਕਰਨਾ ਚਾਹੀਦਾ ਆਪਣਾ ਐਲੀਗੇਸ਼ਨ ਲਾਉਣ ਦੀ ਬਜਾਏ। ਕਿਉਂਕਿ ਜੇ ਆਪਣੀ ਜਲਾਲਾਬਾਦ ਵਰਗੀ ਸੀਟ 17,000 ਵੋਟ ਤੇ ਹਾਰਦੇ ਆ ਤਾਂ ਇੱਕ ਬੜੀ ਬਹੁਤ ਸ਼ਰਮਨਾਕ ਹਾਰ ਹੈ ਅਕਾਲੀ ਦਲ ਵਾਸਤੇ ਔਰ ਆਪਦੇ ਸਟਰੋਂਗ ਹੋਲਡ ਚੋਂ, ਜਿੱਥੋਂ ਕਿ ਇਹ ਆਪਣੀ ਕਦੇ ਵੀ ਇਹ ਕਹਿੰਦੇ ਹੁੰਦੇ ਸੀ ਸਾਡੀ ਅਸੀਂ ਹਾਰਦੇ ਨਹੀਂ। ਔਰ ਦੂਜੀ ਗੱਲ BJP ਲਈ, BJP ਤੋਂ ਫਗਵਾੜਾ ਸੀਟ BJP ਦੇ ਬਰਾਬਰ BSP ਵੋਟਾਂ ਉੱਥੋਂ ਲੈ ਗਈ। ਇਸ ਕਰਕੇ BJP ਨੂੰ ਵੀ ਸੋਚਣਾ ਚਾਹੀਦਾ ਵੀ ਉਹਨਾਂ ਦੀ ਰਣਨੀਤੀ ਦੇ ਵਿੱਚ ਉਹਨਾਂ ਦਾ ਜਿਹੜਾ ਉਹਨਾਂ ਨੇ ਇੱਕ ਜੋ ਅੱਜ ਕੱਲ੍ਹ ਉਹ ਛੱਡਦੇ ਨੇ, ਉਹਨਾਂ ਦੀ ਸੈਂਟਰ ਦੀ ਸਰਕਾਰ ਦਾ ਪਰਫਾਰਮੈਂਸ
ਕਿਤੇ ਲੋਕਾਂ ਨੇ ਦੇਖਿਆ। ਉਹ ਸਿਰਫ 370 ਜਾਂ 35 ਇਹਦੇ ਸਹਾਰੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਪਰ ਉਹ ਇੱਕ ਇਦਾਂ ਦੇ ਮੁੱਦੇ ਖੜੇ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਜੋ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦਾ ਹਾਲ ਹੈ, ਜੋ ਦੇਸ਼ ਦੇ ਵਿੱਚ ਫਾਈਨਾਂਸ ਦੀ ਜਿਹੜੀ ਸਾਡਾ ਆਰਥਿਕਤਾ ਦਾ ਹਾਲ ਹੈ, ਪੰਜਾਬ ਦੇ ਵਿੱਚ ਕੋਈ ਸਮੱਸਿਆ ਨਹੀਂ ਜਾਣ ਤਾਂ ਘੱਟੋ ਘੱਟ ਇਹ ਗੱਲਾਂ ਦਾ ਮੁਲਾਂਕਣ ਕਰਨ ਚਲੋ ਮੈਂ ਇੱਕ ਤਾਂ ਮਿੰਟ ਮੇਰੇ ਆਇਆ ਖਿਆਲ ਦੇ ਵਿੱਚ ਇਹ ਜਿਹੜਾ ਹੈਗਾ ਦੇਸ਼ ਦੇ ਵੀ ਭਲੇ ਦੀ ਗੱਲ ਹੈ, ਪਾਰਟੀਆਂ ਦੇ ਵੀ ਭਲੇ ਵਾਸਤੇ ਗੱਲ ਹੈ। ਪਰ ਇਹ ਆਪਾਂ ਐਲੀਗੇਸ਼ਨ ਲਾਈ ਜਾਣੇ। ਅੱਜ ਦੇਖੋ ਇਹ ਬਾਈ ਇਲੈਕਸ਼ਨ ਕਹਿੰਦੇ ਵੀ ਰੂਲਿੰਗ ਪਾਰਟੀ ਹਾਰੇ ਨੇ, ਤੁਸੀਂ ਗੁਜਰਾਤ ਦੇ ਵਿੱਚ ਜਾਓ, ਗੁਜਰਾਤ 'ਚ ਦੇਖੋ ਬਾਈ ਇਲੈਕਸ਼ਨ ਦਾ ਕੀ ਰਿਜ਼ਲਟ ਹੈ। ਹਾਂਜੀ ਚੀਮਾ ਸਾਹਿਬ, ਉਹ ਬੀਜੇਪੀ ਸੋਚੇ ਵੀ ਗੁਜਰਾਤ ਜਿੱਥੋਂ ਜਿਹੜਾ ਕਿ ਮੋਦੀ ਜੀ ਦੇ ਸੁਖਦੇਵ ਜੀ ਆਇਆ, ਮੈਂ ਤੁਹਾਡੇ ਕੋਲ 1 ਮਿੰਟ ਆਇਆ। ਸੁਖਦੇਵ ਸਿੰਘ ਜੀ ਰਿਐਕਸ਼ਨ ਲੈ ਲਵਾਂ। ਹਾਂਜੀ, ਪਹਿਲੀ ਤਾਂ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਸੀਟਾਂ ਜਿੱਤਨੀਆਂ ਇੱਕ ਅਲੱਗ ਗੱਲ ਹੁੰਦੀ ਹੈ, ਤੁਸੀਂ ਵੋਟਾਂ ਕਿੰਨੀਆਂ ਪਈਆਂ ਉਹਦੇ ਤੇ ਵੀ ਜਾ ਕੇ ਆਪਣਾ ਜਿਹੜਾ ਡਾਟਾ ਉਹ ਚੈੱਕ ਕਰ ਲਿਓ। ਜਿਹੜਾ ਕੈਂਡੀਡੇਟ ਸਾਡਾ ਉਤੋਂ ਹਾਰ ਗਿਆ, ਇੱਕ ਸਧਾਰਨ ਕੈਂਡੀਡੇਟ ਸੀਗਾ, ਪੈਸੇ ਦੇ ਪੱਖੋਂ ਮਾਰ ਖਾਂਦਾ ਸੀ, ਪਰ ਉਹ 60,000 ਵੋਟ ਉਤੋਂ ਲੈ ਕੇ ਗਿਆ। ਤੁਹਾਡੇ ਜਿਹੜੇ ਦੋਨੋਂ ਜਿੱਤੇ ਕੈਂਡੀਡੇਟ ਹੈ, ਮਕੇਰੀਆਂ ਵਾਲਾ ਉਹਨੂੰ 53,000 ਜਿੱਤ ਕੇ ਪਈਆਂ, ਤੇ ਜਿਹੜਾ ਫਗਵਾੜੇ ਵਾਲਾ ਉਹਨੂੰ 49,000 ਪਈਆਂ। ਉਹਨਾਂ ਦੋਨਾਂ ਨਾਲੋਂ 10-11,000 ਵੋਟ ਜਿਹੜੀ ਹੈ ਉਹ ਜਲਾਲਾਬਾਦ ਵਾਲਾ ਵੱਧ ਲੈ ਕੇ ਗਿਆ। ਤੁਸੀਂ ਇਹ ਨਾ ਸਮਝੋ, ਤੁਸੀਂ ਕੈਲਕੂਲੇਸ਼ਨ ਤਾਂ ਬਾਅਦ ਚ ਕਰਿਓ। ਹੁਣ ਤਾਂ ਇਲੈਕਸ਼ਨ ਹੋ ਹਟੀ ਹੈ, ਮੈਨੂੰ ਅੱਜ ਗਿਣਾ ਦਿਓ ਟੈਲੀਵਿਜ਼ਨ ਦੇ ਉੱਤੇ ਵੀ ਕਿਹੜਾ ਇੱਕ ਚੰਗਾ ਕੰਮ ਹੈ ਜਿਹਨੂੰ ਦੇਖ ਕੇ ਤੁਸੀਂ ਸੋਚਦੇ ਹੋ ਕਿ ਐਡਾ ਵੱਡਾ ਸਮਰਥਨ ਜਿਹੜਾ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਦਿੱਤਾ। ਇੱਕ ਗਿਣ ਕੇ ਦੱਸ ਦਿਓ, ਇੱਕ ਥਾਂ ਦੱਸ ਦਿਓ ਕਿ ਕਿਤੇ ਮੁੱਖ ਮੰਤਰੀ ਸਾਹਿਬ ਨੇ ਜਨਤਾ ਨੂੰ ਫੇਸ ਕੀਤਾ ਹੋਵੇ ਸਾਰੇ ਇਲੈਕਸ਼ਨ ਕੰਪੇਨ ਦੇ ਉੱਤੇ। ਜਦੋਂ ਕੋਈ ਆਪਣੇ ਪੱਲੇ ਕੱਖ ਨਾ ਹੋਵੇ, ਹਰ ਮਹਿਕਮੇ ਨੂੰ ਇਹ ਦਿੱਤਾ ਕਿ ਤੂੰ ਜਿਹੜੇ ਹੈਲਥ ਵਾਲੇ ਨੂੰ ਕਿਹਾ ਕਿ ਤੂੰ ਜਾ ਕੇ ਕੈਮੇ ਸ਼ਾਪ ਤੇ ਛਾਪੇ ਮਾਰ ਲੈ, ਫੂਡ ਐਂਡ ਸਪਲਾਈ ਵਾਲੇ ਨੂੰ ਕਿਹਾ ਕਿ ਤੂੰ ਜਿੰਨੇ ਡਿਪੂ ਹੋਲਡਰ ਹੈ ਉਹਨਾਂ ਦਾ ਰਿਕਾਰਡ ਚੁੱਕ ਲੈ, ਪੰਚਾਇਤ ਵਾਲੇ ਨੂੰ ਤੁਸੀਂ ਜਾ ਕੇ ਕਹਿਤਾ ਕਿ ਸਾਰੇ ਸਰਪੰਚਾਂ ਨੇ ਪਿੰਡਾਂ 'ਚ ਪੈਸਾ ਕਾਫੀ ਲੱਗਿਆ, ਸਰਪੰਚ ਨੂੰ ਕਹਿ ਦੇ ਕਿ ਜੇ ਤੇਰੇ ਪਿੰਡੋਂ ਹਾਰ ਗਏ ਤੇ ਹਾਲੇ 2 ਸਾਲ ਦਾ ਸਮਾਂ ਪਿਆ, ਤੈਨੂੰ ਚੱਕ ਕੇ ਅੰਦਰ ਦੇ ਦਿਆਂਗੇ। ਇਹਨਾਂ ਹੱਥ ਕੰਡਿਆਂ ਨਾਲ ਕੋਈ ਪਾਰਟੀਆਂ ਖੜੀਆਂ ਨਹੀਂ ਹੁੰਦੀਆਂ। ਇਹ ਇਲੈਕਸ਼ਨ ਜਿੱਤੀ ਹੈ, ਹਾਲ ਕੀ ਹੈ ਉਹ ਵੀ ਦੇਖੋ। ਜਿੱਥੇ ਜਿੱਤੇ ਹੋ ਇਹ ਵੋਟਾਂ ਜਿਹੜੀਆਂ ਜਲਾਲਾਬਾਦ ਵਾਲੇ ਨੇ ਲਈਆਂ ਉਹ ਥੋੜੀਆਂ ਨਹੀਂ ਲਈਆਂ। ਇਸ ਕਰਕੇ ਜਦੋਂ ਡਿਵੀਜ਼ਨ ਆਫ ਵੋਟ ਨਾ ਹੋਵੇ ਤੇ ਬਾਕੀ ਤੁਸੀਂ ਸਾਰੇ ਕੈਂਡੀਡੇਟ ਵੀ ਦਬਾ ਲਓ, ਸਾਰਾ ਕੁਝ ਦਬਾ ਲਓ, ਫਿਰ ਵੀ ਹਿੱਟ ਠੋਕ ਕੇ ਸਾਡੇ ਕੈਂਡੀਡੇਟ ਨੇ ਮੁਕਾਬਲੇ ਕੀਤੇ ਹੈ। ਇਸ ਕਰਕੇ ਕੋਈ ਛੋਟੀ ਜਿਹੀ ਗੱਲ ਨਹੀਂ, ਆਪਣੇ ਅੰਦਰ ਝਾਤੀ ਮਾਰੋ ਕਿ ਤੁਸੀਂ ਕੀਤਾ ਕੀ ਹੈ। ਕੋਈ ਇੱਕ ਚੀਜ਼ ਦੱਸੋ ਨਾ, ਗੱਲਾਂ ਤਾਂ ਬਹੁਤ ਹੁੰਦੀਆਂ ਤੁਹਾਨੂੰ ਚੋਪੜੀਆਂ ਕਰਨੀਆਂ। ਕੋਈ ਇੱਕ ਚੀਜ਼ ਵੀ ਨਾ ਲਓ, ਹੁਣ ਦੱਸ ਦਿਓ ਇਲੈਕਸ਼ਨ ਹੋ ਗਈ, ਹੁਣ ਜਨਤਾ ਨੂੰ ਜਾਣਕਾਰੀ ਦੇ ਦਿਓ ਸੂਬੇ ਦਾ 10 ਤੇ ਕਿਹੜਾ ਤੁਸੀਂ ਬਹੁਤ ਵੱਡਾ ਕੰਮ ਕਰ ਦਿੱਤਾ ਗਏ ਹੋ। ਜਿਸ ਕਿਸਮ ਦੇ ਪੀਪੀਏ ਇੱਕ ਮਿੰਟ ਵਾਪਸ ਆਇਆ, ਪਰਚੇਜ ਐਗਰੀਮੈਂਟ ਕੀਤੇ ਨੇ 25 ਸਾਲ ਸੂਬਾ ਨਹੀਂ ਹੁੰਦਾ। ਚੀਮਾ ਸਾਹਿਬ ਤੋਂ ਪੁੱਛਣਾ, ਫਿਰ ਮੈਂ ਤੁਹਾਡੇ ਕੋਲ ਆਣਾ। ਕਦੇ ਵੀ ਤੁਸੀਂ ਗੱਲਾਂ ਚੀਮਾ ਸਾਹਿਬ ਬਹਿਸ ਕਰ ਲਿਓ। ਉਹ ਜਿਹੜੇ 25 ਸਾਲ ਦੇ ਵਿੱਚ ਅਸੀਂ ਬਿਜਲੀ ਦੇ ਰੇਟ ਘੱਟ ਨਹੀਂ ਹੋ ਸਕਣਗੇ, ਕੋਈ ਸਰਕਾਰ ਆ ਜਾਵੇ, ਤੁਸੀਂ 25 ਸਾਲ ਵਾਸਤੇ ਜਲਾਲਾਬਾਦ ਦੇ ਵਿੱਚ ਯੂਜ਼ ਕੀਤਾ, ਪਰ ਨਤੀਜੇ ਵੱਖੋ ਵੱਖਰੇ ਇਹੀ ਜੋ ਮਰਜ਼ੀ ਜਾਓ, ਗੱਲਾਂ ਸਾਰੀਆਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਜੋ ਸੱਚਾਈ ਹੈ ਉਹਨੇ ਸੱਚਾਈ ਲੈਣਾ। ਉਹ ਕਾਗਜ਼ ਬੋਲਦੇ ਨੇ ਜਿਹੜੇ ਤੁਸੀਂ ਕਰਕੇ ਗਏ। ਠੀਕ ਹੈ ਸੁਖਦੇਵ ਜੀ, 1 ਮਿੰਟ ਆਇਆ ਮੈਂ। ਚੀਮਾ ਸਾਹਿਬ ਇੱਕ ਗੱਲ ਦਾ ਜਵਾਬ ਦਿਓ। ਅਸੀਂ ਦਾਖਾਂ ਵੀ ਕਵਰੇਜ ਕੀਤੀ ਹੈ, ਜਲਾਲਾਬਾਦ ਵੀ। ਦਾਖਾਂ ਦੇ ਲੋਕਾਂ ਦਾ ਇੱਕ ਰਿਐਕਸ਼ਨ ਬੜਾ ਦੇਖਣ ਦੇ ਵਿੱਚ ਮਿਲਿਆ ਕਿ ਇੱਥੇ ਸਰਕਾਰੀ ਤੰਤਰ ਦੀ ਬੜੀ ਦੁਰਵਰਤੋਂ ਹੋ ਰਹੀ ਹੈ ਜੀ, ਸਾਨੂੰ ਧਮਕੀਆਂ ਮਿਲ ਰਹੀਆਂ ਨੇ, ਸਾਨੂੰ ਡਰਾਵੇ ਪਾਏ ਜਾ ਰਹੇ ਨੇ, ਫੇਸਬੁੱਕ ਹੋ ਕੇ ਲਾਈਵ ਕੀਤਾ ਜਾ ਰਿਹਾ, ਘਰ ਨਿਕਲਣ ਨਹੀਂ ਦੇਣਾ ਅਸੀਂ ਤੁਹਾਨੂੰ। ਇਹ ਚੀਜ਼ਾਂ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਹੱਕ ਦੇ ਵਿੱਚ ਹੀ ਭੁਗਤ ਗਈਆਂ ਨੇ? ਜਦੋਂ ਵੀ ਕਿਸੇ ਨੂੰ ਦਬਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ, ਇਹ ਐਲੀਗੇਸ਼ਨ ਤੁਹਾਡੇ ਨੇ ਕਿ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦਾ ਉਲਟਾ ਅਸਰ ਦੇਖਣ ਨੂੰ ਮਿਲਿਆ। ਨਹੀਂ ਬਿਲਕੁਲ, ਜਿਹੜੇ ਹਿੱਕ ਠੋਕ ਕੇ ਫੇਸਬੁੱਕ ਤੇ ਲਾਈਵ ਹੋ ਕੇ ਤੇ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਪਿੰਡ 'ਚ ਕਹਿੰਦੇ ਸੀ ਕਿ ਮੈਂ ਇੱਥੇ ਖੜਾ, ਇਲੈਕਸ਼ਨ ਕਮਿਸ਼ਨ ਦੇ ਹੁਕਮ ਜਿਹੜੇ ਵਾਇਲੇਟ ਕਰਕੇ ਖੜਾ, ਤੇ ਜਿਨ੍ਹਾਂ ਲੋਕਾਂ ਨੇ ਦੇਸ਼ ਆਜ਼ਾਦ ਕਰਾਇਆ ਸੀ ਸ਼ਹੀਦ ਕਰਤਾਰ ਸਿੰਘ ਸਰਾਭੇ ਵਾਲੇ ਦੀ, ਉਹ ਜਿਹੜੇ ਵਾਰਿਸ ਨੇ, ਉਹਨਾਂ ਨੇ ਇਸ ਵਾਸਤੇ ਦੇਸ਼ ਆਜ਼ਾਦ ਨਹੀਂ ਸੀ ਕਰਾਇਆ ਕਿ ਇਸ ਤਰ੍ਹਾਂ ਸਾਡੇ ਨੁਮਾਇੰਦੇ ਆ ਕੇ ਗੁੰਡਾਗਰਦੀ ਕਰਨਗੇ। ਉਹਨਾਂ ਨੂੰ ਤਾਂ ਇਹ ਸੀ ਕਿ ਸਾਡਾ ਲੋਕਤੰਤਰ ਮਜ਼ਬੂਤ ਹੋਏਗਾ, ਫ੍ਰੀ ਐਂਡ ਫੇਅਰ ਇਲੈਕਸ਼ਨਸ ਹੋਣਗੀਆਂ। ਇਹ ਡੈਮੋਕ੍ਰੇਸੀ ਦਾ ਮਰਡਰ ਵੀ ਕਰ ਰਹੇ ਸੀ ਤੇ ਕਰਤਾਰ ਸਿੰਘ ਸਰਾਭੇ ਦੇ ਬੁੱਤ ਦੇ ਕੋਲ ਖੜ ਕੇ ਕਰ ਰਹੇ ਸੀ, ਜਿਹੜਾ ਕਿ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਅਪਮਾਨ ਜਿਹੜਾ ਉਹ ਹੋ ਨਹੀਂ ਸਕਦਾ ਸ਼ਹੀਦਾਂ ਦਾ। ਸ਼ਹੀਦਾਂ ਦੇ ਪਿੰਡ ਜਾ ਕੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਪਿੰਡ ਜਾ ਕੇ ਜਦੋਂ ਹਿੱਕ ਠੋਕ ਕੇ ਕਹਿੰਦੇ ਸੀ, ਤੇ ਅਲਟੀਮੇਟਲੀ ਲੋਕਾਂ ਨੇ ਮਨ ਬਣਾਇਆ। ਠੀਕ ਹੈ, ਲੋਕੀ ਮਨ ਬਣਾਇਆ ਲੋਕਾਂ ਨੇ, ਤੇ ਤਾਂ ਹੀ ਐਡੀ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਇੱਥੋਂ ਹਰਾਇਆ। ਇਸ ਕਰਕੇ ਇੱਕ ਥਾਂ ਨਹੀਂ, ਤੁਸੀਂ ਦੇਖੋ ਪਰਚੇ ਕਿੰਨੇ ਹੋਏ। ਜੀ ਬੰਦੇ ਬੂਥਾਂ ਤੋਂ ਚੱਕੇ ਜਾ ਰਹੇ ਆ, ਬਾਹਰ ਨਾਲ ਦੂਜਿਆਂ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੈ, ਉਹ ਕਦੀ ਕਿਸੇ ਪਿੰਡ ਚੋਂ ਬੰਦਾ ਚੁੱਕ ਕੇ ਲੈ ਜਾਂਦੇ, ਤੈਨੂੰ ਬੁਲਾਇਆ, ਕਦੀ ਕਿਸੇ ਪਿੰਡੋਂ ਬੰਦਾ ਚੁੱਕ ਕੇ ਲੈ ਕੇ ਜਾ। ਲੇਕਿਨ ਫਿਰ ਵੀ ਲੋਕੀ, ਮੈਂ ਸਮਝਦਾ ਜਾਗਰਿਤ ਇਲਾਕਾ, NRI ਦਾ ਪ੍ਰਭਾਵ ਹੈ, ਉਹਨਾਂ ਫੈਮਿਲੀਜ਼ ਨੇ ਡਟ ਕੇ ਅਪੋਜ਼ ਕੀਤਾ ਜੋ ਕੁਛ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ।
ਔਰ ਨਤੀਜਾ ਐਡਾ ਕਮਾਲ ਦਾ ਕੱਢਿਆ ਕਿ ਸਰਕਾਰ ਨੂੰ ਸਬਕ ਵੀ ਸਿਖਾ ਦਿੱਤਾ। ਠੀਕ ਹੈ ਤਰਲੋਚਨ ਜੀ, ਇਹ ਸਾਰੇ ਸੰਦਰਭ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਇਲੈਕਸ਼ਨ ਤੋਂ 2-3 ਦਿਨ ਪਹਿਲਾਂ ਐਸਐਸਪੀ ਤੋਂ ਚਾਰਜ ਲੈ ਕੇ ਸੀਨੀਅਰ ਅਫਸਰ ਨੂੰ ਦੇ ਦਿੱਤਾ ਜਾਂਦਾ ਹੈ, ਐਸਐਚਓ ਬਦਲ ਦਿੱਤਾ ਜਾਂਦਾ ਹੈ, ਜੋ ਸ਼ਿਕਾਇਤਾਂ ਇਹਨਾਂ ਵੱਲੋਂ ਕੀਤੀਆਂ ਗਈਆਂ ਉਹਨਾਂ ਤੇ ਤੁਰੰਤ ਐਕਸ਼ਨ ਲਿਆ ਜਾਂਦਾ ਹੈ। ਹਾਲਾਂਕਿ ਪੂਰੀ ਤਰ੍ਹਾਂ ਅਕਾਲੀ ਦਲ ਨਹੀਂ ਮੰਨਦਾ ਕਿ ਸਹੀ ਤਰੀਕੇ ਨਾਲ ਫੇਅਰ ਐਂਡ ਇਲੈਕਸ਼ਨ ਕਰਵਾਈ ਹੈ, ਪਰ ਕਾਫੀ ਹੱਦ ਤੱਕ ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਸਾਰਥਕ ਨਜ਼ਰ ਆਈ ਹੈ ਤੁਹਾਨੂੰ? ਦੇਖੋ, ਇੱਕ ਗੱਲ ਤਾਂ ਬੜੀ ਸਾਫ਼ ਹੋ ਗਈ ਵੀ ਅਕਾਲੀ ਦਲ ਨੇ ਜਿਹੜੀਆਂ ਕੰਪਲੇਂਟ ਕੀਤੀਆਂ ਸੀ ਉਹ ਕੰਪਲੇਂਟਸ ਨੂੰ ਚੋਣ ਕਮਿਸ਼ਨ ਨੇ ਸਹੀ ਠਹਿਰਾਇਆ। ਐਸਐਚਓ ਦਾ ਤਬਾਦਲਾ ਕੀਤਾ, ਉਹਦਾ ਅਰਥ ਇਹ ਨਿਕਲਦਾ ਹੈ ਵੀ ਕਿਤੇ ਨਾ ਕਿਤੇ ਧੱਕਾ ਹੋ ਰਿਹਾ ਸੀ, ਹੁਕਮਰਾਨ ਪਾਰਟੀ ਦੇ ਹੱਕ ਵਿੱਚ ਐਸਐਚਓ ਭੁਗਤ ਰਿਹਾ ਸੀ। ਔਰ ਬਹੁਤ ਵੱਡੀ ਗੱਲ ਜਿਹੜੀ ਹੈਗੀ ਹੈ ਵੀ ਅਖੀਰਲੇ ਦਿਨ ਐਸਐਸਪੀ ਜਿਹੜਾ ਕੰਸਰਨਡ ਸੀ ਉਹਦੇ ਚੋਣ ਕਮਿਸ਼ਨ ਨੇ ਹੱਥ ਬੰਨ੍ਹ ਦਿੱਤੇ ਵੀ ਤੂੰ ਇੱਥੇ ਕੁਛ ਨਹੀਂ ਕਰਨਾ। ਉਹ ਡੀਆਈਜੀ ਦੀ ਸਪੈਸ਼ਲ ਡਿਊਟੀ ਲਾਤੀ। ਉਹਦੇ ਤੋਂ ਵੀ ਜੇ ਇਲੈਕਸ਼ਨ ਕਮਿਸ਼ਨ ਨੇ ਡਿਸੀਜਨ ਕੀਤਾ ਤੇ ਕਿਤੇ ਉਹਨੂੰ ਫੈਕਟਸ ਮਿਲੇ ਨੇ ਵੀ ਕਿਤੇ ਗੜਬੜ ਹੋ ਰਹੀ ਹੈ। ਸੋ ਇਹ ਜਿਹੜੇ 2 ਇਨਸੀਡੈਂਟ ਨੇ ਖਾਸ ਕਰਕੇ ਉਹਦੇ ਤੋਂ ਤੇ ਗੱਲ ਸਾਫ਼ ਹੋ ਗਈ ਵੀ ਉੱਥੇ ਹੁਕਮਰਾਨ ਪਾਰਟੀ ਦੇਖੋ ਕੋਈ ਵੀ ਹੈ, ਜਦੋਂ ਜਿਮਨੀ ਚੋਣਾਂ ਆਉਂਦੀਆਂ ਸਾਰੇ ਦੋਸਤ ਕਹਿ ਰਹੇ ਨੇ ਵੀ ਇਹ ਤੇ ਉਹਨਾਂ ਦੀਆਂ ਹੁੰਦੀਆਂ। ਉਹਦਾ ਅਰਥ ਕੀ ਹੋ ਗਿਆ ਫਿਰ ਹਰਪ੍ਰੀਤ ਜੀ? ਅਰਥ ਇਹ ਹੋ ਗਿਆ ਵੀ ਜਿਹੜੀਆਂ ਜਿਮਨੀ ਚੋਣਾਂ ਨੇ ਉਹ ਕਾਰਗੁਜ਼ਾਰੀ ਦੇ ਆਧਾਰ ਤੇ ਨਹੀਂ ਹੁੰਦੀਆਂ, ਉਹ ਉੱਥੇ ਮੁੱਦੇ ਨਹੀਂ ਦੇਖੇ ਜਾਂਦੇ, ਉਹ ਜਿੱਥੇ ਮੁੱਦੇ ਮਧੋਲੇ ਜਾਣ। ਮੈਂ ਤੇ ਕਹਿੰਦਾ ਜਿਹੜੀਆਂ 4 ਇਲੈਕਸ਼ਨ ਹੋਈਆਂ ਨੇ, 3 ਚ ਕਾਂਗਰਸ ਜਿੱਤੀ, 1 ਤੇ ਦਾਖਾ ਚ ਮਨਪ੍ਰੀਤ ਹੋਣੀ ਜਿੱਤੇ ਨੇ ਅਕਾਲੀ ਦਲ ਦੇ। ਪਰ ਜੇ ਮੈਂ ਇਹਦਾ ਐਨਾਲਿਸਿਸ ਕਰਾਂ ਤੇ ਬੜਾ ਸਪਸ਼ਟ ਹੈ ਵੀ ਜੇ ਮੁੱਦਿਆਂ ਦੇ ਆਧਾਰ ਤੇ ਇਹਦੇ ਚ ਲੋਕਾਂ ਦਾ ਵੀ ਕਸੂਰ ਹੈ। ਮਤਲਬ ਲੋਕ ਵੀ ਜੇ ਤਸ਼ੱਦਦ ਕਿਵੇਂ ਕੋਈ ਕਰ ਲੂਗਾ ਯਾਰ, ਪਿੰਡ ਚ ਆ ਕੇ ਕਿਵੇਂ ਕੋਈ ਧੱਕਾ ਕਰ ਲੂਗਾ? ਕਿਤੇ ਖੜ ਸਕਦੇ ਤੇ ਤੁਹਾਡੇ ਕੋਲ ਰਾਈਟ ਹੈ, ਤੁਸੀਂ ਗੁਪਤ ਵੋਟ ਪਾਉਣੀ ਹੈ। ਜੇ ਤੁਸੀਂ ਪੈਸਿਆਂ ਦੇ, ਹੁਣ ਜਿਵੇਂ ਮੈਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਵੀ ਜਲਾਲਾਬਾਦ ਚ ਚੀਮਾ ਸਾਹਿਬ ਕਹਿ ਰਹੇ ਨੇ ਵੀ ਪੈਸੇ ਦਾ ਬੜਾ ਪ੍ਰਵਾਹ ਚੱਲਿਆ। ਕਮਾਲ ਹੈ ਯਾਰ। ਇੱਕ ਪਾਸੇ ਇਹ ਕਹਿੰਦੇ ਵੀ ਉਹਨੂੰ ਅਸੀਂ ਸਵਰਗ ਬਣਾਤਾ ਜਲਾਲਾਬਾਦ ਨੂੰ, ਇਹਦਾ ਮਤਲਬ ਲੋਕ ਇੱਕ ਦਿਨ ਲਈ ਕਿੰਨੇ ਕੁ ਪੈਸੇ ਦੇ ਦਿੱਤੇ ਹੋਣਗੇ? ਉਹਨਾਂ ਨੂੰ ਕਿਤੇ 1-1 ਕਰੋੜ ਰੁਪਇਆ ਦਿੱਤਾ ਇੱਕ ਵੋਟਰ ਨੂੰ। ਪਰ ਜੇ ਲੋਕ ਵੀ ਇਦਾਂ ਸੋਚਣਗੇ ਤਾਂ ਮੈਨੂੰ ਲੱਗਦਾ ਵੀ ਇਹ ਗੱਲ ਠੀਕ ਨਹੀਂ। ਪਰ ਇੱਕ ਗੱਲ ਬੜਾ ਸਾਫ਼ ਹੈ, ਇਹ ਦੁਖਾਂਤ ਹੈ। ਮੈਂ ਕਹਿੰਦਾ ਇਹ ਜਿਮਨੀ ਚੋਣਾਂ 'ਚ ਸਗੋਂ ਲੋਕਾਂ ਨੂੰ ਅਵੇਅਰ ਹੋ ਕੇ ਬੜੀ ਇਮਾਨਦਾਰੀ ਨਾਲ ਵੋਟ ਪਾਉਣੀ ਚਾਹੀਦੀ ਹੈ। ਹੁਣ ਜੇ ਆਪਾਂ ਪੰਜਾਬ ਵੱਲ ਸਰਕਾਰ ਦੀ ਕਾਰਗੁਜ਼ਾਰੀ ਤੇ ਨਿਰਭਰ ਕਰਦੀ ਹੈ। ਹੁਣ ਸਰਕਾਰ ਇੱਕ ਠੋਕ ਕੇ ਕਹੇਗੀ ਕਿ 3 ਸੀਟਾਂ ਲਈਆਂ ਨੇ। ਪਰ ਮੈਂ ਇੱਕ ਗੱਲ ਜ਼ਰੂਰ ਦੱਸੂਗਾ ਔਰ ਉਹਦੇ 'ਚ ਕਲੀਅਰ ਹੁੰਦਾ ਹੈ, ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਖਾ ਹਲਕੇ 'ਚ ਹਰ ਹਾਲਤ 'ਚ ਚਾਹੁੰਦੇ ਸੀ ਵੀ ਜਿੱਤ ਹੋਵੇ। ਮੈਂ ਮੁਲਾਜ਼ਮਾਂ ਦੀ ਐਗਜ਼ਾਮਪਲ ਦਿੰਦਾ, ਮੈਂ ਬਹੁਤ ਨੇੜੇ ਉਹਨੂੰ ਕਵਰ ਕੀਤਾ ਹਰਪ੍ਰੀਤ ਜੀ। ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਖੁਦ ਬੁਲਾਇਆ ਔਰ ਉਹਨਾਂ ਨੂੰ ਪਲੋਸਿਆ। ਪਤਾ ਲੱਗਾ ਉਹਨਾਂ ਦੇ ਮੋਢਿਆਂ ਦਾ ਹੱਥ ਰੱਖਿਆ ਵੀ ਤੁਸੀਂ ਘੱਟੋ ਘੱਟ ਇਲੈਕਸ਼ਨ ਸਾਡੀ ਨਿਕਲ ਲੈਣ ਤੋਂ, ਦਾਖਾ ਨਹੀਂ ਜਾਣਾ। ਮਨਪ੍ਰੀਤ ਸਿੰਘ ਬਾਦਲ ਹੋਣਾ ਦੀ ਖਜ਼ਾਨਾ ਮੰਤਰੀ ਦੀ ਡਿਊਟੀ ਲਾਓ, ਉਹਨਾਂ ਦੀ ਸੁਣੋ। ਮਨਪ੍ਰੀਤ ਹੋਣਾ ਨੇ ਚੰਗੀ ਤਰ੍ਹਾਂ ਸੁਣਿਆ ਨਾ। ਫਿਰ ਮੁਲਾਜ਼ਮਾਂ ਨੇ ਐਲਾਨ ਕਰ ਦਿੱਤਾ 16 ਅਕਤੂਬਰ ਨੂੰ ਅਸੀਂ ਮਾਰਚ ਕਰਾਂਗੇ ਜਾ ਕੇ ਦਾਖਾ। ਇਹਦੇ ਬਾਵਜੂਦ ਉਹਨਾਂ ਨੇ ਇੱਕ ਦਿਨ ਟਾਲਿਆ ਔਰ ਸੰਦੀਪ ਸੰਧੂ ਹੋਣਾ ਦਾ ਜੋ ਪਤਾ ਲੱਗਾ, ਉਹਨਾਂ ਨੇ ਫਿਰ ਖਜ਼ਾਨਾ ਮੰਤਰੀ ਨੂੰ ਬੇਨਤੀ ਕੀਤੀ ਯਾਰ ਤੂੰ ਸੁਣ ਲਾ ਇਹਨਾਂ ਨੂੰ ਇੱਕ ਵਾਰੀ। ਖਜ਼ਾਨਾ ਮੰਤਰੀ ਨੇ 18 ਤਰੀਕ ਨੂੰ ਦਾਖਾ ਉਹਨਾਂ ਨੂੰ ਸੁਣਿਆ ਔਰ ਨਾ ਕਰ ਦਿੱਤੀ ਵੀ ਮੈਂ ਤਾਂ ਦੇ ਹੀ ਨਹੀਂ ਸਕਦਾ, ਜਿਵੇਂ ਉਹਨਾਂ ਦਾ ਸੁਭਾਅ ਆ ਵੀ ਅਸੀਂ ਤਾਂ ਖਾਲੀ ਪਏ ਯਾਰ, ਸਾਡੇ ਤੇ ਤਰਸ ਕਰੋ। 19 ਤਰੀਕ ਨੂੰ ਦਾਖਾ ਮੁਲਾਜ਼ਮਾਂ ਨੇ ਹਿਸਟੋਰੀਕਲ ਝੰਡਾ ਮਾਰਚ ਕੀਤਾ ਹੈ ਔਰ ਮੈਂ ਸਮਝਦਾ ਉਹ ਝੰਡਾ ਮਾਰਚ ਕੀਤਾ ਉਹਦਾ ਵੀ ਇੱਕ ਅਸਰ ਹੈ। ਜਦੋਂ ਲੋਕ ਖੜ ਜਾਣਗੇ ਆਪਣੇ ਮੁੱਦਿਆਂ ਦੀ ਗੱਲ ਕਰਨਗੇ ਤੇ ਉਹਦੇ ਨਾਲ ਇਹ ਪ੍ਰਭਾਵ ਪੈਂਦਾ। ਉੱਥੇ ਹਾਰ ਹੋਈ। ਉਹ ਐਂ ਲੱਗਦਾ ਸੀ ਕਿ ਮੁਲਾਜ਼ਮਾਂ ਨੂੰ ਵੀ ਪਤਾ ਸੀਗਾ ਕਿ ਇੰਪੋਰਟੈਂਟ ਸੀਟ ਕਿਹੜੀ ਹੈਗੀ ਹੈ ਕੈਪਟਨ ਸਾਹਿਬ ਵਾਸਤੇ, ਖਾਸ ਤੌਰ ਤੇ ਉਹ ਜਲਾਲਾਬਾਦ ਨਹੀਂ ਗਏ ਜਾਂ ਮੁਕੇਰੀਆਂ ਜਾਂ ਉਧਰ ਦੂਜੇ ਪਾਸੇ ਨਹੀਂ ਗਏ, ਉਹ ਦਾਖਾ ਹੀ ਆਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਾਂਗਰਸ ਲਈ ਕਿੰਨੀ ਅਹਿਮੀਅਤ ਰੱਖਦੀ ਸੀ। ਮੁੱਖ ਮੰਤਰੀ ਖੁਦ ਉੱਥੇ ਹਰਪ੍ਰੀਤ ਜੀ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਗੱਲ ਕੀਤੀ, ਬੜੀ ਹਾਸੋਹੀਣੀ ਗੱਲ ਹੈ, ਆਇਰਨੀ ਵੀ ਹੈ। ਮੈਂ ਤਾਂ ਇਹ ਕਹਾਂਗਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦੀ ਕੰਪਲੇਂਟਸ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਐਡੇ ਵੱਡੇ ਕੰਮ ਕਰ ਰਿਹਾ ਹੈ ਜਾਂ ਆਫੀਸਰਸ ਨੂੰ ਚੇਂਜ ਕਰ ਰਿਹਾ ਜਾਂ ਕੋਗਨੀਜੈਂਸ ਲੈ ਰਿਹਾ ਹੈ, ਤੇ ਦੂਜੇ ਪਾਸੇ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਸ ਦਿਨ ਹਰਿਆਣੇ ਤੇ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨ ਸੀਗੇ, ਹਰਿਆਣੇ 'ਚ ਇਲੈਕਸ਼ਨ ਸੀਗੇ, ਸਾਰੇ ਪ੍ਰਿੰਟ ਮੀਡੀਆ ਦੇ ਨਿਊਜ਼ਪੇਪਰ ਮੋਦੀ ਜੀ ਦੀ ਐਡ ਨਾਲ ਭਰੇ ਹੋਏ ਸੀਗੇ ਤੇ ਫੁੱਲ ਪੇਜ ਦੀ ਐਡ ਸੀਗੀ ਕਿ 370 ਦਾ ਪ੍ਰਚਾਰ ਕੀਤਾ ਹੋਇਆ ਸੀਗਾ
ਤੇ ਕਿਹਾ ਹੋਇਆ ਸੀਗਾ ਵੋਟ ਫॉर ਬੀਜੇਪੀ। ਉਸ ਟਾਈਮ ਜਿੱਥੇ ਇਲੈਕਸ਼ਨ ਵਾਲੇ ਦਿਨ ਜੇ ਇੱਕ ਕੋਈ ਬੰਦਾ ਟਵੀਟ ਵੀ ਕਰ ਦਿੰਦਾ ਹੈ ਜਾਂ ਕੋਈ ਬੰਦਾ ਆਪਣੀ ਹੀ ਵੋਟ ਨੂੰ ਕਹਿ ਦਿੰਦਾ ਕਿ ਤੁਸੀਂ ਵੋਟ ਪਾਓ, ਵੋਟ ਫॉर ਆਮ ਆਦਮੀ ਪਾਰਟੀ ਜਾਂ ਵੋਟ ਫॉर ਬੀਜੇਪੀ ਜਾਂ ਵੋਟ ਫॉर ਕਾਂਗਰਸ, ਉਸ ਤੇ ਪਰਚਾ ਹੋ ਜਾਂਦਾ ਹੈ। ਤਾਂ ਸਾਡੇ ਪੀਐਮ ਜਿਹੜੇ ਹੈਗੇ ਵੋਟਿੰਗ ਡੇ ਵਾਲੇ ਦਿਨ ਐਡੇ ਐਡੇ ਵੱਡੇ ਇਲੈਕਸ਼ਨ ਕਮਿਸ਼ਨ ਦੀ ਕਾਰਗੁਜ਼ਾਰੀ ਤੇ ਵੀ ਬਹੁਤ ਵੱਡੇ ਸਵਾਲੀਆ ਨਿਸ਼ਾਨ ਜਿਹੜੇ ਹੈਗੇ ਆ ਉਹ ਖੜੇ ਹੋ ਜਾਂਦੇ। ਹਾਂਜੀ ਹਾਂਜੀ ਗਰੇਵਾਲ ਸਾਹਿਬ ਕੁਝ ਕਹਿਣਾ ਉਹ ਇਸ ਤਰ੍ਹਾਂ ਕਾਂਗਰਸ ਦੀ ਵੀ ਫੁੱਲ ਪੇਜ ਐਡ ਸੀ ਸਾਡੇ ਤਾਂ ਵੈਦਰ ਇਟਸ ਕਾਂਗਰਸ ਚਾਹੇ ਕਾਂਗਰਸ ਜਿਹੜਾ ਮਰਜ਼ੀ ਹੋਵੇ ਪਾਰਟੀ ਇਹਨਾਂ ਨੂੰ ਬੀਜੇਪੀ ਪਹਿਲਾਂ ਦੱਸ ਜਾਂਦੀ ਹੈ। ਕਾਂਗਰਸ ਦੀ ਵੀ ਮੈਂ ਕਹਿ ਰਿਹਾ ਜੀ, ਜੇ ਕਾਂਗਰਸ ਦੀ ਹੈ ਤਾਂ ਉਹਨਾਂ ਦਾ ਵੀ ਮਾੜੀ ਗੱਲ ਹੈ, ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ। ਔਰ ਦੂਸਰੀ ਗੱਲ ਜਿਹੜੀ ਆ ਬੀਜੇਪੀ ਨੇ ਹਰਿਆਣਾ ਦੇ ਅੰਦਰ ਜੇ ਮਸਲ ਪਾਵਰ ਤੇ ਸਾਰੇ ਮਨੀ ਪਾਵਰ ਦਾ ਇਸਤੇਮਾਲ ਕੀਤਾ ਹੁੰਦਾ ਤੇ ਆ ਨਤੀਜੇ ਨਹੀਂ ਸੀ ਹੋਣੇ। ਔਰ ਸਾਡੇ ਕੋਲ ਸਰਕਾਰ ਸੀ, ਅਸੀਂ ਸਰਕਾਰ 'ਚ ਦਖਲਅੰਦਾਜ਼ੀ ਵੀ ਕਰ ਸਕਦੇ ਸੀ ਜਿੱਦਾਂ ਕਾਂਗਰਸ ਨੇ ਇੱਥੇ ਕੀਤਾ। ਉਸ ਤਰ੍ਹਾਂ ਦਾ ਵਿਵਹਾਰ ਸਾਡੀ ਸਰਕਾਰ ਦਾ ਕਿਤੇ ਨਹੀਂ ਹੋਇਆ, ਨਾ ਮਹਾਰਾਸ਼ਟਰ 'ਚ ਹੋਇਆ ਨਾ ਇੱਥੇ ਹੋਇਆ। ਸਵਾਲ ਇਲੈਕਸ਼ਨ ਕਮਿਸ਼ਨ ਤੇ ਨਾ ਤੁਹਾਡੀ ਪਾਰਟੀ ਥੋੜੀ ਇਲੈਕਸ਼ਨ ਕਮਿਸ਼ਨ ਨੇ ਇੱਕ ਸੁਤੰਤਰ ਰਵੱਈਆ ਅਪਣਾਇਆ ਹੁੰਦਾ ਤਾਂ ਨੋਟਿਸ ਤੁਹਾਨੂੰ ਵੀ ਜਾਰੀ ਹੁੰਦਾ। ਨਹੀਂ ਤਾਂ ਉਹ ਕੋਈ ਸ਼ਿਕਾਇਤ ਕਰ ਦਿੰਦਾ ਨਾ, ਹੁਣ ਕਰ ਦੇਣੇ ਇਹ ਤਾਂ ਇਸੇ ਕੰਮ ਤੇ ਨੇ। ਚਲੋ ਇੱਕ ਮਿੰਟ ਠੀਕ ਹੈ, ਮੈਂ ਉਹੀ ਗੱਲ ਕਰ ਰਿਹਾ ਵੀ ਸ਼ਿਕਾਇਤ ਕੰਪਲੇਂਟ ਕਿਸੇ ਨਾ ਕਿਸੇ ਨੂੰ ਕਰਨੀ ਪੈਂਦੀ ਕਰਨੀ ਪੈਂਦੀ, ਠੀਕ ਹੈ, ਕਿਉਂਕਿ ਇਲੈਕਸ਼ਨ ਕਮਿਸ਼ਨ ਦਿੱਲੀ ਬੈਠਾ, ਉੱਥੇ ਛਪਿਆ ਨਹੀਂ ਛਪਿਆ, ਇਸ ਕਰਕੇ ਜਿਹਨੂੰ ਇਫੈਕਟ ਕਰਦਾ ਉਹਨੂੰ ਕੰਪਲੇਂਟ ਠੀਕ ਹੈ। ਜਲਾਲਾਬਾਦ ਤੋਂ ਰਾਕੇਸ਼ ਸਾਡੇ ਨਾਲ ਜੁੜੇ ਹੋਏ ਨੇ, ਲਗਾਤਾਰ ਇਹ ਕਵਰੇਜ ਕਰਦੇ ਰਹੇ ਨੇ। ਰਾਕੇਸ਼, ਜਲਾਲਾਬਾਦ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਿਹੜਾ ਫੈਕਟਰ ਚੱਲਿਆ? ਕਿਉਂਕਿ ਇਲਜ਼ਾਮਬਾਜ਼ੀਆਂ ਦੋਵੇਂ ਪਾਰਟੀਆਂ ਕਰਦੀਆਂ ਰਹੀਆਂ ਨੇ, ਅਕਾਲੀ ਦਲ ਵੀ ਕਰਦਾ ਰਿਹਾ, ਸਰਕਾਰ ਪੱਖੀ ਪਾਰਟੀ ਜਿਹੜੀ ਕਾਂਗਰਸ ਹੈ ਉਹ ਵੀ ਕਰਦੀ ਰਹੀ ਹੈ, ਪਰ ਉੱਥੇ ਫੈਕਟਰ ਕਿਹੜਾ ਚੱਲਿਆ? ਦੇਖੋ ਹਰਪ੍ਰੀਤ, ਜੇਕਰ ਆਪਾਂ ਗੱਲ ਕਰੀਏ ਤਾਂ 16,633 ਦਾ ਮਾਰਜਨ ਰਹੇਗਾ। ਸਭ ਤੋਂ ਵੱਡੀ ਗੱਲ ਤਾਂ ਇਹ ਰਹੀ ਹੈਗੀ ਕਿ ਇਹ ਜਿਹੜਾ ਜਲਾਲਾਬਾਦ ਸ਼ਹਿਰ ਹੈਗਾ, ਹਰ ਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਥੋਂ 8-9 ਹਜ਼ਾਰ ਦੀ ਲੀਡ ਇਹ ਲੈਂਦਾ ਸੀ, ਪਰ ਇਸ ਵਾਰੀ ਜਿਹੜਾ ਹੈਗਾ 6-7 ਹਜ਼ਾਰ ਵੋਟੋਂ ਪਿੱਛੇ ਚਲਾ ਗਿਆ। ਤਾਂ ਜਿਹੜੇ ਪਹਿਲੇ 2-3 ਰਾਊਂਡ ਸੀ ਜਿਹੜੇ ਸ਼ਹਿਰ ਦੇ ਨਿਕਲੇ ਹੈਗੇ, ਉਸ ਤੋਂ ਇਹ ਸਾਫ਼ ਹੋ ਚੁੱਕਿਆ ਸੀ ਕਿ ਇਹ ਲੀਡ ਟੁੱਟਣ ਵਾਲੀ ਨਹੀਂ ਹੈ। ਉਸ ਤੋਂ ਬਾਅਦ ਜਿਹੜਾ ਤੁਸੀਂ ਜੇ ਫੈਕਟਰ ਦੀ ਗੱਲ ਕਰੀਏ ਤਾਂ ਜਿਹੜੇ ਰਾਏ ਸਿੱਖ ਬਰਾਦਰੀ ਹੈਗੀ ਹੈ ਤਾਂ ਉਹਦਾ ਬਹੁਤ ਵੱਡਾ ਅਸਰ ਪਿਆ ਹੈਗਾ, ਤੇ ਸ਼ਹਿਰ ਦੇ ਵਿੱਚੋਂ ਜਿਹੜੀ ਵੋਟ ਨਾ ਪੈਣਾ ਤਾਂ ਇਸ ਦਾ ਇੱਕ ਵੱਡਾ ਕਾਰਨ ਰਿਹਾ ਹੈਗਾ। ਤੇ ਸ਼੍ਰੋਮਣੀ ਅਕਾਲੀ ਦਲ ਜਿੱਤ ਸਕਦਾ ਸੀ ਇਸ ਸੀਟ ਨੂੰ ਜੇਕਰ ਹੋਰ ਮਿਹਨਤ ਕਰਦਾ। ਤੇ ਇੱਕ ਜਿਹੜੀ ਚੀਮਾ ਸਾਹਿਬ ਨੇ ਗੱਲ ਕਹੀ ਹੈਗੀ ਉਹ ਵੀ ਕਿਤੇ ਨਾ ਕਿਤੇ ਸਹੀ ਜਾਪਦੀ ਹੈਗੀ ਕਿ ਕਾਂਗਰਸ ਨੇ ਇਸ ਸੀਟ ਤੇ ਬਹੁਤ ਪੈਸਾ ਲਗਾਇਆ ਹੈਗਾ, ਇਹ ਇਸ ਕਾਰਨ ਜਿਹੜਾ ਹੈਗਾ ਉਸ ਦੀ ਜਿੱਤ ਹੋਈ ਹੈਗੀ ਹੈ। ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਲਜ਼ਾਮ ਨੇ ਵੀ ਉਹਨਾਂ ਨੇ ਵੋਟਾਂ ਖਰੀਦੀਆਂ ਨੇ ਜਾਂ ਉੱਥੇ ਧੱਕੇ ਸ਼ਾਹੀ ਕੀਤੀ ਗਈ ਹੈ ਤੇ ਬਾਹਰਲੇ ਬੰਦੇ ਆ ਕੇ ਜਿਹੜੀ ਜਾਲੀ ਵੋਟਾਂ ਪਾ ਕੇ ਗਏ ਨੇ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਸਹੀ ਗੱਲ ਜਾਪਦੀ ਹੈਗੀ ਕਿ ਪੈਸਾ ਬਹੁਤ ਜ਼ਿਆਦਾ ਇੱਥੇ ਕਾਂਗਰਸ ਨੇ ਲਗਾਇਆ ਹੈਗਾ ਜੀ। ਠੀਕ ਹੈ, ਮੈਂ ਵਾਪਸ ਆਵਾਂਗਾ ਤੁਹਾਡੇ ਕੋਲ। ਚੀਮਾ ਸਾਹਿਬ, ਇੱਕ ਸਵਾਲ ਦਾ ਜਵਾਬ, ਇੱਕ ਪਤਾ ਨਹੀਂ ਇਹ ਕੋਇਨਸੀਡੈਂਟ ਹੈ ਜਾਂ ਕੀ ਹੈ, ਮੈਂ ਇੱਕ ਜਾਣਕਾਰੀ ਮੈਂ ਤੁਹਾਡਾ ਟਵੀਟ ਹੁਣ ਪੜ੍ਹਿਆ ਸੀਗਾ ਕਿ ਨਤੀਜੇ ਆਉਣ ਤੋਂ ਬਾਅਦ ਤੁਹਾਡੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ, ਇਹਦੇ ਵਿੱਚ ਸੱਚਾਈ ਹੈਗੀ? ਨਹੀਂ, ਦੇਖੋ ਗੱਲ ਇਹ ਹੈ ਕਿ ਨਹੀਂ, ਮੈਨੂੰ ਪਤਾ ਨਹੀਂ ਇਹ ਕੋਇਨਸੀਡੈਂਟ ਹੈ ਕਿ ਮੈਂ ਇਸ ਲਈ ਕਹਿ ਰਿਹਾ। ਦਾਖਾਂ ਦਾ ਇੰਚਾਰਜ ਇਲੈਕਸ਼ਨ ਦਾ ਮੈਂ ਸੀ ਤੇ ਸਰਕਾਰ ਦਾ ਇੰਨਾ ਫਰਜ਼ ਬਣਦਾ ਕਿ ਜੇ ਸਰਕਾਰ ਦੀ ਇੰਨੀ ਬੇਇੱਜ਼ਤੀ ਹੋਈ ਹੈ ਤੇ ਉਹ ਮੈਨੂੰ ਸੇਕ ਲਾਵੇ, ਪਰ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਬਣਦਾ। ਦੇਖੋ ਬਹੁਤ ਘਟੀਆ ਗੱਲਾਂ ਹੈ। ਅੱਜ ਤੱਕ ਨਹੀਂ ਮੈਂ ਕਦੀ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਮੇਰੀ ਸਿਕਿਉਰਿਟੀ ਵਧਾਓ ਜਾਂ ਘਟਾਓ। ਇਹਨਾਂ ਨੇ ਥ੍ਰੈਟ ਪਰਸੈਪਸ਼ਨ ਦੇ ਬੇਸ ਦੇ ਉੱਤੇ ਹਾਲੇ 7-8 ਮਹੀਨੇ ਪਹਿਲਾਂ ਰਿਵਿਊ ਕਰਕੇ ਤੇ ਮੈਨੂੰ ਆਪ ਏਡੀਜੀਪੀ ਨੇ ਫੋਨ ਕਰਕੇ ਆਈਜੀ ਮੇਰੇ ਘਰ ਆਇਆ, ਉਸ ਤੋਂ ਬਾਅਦ ਡੀਐਸਪੀ ਮੇਰੇ ਘਰ ਭੇਜਿਆ ਕਿ ਤੁਸੀਂ ਸਿਕਿਉਰਿਟੀ ਆਪਣੀ ਤੁਹਾਡੀ ਵਧਾਉਣ ਲੱਗਿਆ, ਤੁਸੀਂ ਆਪਣੀ ਸਿਕਿਉਰਿਟੀ ਨਾ ਰੱਖਿਆ ਕਰੋ। ਮੈਂ ਅੱਜ ਤੱਕ ਮੈਨੂੰ ਕਹਿ ਦੇਣ ਕਿ ਮੈਂ ਕਦੀ ਕਿਹਾ ਹੋਵੇ, ਪਰ ਇਦਾਂ ਦੇ ਘਟੀਆ ਹੱਥ ਕੰਡੇ ਪਹਿਲਾਂ ਇਲੈਕਸ਼ਨ ਦੇ ਦੌਰਾਨ ਕਦੀ 2 ਬੰਦੇ ਵਿਡਰਾ ਕਰ ਲਏ, ਕਦੀ ਕਮਾਂਡੋ ਹੈ ਜੀ ਇਹ ਤੁਹਾਨੂੰ ਦੇ ਨਹੀਂ ਸਕਦੇ, ਤੇ ਅੱਜ ਹਾਲੇ ਰਿਜ਼ਲਟ ਆਉਣੇ ਸ਼ੁਰੂ ਹੋਏ ਸੀ ਤੇ ਮੈਨੂੰ ਆਰਡਰ ਮਿਲ ਗਿਆ ਕਿ ਤੁਹਾਡੀ ਜਿਹੜੀ ਹੈਗੀ 7 ਚੋਂ 5 ਬੰਦੇ ਵਿਡਰਾ ਕਰ ਲਏ। ਇਹ ਕੀ ਤੁਸੀਂ ਬੰਦੇ ਮਰਵਾ ਕੇ ਹੁਣ ਰਾਜਨੀਤੀ ਕਰ ਲੋਗੇ? ਐਦਾਂ ਤੁਹਾਡੇ ਤੋਂ ਕੋਈ ਨਹੀਂ ਡਰਦਾ। ਇੱਕ ਮਹਾਰਾਜ ਦੇ ਹੱਥ ਵਸ ਹੈ, ਉਹਦੀ ਸਿਕਿਉਰਿਟੀ ਚਾਹੀਦੀ ਹੈ, ਤੁਹਾਡੀ ਸਿਕਿਉਰਿਟੀ ਅਸੀਂ ਨਾ ਇਦਾਂ ਮੰਗਦੇ ਹਾਂ, ਪਰ ਜੇ ਤੁਸੀਂ ਰਾਜਨੀਤੀ ਇਸ ਤਰੀਕੇ ਕਰੋਗੇ ਕਿ ਕਦੀ ਕਿਸੇ ਦੀ ਸਿਕਿਉਰਿਟੀ ਵਿਡਰਾ ਕਰ ਲਈ, ਕਦੀ ਅਸੀਂ ਉਹਨਾਂ ਲੋਕਾਂ ਚੋਂ ਨਹੀਂ ਕਿ ਤੁਹਾਡੇ ਹੱਥ ਜੋੜ ਕੇ ਜਾ ਕੇ ਕਵਾਂਗੇ ਕਿ ਮੇਰਾ ਸਟੇਟਸ ਨਹੀਂ ਬਣਦਾ ਜੀ, ਮੇਰੇ ਨਾਲ ਇੰਨੇ ਬੰਦੇ ਜ਼ਰੂਰ ਚੱਲਣੇ ਚਾਹੀਦੇ ਆ। ਅਸੀਂ ਪਰਮਾਤਮਾ ਦੀ ਓਟ ਆਸਰਾ ਲੈ ਕੇ ਕੋਈ ਗਲਤ ਕੰਮ ਨਹੀਂ ਕਰਦੇ, ਕੋਈ ਜ਼ਮੀਨਾਂ ਤੇ ਕਬਜ਼ੇ ਨਹੀਂ ਕਰਦੇ, ਕੋਈ ਸਾਡੇ ਮਾਫੀਆ ਦੇ ਕੰਮ ਨਹੀਂ, ਕੋਈ ਅਸੀਂ ਰੇਟਾਂ ਦੇ ਜਾਂ ਠੇਕੇ ਨਹੀਂ ਲਏ ਹੋਏ। ਪਰ ਇਹ ਹੈ ਕਿ ਜੇ ਤੁਸੀਂ ਕਿੰਨੇ ਪੋਲੀਟੀਸ਼ੀਅਨ ਹੈ ਮੇਰੇ ਨਾਲ ਦੇ ਜਿਹੜੇ ਪੰਜਾਬ ਦੇ ਵਿੱਚ ਇਸ ਲੈਵਲ ਦੇ ਉੱਤੇ ਜਿਹੜੇ ਆ ਉਹ ਵਿਚਰਦੇ, ਤੁਸੀਂ ਸਾਰਿਆਂ ਦੀ ਸਿਕਿਉਰਿਟੀ ਚੈੱਕ ਕਰ ਲਓ, ਲਿਸਟਾਂ ਚੈੱਕ ਕਰ ਲਓ ਕਿ ਅਸੀਂ ਜਿਹੜੀ ਕਿੰਨਾ ਸਮਾਂ ਹੋ ਗਿਆ ਸਾਨੂੰ ਰਾਜਨੀਤੀ 'ਚ ਪਬਲਿਕ ਲਾਈਫ 'ਚ ਵਿਚਰਦੇ ਹਾਂ, ਔਰ ਕਿੰਨਾ ਲੋਕਾਂ ਦੇ ਖਿਲਾਫ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ, ਕਿਵੇਂ ਅਸੀਂ ਸਟੈਂਡ ਲੈਂਦੇ ਹਾਂ। ਪਰ ਜੇ ਤੁਸੀਂ ਇਹਨਾਂ ਛੋਟੀਆਂ ਗੱਲਾਂ ਤੇ ਆ ਕੇ ਤੁਸੀਂ ਸੋਚੋਗੇ ਕਿ ਤੁਹਾਡੀ ਸਿਕਿਉਰਿਟੀ ਵਿਡਰਾ ਕਰਨੀ, ਦਾਖਾ ਵਾਲੇ ਨਾਲ ਤਾਂ ਧੱਕਾ ਹੋਇਆ, ਨਾਲ ਇਹਨਾਂ ਕੋਲ ਮੇਰਾ ਵੀ ਬਣਦਾ ਸੀ
ਕਿਉਂਕਿ ਮੈਂ ਇੰਚਾਰਜ ਸੀ, ਕੋਈ ਗੱਲ ਨਹੀਂ, ਇਹ ਚੱਲਦੀਆਂ ਰਹਿੰਦੀਆਂ ਗੱਲਾਂ, ਇਹ ਕਿਸੇ ਹੋਰ ਪਲੇਟਫਾਰਮ ਤੇ ਲਵਾਂਗੇ, ਪਰ ਇਹ ਬਹੁਤ ਘਟੀਆ ਹਰਕਤ ਹੈ। ਠੀਕ ਹੈ, ਮੇਰੇ ਕੋਲ ਸਮਾਂ ਘੱਟ ਹੈ, ਡਿਬੇਟ ਦੇ ਵਿੱਚ ਬੜੇ 2-3 ਪੁਆਇੰਟਸ ਨੇ ਬੜੇ ਇੰਪੋਰਟੈਂਟ ਨੇ, ਚੁੱਕ ਲਈਏ। ਸੁਖਦੇਵ ਸਿੰਘ, ਮੈਂ ਤੁਹਾਡੇ ਕੋਲ ਹੀ ਆਣਾ, ਫਿਰ ਮੈਂ ਤਰਲੋਚਨ ਜੀ ਕੋਲ ਵੀ ਜਾਵਾਂਗਾ। ਜਿਹੜੀ ਮੈਂ ਗੱਲ ਪਹਿਲਾਂ ਕਹੀ ਸੀਗੀ ਕਿ ਪੰਜਾਬ ਦੇ ਵਿੱਚ ਤੀਜੇ ਬਦਲ ਦੀ ਅਣਹੋਂਦ ਇੱਕ ਵਾਰ ਫਿਰ ਤੋਂ ਜਾਪ ਰਹੀ ਹੈ, ਜਿਵੇਂ ਦੇ ਚੋਣ ਨਤੀਜੇ ਲਗਾਤਾਰ ਅਸੀਂ ਵੇਖ ਰਹੇ ਹਾਂ। ਆਮ ਆਦਮੀ ਪਾਰਟੀ ਦੇ ਸੰਦਰਭ 'ਚ ਜੇ ਗੱਲ ਕਰੀਏ ਤਾਂ ਚੋਣ ਨਤੀਜੇ ਉਹਨਾਂ ਲਈ ਬਹੁਤ ਮਾੜੇ ਆ ਰਹੇ ਨੇ। ਤੁਸੀਂ ਵੀ ਮੰਨਦੇ ਹੋ ਕਿ ਸਿਰਫ ਰਵਾਇਤੀ ਪਾਰਟੀਆਂ ਦੇ ਵਿੱਚ ਹੀ ਮੁਕਾਬਲਾ ਰਹਿ ਗਿਆ, ਅਕਾਲੀ ਦਲ ਬੀਜੇਪੀ ਗੱਠਜੋੜ ਵਰਸਸ ਕਾਂਗਰਸ? ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਹਰਪ੍ਰੀਤ ਜੀ। ਜਿਹੜਾ ਮੁਕਾਬਲਾ ਹੈ ਉਹ ਰਵਾਇਤੀ ਪਾਰਟੀਆਂ 'ਚ ਹੀ ਹੈ। ਉਹ ਇੱਕ ਜਿਹੜਾ ਬਬਲ ਸੀਗਾ ਉਹ ਫਟ ਗਿਆ ਸੀ, ਤੇ ਉਹ ਇੱਕ ਸਮਾਂ ਆਇਆ ਸੀ ਉਦੋਂ ਲੱਗਦਾ ਸੀ ਵੀ ਪਤਾ ਨਹੀਂ ਇਹ ਕਿੱਡਾ ਕੁ ਵੱਡਾ ਰੈਵੋਲੂਸ਼ਨ ਲੈ ਕੇ ਆਉਣਗੇ, ਪਰ ਜੋ ਵਰਤਾਰਾ ਉਹ ਟਿਕਟਾਂ ਵੇਲੇ ਜਾਂ ਉਸ ਤੋਂ ਪਹਿਲਾਂ ਜੋ ਇਹਨਾਂ ਦੇ ਦਿੱਲੀ ਦੇ ਆ ਕੇ ਸੱਜਣਾ ਨੇ ਕੀਤਾ, ਉਹ ਸਾਰਿਆਂ ਦੇ ਸਾਹਮਣੇ ਆ ਔਰ ਸਾਰਿਆਂ ਨੇ ਉਹ ਦੇਖਿਆ। ਇਸ ਕਰਕੇ ਜੋ ਮੈਂ ਸਮਝਦਾ, ਜਿੰਨੀ ਕਿ ਮੇਰੀ ਸਮਝ ਹੈ ਰਾਜਨੀਤਿਕ, ਜਿਹੜਾ ਮੁਕਾਬਲਾ ਹੈ ਉਹ ਰਵਾਇਤੀ ਪਾਰਟੀਆਂ 'ਚ ਹੀ ਰਹਿਣਾ ਹੈ, ਕਾਂਗਰਸ ਬਸ ਅਕਾਲੀ ਦਲ ਬੀਜੇਪੀ। ਇਸ ਕਰਕੇ ਇਹਦੇ ਬਹੁਤ ਹੀ ਕੋਈ ਦੂਜੀ ਸਪੇਸ ਨਹੀਂ ਹੈਗੀ ਕਿਸੇ ਵਾਸਤੇ, ਜੋ ਮੈਂ ਸਮਝਦਾ। ਠੀਕ ਆ, ਵਕਤੀ ਤੌਰ ਤੇ ਕੁਝ ਵਾਰੀ ਕੁਝ ਆਉਂਦਾ ਹੈ, ਚਲਿਆ ਜਾਂਦਾ ਹੈ, ਪਰ ਜਿਹੜਾ ਪਰਮਾਨੈਂਟ ਹੈ ਉਹ ਇਹੀ ਜਿਹੜਾ ਹੈਗਾ ਆਪਸ ਦੇ ਵਿੱਚ ਜਿਹੜਾ ਹੈਗਾ ਇਹਨਾਂ ਵਾਸਤੇ ਸਪੇਸ ਰਹਿਣੀ ਹੈ। ਇਹ ਜਿਹੜੀ ਮੇਰੀ ਆਪਣੀ ਸਮਝ ਦੇ ਮੁਤਾਬਕ। ਠੀਕ ਹੈ। ਇੱਕ ਆਖਰੀ ਸਵਾਲ ਤਰਲੋਚਨ ਜੀ, ਫਿਰ ਆਪਾਂ ਵਾਈਂਡ ਅਪ ਕਰਾਂਗੇ। ਇੱਕ ਵੱਡਾ ਸਵਾਲ ਜਿਹੜਾ ਹਰ ਵਾਰ ਇਲੈਕਸ਼ਨਸ ਦੇ ਦੌਰਾਨ ਵੀ ਚੁੱਕਿਆ ਜਾਂਦਾ, ਬਾਅਦ ਦੇ ਵਿੱਚ ਵੀ ਚੁੱਕਿਆ ਜਾਂਦਾ, ਕਿ ਮੁੱਦੇ ਜਿਹੜੇ ਨੇ, ਵਿਕਾਸ ਦਾ ਮੁੱਦਾ ਹੈਗਾ ਜਿਹੜਾ, ਉਹ ਬੜਾ ਜੀ ਚਰਚਾ 'ਚ ਰਹਿੰਦਾ ਹੈ। ਪਰ ਤੁਹਾਨੂੰ ਨਹੀਂ ਲੱਗਦਾ ਕਿ ਬਾਈ ਇਲੈਕਸ਼ਨ ਸਭ ਤੋਂ ਵੱਡੀ ਉਦਾਹਰਨ ਹੈਗੀ ਹੈ? ਜੇ ਵਿਕਾਸ ਮੁੱਦਾ ਹੁੰਦਾ ਤਾਂ ਜਲਾਲਾਬਾਦ ਦੇ ਵਿੱਚ ਅਕਾਲੀ ਦਲ ਨਾ ਹਾਰਦਾ, ਜੇ ਵਿਕਾਸ ਮੁੱਦਾ ਹੁੰਦਾ ਤਾਂ ਕਾਂਗਰਸ 3 ਸੀਟਾਂ ਨਾ ਜਿੱਤਦੀ। ਦੇਖੋ, ਮੈਂ ਤਾਂ ਪਹਿਲਾਂ ਕਿਹਾ ਵੀ ਇਹ ਦੁਖਾਂਤ ਹੈ। ਇਹ ਪੰਜਾਬ ਦੇ ਲੋਕਾਂ ਨੂੰ, ਮੈਂ ਇਹ ਨਹੀਂ ਕਹਿੰਦਾ ਵੀ ਲੋਕ ਕਾਂਗਰਸ ਨੂੰ ਹਰਾਉਣ। ਲੋਕਾਂ ਨੂੰ ਜੇ ਲੱਗਦਾ ਸੀ ਵੀ ਘਰ ਘਰ ਨੌਕਰੀ ਮਿਲ ਗਈ ਹੈ, ਲੋਕਾਂ ਨੂੰ ਜੇ ਲੱਗਦਾ ਸੀ ਵੀ ਡਰੱਗ ਖਤਮ ਹੋ ਗਈ ਹੈ, ਲੋਕਾਂ ਨੂੰ ਜੇ ਲੱਗਦਾ ਸੀ ਵੀ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਹੋ ਗਏ, ਲੋਕਾਂ ਨੂੰ ਜੇ ਲੱਗਦਾ ਸੀ ਵੀ ਕਿਸਾਨਾਂ ਦੀਆਂ ਖੁਦਕਸ਼ੀਆਂ ਖਤਮ ਹੋ ਗਈਆਂ, ਜਾਂ ਜੇ ਲੋਕਾਂ ਨੂੰ ਇਹ ਗੱਲ ਜੱਚਦੀ ਸੀ ਵੀ ਪੰਜਾਬ 'ਚ ਹੁਣ ਲਾ ਐਂਡ ਆਰਡਰ ਦੀ ਪੋਜੀਸ਼ਨ ਬਹੁਤ ਵਧੀਆ ਹੈ, ਤੇ ਕਾਂਗਰਸ ਨੂੰ ਜਿਤਾਉਣਾ ਹੀ ਚਾਹੀਦਾ ਸੀ। ਇਹਦਾ ਐਨਾਲਿਸਿਸ ਹੋਣਾ ਚਾਹੀਦਾ ਸੀ। ਪਰ ਮੈਨੂੰ ਲੱਗਦਾ ਵੀ ਲੋਕ ਵੀ ਵਿਚਾਰੇ ਨੇ, ਜਿਵੇਂ ਸਾਰੇ ਦੋਸਤ ਗੱਲ ਕਹਿ ਰਹੇ, ਕੋਈ ਕਹਿੰਦਾ ਮਸਲ ਪਾਵਰ, ਕੋਈ ਕਹਿੰਦਾ ਪੈਸਾ। ਲੋਕ ਇੰਨੇ ਦੁਖੀ ਨੇ। ਮੈਂ ਸੁਖਦੇਵ ਸਿੰਘ ਹੋਣਾ ਵਾਲੀ ਗੱਲ ਨਾਲ ਸਹਿਮਤ ਨਹੀਂ ਗਾ ਵੀ ਲੋਕ ਅਕਾਲੀ ਦਲ ਤੇ ਕਾਂਗਰਸ ਨੂੰ ਜਾਂ ਵੋਟ ਇਹਨਾਂ ਨੂੰ ਪਾਉਣਗੇ, ਹੋਰ ਪਾਉਣਾ ਨਹੀਂ ਚਾਹੁੰਦੇ। ਲੋਕਾਂ ਕੋਲ ਤੀਜਾ ਬਦਲ ਹੀ ਹੈ ਨਹੀਂ। ਆਮ ਆਦਮੀ ਪਾਰਟੀ ਨੇ ਉਹ ਫੂਕ ਜਿਹੜੀ ਕੱਢ ਦਿੱਤੀ ਹੈ, ਜਿਹੜੀ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ। ਪੰਜਾਬ ਦੇ ਲੋਕਾਂ ਦਾ ਤਾਂ ਇਹੀ ਸੀ ਉਦੋਂ ਹਰਪ੍ਰੀਤ ਜੀ, ਵੀ ਰਵਾਇਤੀ ਪਾਰਟੀ ਦੀ ਥਾਂ ਤੇ ਨਵੀਂ ਪਾਰਟੀ ਲਿਆਉਣੀ। ਔਰ ਆਮ ਆਦਮੀ ਪਾਰਟੀ ਵਾਲੇ ਨੇ ਮਹਿਸੂਸ ਕਰ ਲਿਆ ਵੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਲੱਗਾ ਵੀ ਸਾਡੇ ਵਰਗਾ ਤੇ ਕੋਈ ਬੰਦਾ ਹੀ ਨਹੀਂ ਜੰਮਿਆ ਧਰਤੀ ਤੇ ਤਾਂ ਕਰਕੇ ਸਾਨੂੰ ਪਸੰਦ ਕਰਦੇ ਨੇ। ਸੋ ਉਹ ਜਿਹੜੀ ਗੱਲ ਸੀ, ਉਹਦੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ, ਔਰ ਨਿਰਾਸ਼ ਹੋਣ ਦੇ ਬਾਵਜੂਦ ਵੋਟ ਤੇ ਪਾਉਣੀ ਹੈ। ਲੋਕਾਂ ਦਾ ਹੱਕ ਹੈ, ਫਿਰ ਉਹ ਦੇਖਦੇ ਵੀ ਕਿਹੜਾ ਚੰਗਾ ਕਿਹੜਾ ਮਾੜਾ, ਜਿਹੜਾ ਘੱਟ ਮਾੜਾ ਆ ਉਹਨੂੰ ਵੋਟ ਪਾ ਦਿੰਦੇ ਨੇ। ਪਰ ਇੱਕ ਗੱਲ ਬੜੀ ਕਲੀਅਰ ਹੈ ਵੀ ਮੁੱਦਿਆਂ ਦੇ ਆਧਾਰ ਤੇ ਜੇ ਇਲੈਕਸ਼ਨ ਹੁੰਦੀ ਤੇ ਸ਼ਾਇਦ ਨਤੀਜੇ ਹੋਰ ਤਰ੍ਹਾਂ ਦੇ ਹੁੰਦੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਜੁੜੇ ਰਹਿਣ ਦੇ ਲਈ। ਸੋ ਬੜਾ ਜ਼ਰੂਰੀ, ਖਾਸ ਤੌਰ ਤੇ ਜੋ ਨਤੀਜੇ ਆ ਚੁੱਕੇ ਹੁੰਦੇ ਨੇ, 2 ਚੀਜ਼ਾਂ ਹੁੰਦੀਆਂ ਨੇ। ਪਹਿਲੀ ਚੀਜ਼ ਇਹ ਕਿ ਸਰਕਾਰ ਕਿਵੇਂ ਬਣਾਈ ਜਾਏਗੀ ਹਰਿਆਣਾ ਦੇ ਵਿੱਚ, ਤੇ ਦੂਜੀ ਇਹ ਚੀਜ਼ ਹੁੰਦੀ ਹੈ ਕਿ ਮੁਲਾਂਕਣ ਕੀਤਾ ਜਾਵੇ ਕਿ ਹਾਰ ਹੋਈ ਹੈ ਤਾਂ ਕਿਉਂ ਹੋਈ ਹੈ, ਜੇ ਜਿੱਤ ਹੋਈ ਹੈ ਤਾਂ ਉਹਦੇ ਵੱਡੇ ਕਾਰਨ ਕੀ ਰਹੇ ਨੇ। ਸੋ ਹੁਣ ਇਹ ਪਾਰਟੀਆਂ ਆਪਸ ਦੇ ਵਿੱਚ ਬੈਠ ਕੇ ਮੁਲਾਂਕਣ ਕਰਨਗੇ। ਫਿਰ ਉਸ ਤੋਂ ਬਾਅਦ ਆਉਣ ਵਾਲੀਆਂ ਵੱਡੀਆਂ ਚੋਣਾਂ ਨੇ ਜਿਹੜੀਆਂ, ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਰਹਿੰਦੀਆਂ ਨੇ, ਕੀ ਤੀਜੀ ਧਿਰ ਦੀ ਹੋਂਦ ਜਾਂ ਅਣਹੋਂਦ ਤੇ ਇੱਕ ਵੱਡਾ ਸਵਾਲ ਜਿਹੜਾ ਖੜਾ ਹੋਇਆ, ਉਹ ਹਲੇ ਵੀ ਬਰਕਰਾਰ ਹੈਗਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।